ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੁਹਾਡੇ ਨਾਲ, ਤੇ ਪ੍ਰੋਗਰਾਮ ਹੈ ਜੀ ਇਹ ਪ੍ਰਾਈਮ ਫੋਕਸ। ਤੇ ਤੁਸੀਂ ਕਹਿਣਾ ਵੀ ਬੰਦਾ ਅੱਜ ਫੇਜ 'ਚ ਬੈਠਾ ਜਾਪਦਾ ਅਜੀਬ ਜਿਹੇ ਤਰੀਕੇ ਨਾਲ। ਕਾਰਨ ਆ ਵੀ ਬੰਦਾ ਇੱਕ ਦਿਨ ਮਿਲਦਾ, ਉਦੋਂ ਬਾਅਦ ਫੇਰ ਜਹਾਜ਼ ਦੀ ਟਿਕਟ ਲੈ ਕੇ ਹੋਰ ਪਾਸੇ ਚੜ੍ਹ ਜਾਂਦਾ। ਹੁਣ ਕਰੀਏ ਕੀ ਜੀ? ਇੱਕ ਨਾ ਫਿਰ ਦੂਰ ਨੇੜੇ ਤਾਰ ਤੂਰ ਪਾ ਕੇ ਬੰਦਾ ਫੜਨ ਦੀ ਕੋਸ਼ਿਸ਼ ਕੀਤੀ ਹੈ। ਕੀ ਹਾਲ ਨੇ ਬਾਠ ਸਾਹਿਬ? ਚੜ੍ਹਦੀ ਕਲਾ ਸੰਧਾਲੀਆ ਸਾਹਿਬ, ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਸਤਿ ਸ੍ਰੀ ਅਕਾਲ ਮਹਾਰਾਜ। ਬੱਲੇ ਬੱਲੇ। ਇਹ ਕਦੀ ਕਿਸੇ ਪਾਸੇ ਨੂੰ ਕਦੀ ਕਿਸੇ ਪਾਸੇ ਨੂੰ ਤੁਸੀਂ ਲੰਘ ਜਾਂਦੇ। ਮੈਨੂੰ ਤਾਂ ਐਂ ਲੱਗਦਾ ਜਦੋਂ ਅੱਡੇ 'ਤੇ ਮੂੰਗਫਲੀ ਦੀ ਰੇਹੜੀ ਨਹੀਂ ਮੈਂ ਲਾਈ ਹੁੰਦੀ, ਅਤੇ ਬੱਸ ਕਦੀ ਐਂ ਨੂੰ ਜਲੰਧਰ ਨੂੰ ਚੱਲ ਗਈ, ਕਦੀ ਅੰਮ੍ਰਿਤਸਰ ਨੂੰ ਚੱਲ ਗਈ, ਅਤੇ ਉਹ ਵਿਚਾਰਾ ਉਡੀਕਦਾ ਹੁੰਦਾ ਵੀ ਯਾਰ ਪਤਾ ਨਹੀਂ ਹੁਣ ਕਿਹੜੇ ਪਾਸੇ ਨੂੰ ਜਾਵੇ। ਸੰਧਾਲੀਆ ਸਾਹਿਬ, ਬਹੁਤ ਸਾਰੇ ਪਰਿਵਾਰ ਦੇ ਮੈਂਬਰਾਂ ਦੇ ਸੁਨੇਹੇ ਆਏ ਸੀ ਕਿ ਭਾਈ ਆਵਾਜ਼ ਨੂੰ ਕੀ ਹੋ ਗਿਆ, ਕਿ ਗਲ ਖਰਾਬ ਹੋ ਗਿਆ ਜਾਂ ਕਿੱਦਾਂ। ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੌਸਮ ਬਦਲ ਰਿਹਾ ਭਾਈ, ਮੌਸਮ ਬਦਲ ਰਿਹਾ ਹੋਵੇ ਤਾਂ ਕਿਸੇ ਨੂੰ ਮਾੜਾ ਮੋਟਾ ਕੋਈ ਬੁਖਾਰ ਬਖੂਰ ਹੋ ਜਾਏ, ਕੋਈ ਸਿਰ ਦੁਖਦਾ ਹੋਵੇ, ਕੋਈ ਗਲ ਖਰਾਬ ਹੋਵੇ, ਤਾਂ ਉਹ ਡਾਕਟਰ ਕਹਿੰਦੇ ਹੁੰਦੇ ਆ 2-3 ਦਿਨ ਰੈਸਟ ਕਰੋ ਤੇ ਕੰਮ ਠੀਕ ਹੋ ਜਾਂਦਾ। ਤੇ ਮੈਂ ਕਿਹਾ ਇੱਥੇ ਸੀਜ਼ਨ ਵਾਲਾ ਕੰਮ ਹੋਇਆ ਪਿਆ। ਅਗਲੇ ਕਹਿੰਦੇ ਕਿ ਭਾਈ ਇੱਧਰ ਨੂੰ ਚੱਲ ਜਾ ਤੇ ਮੁੜ ਕੇ ਉੱਧਰ ਨੂੰ ਚੱਲ ਜਾ, ਤੇ ਉੱਥੇ ਆ ਵੀ ਪ੍ਰੋਗਰਾਮ ਕਰਨਾ। ਆਵਾਜ਼ ਦਾ ਕੋਈ ਨਹੀਂ ਸਮਝ ਆਵੇ ਨਾ ਆਵੇ, ਸਿਰ ਹਿਲਾਈ ਜਾਣਾ। ਇਸ ਕਰਕੇ ਸਮੱਸਿਆ ਥੋੜ੍ਹੀ ਜਿਹੀ ਹੈਗੀ ਆ। ਬਾਕੀ ਜਦੋਂ ਤੱਕ ਤੁਹਾਡੇ ਵਰਗੇ ਸਾਥੀ ਨਾਲ ਨੇ ਕਿ ਭਾਈ ਆਪਾਂ ਨਹੀਂ ਹਿੱਲਣਾ, ਬੰਦਾ ਇਹੀ ਤੋਰਨਾ। ਮੇਰੇ ਵਰਗੇ ਬੰਦੇ ਨੂੰ ਨਾ ਤੁਸੀਂ ਖੇਤਾਂ ਦੇ ਵਿੱਚ ਰੱਖਿਆ ਹੁੰਦਾ ਕਿ ਕੋਈ ਗੱਲ ਨਹੀਂ ਤੂੰ ਕੰਮ ਕਰਨਾ, ਤੇ ਜੇ ਮੈਂ ਕਿਹਾ ਸਿਰ ਦੁਖਦਾ, ਅੱਛਾ ਆ ਚਾਹ ਦਾ ਕੱਪ ਪੀ, ਫਿਰ ਤਕੜਾ ਹੋ ਕੇ ਇੱਧਰੋਂ ਕੱਖ ਕੱਢ ਕੇ ਉਧਰਲੇ ਪਾਸੇ ਨਾ ਪੱਠੇ ਲੈ ਆਉਣੇ ਆ। ਹੁਣ ਇਹਨੇ ਨਾ ਸਿਰ ਥੋੜ੍ਹਾ ਉੱਠਣਾ। ਸੰਧਾਲੀਆ ਸਭ ਹਾਲਤ ਆਹੀ ਰਹਿਣੇ ਆ। ਨਹੀਂ, ਜਦੋਂ ਬੰਦੇ ਨੂੰ ਆਖੇ ਵੀ ਤੂੰ ਰਹਿਣ ਦੇ ਅੱਜ ਪੱਠੇ ਤੇ, ਅਗਲਾ ਬਹੁਤ ਵਧੀਆ ਆਖੇ ਨਹੀਂ ਮੇਰੇ ਮੱਝ ਹੱਥ ਤੇ ਪਈ, ਵੇ ਕਰੀਏ ਕੀ? ਗੱਲ ਠੀਕ ਹੈ ਜੀ, ਗੱਲ ਠੀਕ ਹੈ। ਆਨੇ ਚਲੋ ਕੋਈ ਗੱਲ ਨਹੀਂ, ਇਹ ਇਦਾਂ ਹੀ ਚੱਲਦਾ ਰਹਿੰਦਾ ਕੰਮ। ਇਹ ਦੇਖੋ ਦੁੱਖ ਤਕਲੀਫਾਂ ਸਰੀਰਾਂ ਦੇ ਨਾਲ ਨੇ ਵਾਟ ਸਾਹਿਬ, ਤੇ ਕਾਰਨ ਇਹ ਆ ਕਿ ਜਦੋਂ ਆਪਾਂ ਦੁੱਖ ਤਕਲੀਫਾਂ ਦੀ ਗੱਲ ਕਰਦੇ ਨੇ, ਤੇ ਦੁੱਖ ਤਕਲੀਫਾਂ ਸਾਰੀ ਤਰ੍ਹਾਂ ਦੀਆਂ ਹੁੰਦੀਆਂ। ਕੁਛ ਬੰਦੇ ਦੀਆਂ ਬਣਾਈਆਂ ਹੁੰਦੀਆਂ, ਕੁਝ ਕੁਦਰਤ ਪਾ ਦਿੰਦੀ ਆ। ਹੁਣ ਵੀ ਜਦੋਂ ਆਪਾਂ ਬੈਠੇ ਗੱਲਾਂ ਬਾਤਾਂ ਕਰਦੇ ਹਾਂ, ਤੇ ਉਦੋਂ ਕਿਤੇ ਉਹ ਪਾਣੀ ਲੈ ਗਿਆ, ਕਿਤੇ ਖੜ ਗਿਆ, ਕਿਤੇ ਚੜ੍ਹ ਗਿਆ, ਕਿਤੇ ਲੀਡਰ ਆਪਸ ਦੇ ਵਿੱਚ ਕਹਿ ਲਓ ਕਿ ਵੀ ਰੌਲਾ ਰੱਪਾ ਪਾ ਕੇ ਬਹਿ ਗਿਆ। ਸੋ ਇਹੋ ਕੁਛ ਚੱਲੀ ਜਾਂਦਾ। ਹੁਣ ਸ਼ੁਰੂ ਦੱਸੋ ਕਿਹੜੇ ਪਾਸੋਂ ਕਰਨਾ? ਸੰਧਾਲੀਆ ਸਾਹਿਬ, ਜੀ ਤਾਂ ਕਰਦਾ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਹੁਣ ਨਵਾਂ ਚੈਨਲ ਸ਼ੁਰੂ ਕਰਨਾ, ਕਿ ਉਧਰਲੇ ਪਾਸਿਓਂ ਆਪਾਂ ਸਟਾਰਟ ਕਰ ਲਈਏ। ਪਰ ਆਪਾਂ ਕਹਿੰਦੇ ਸੀ ਨਾ ਕਿ ਪੰਜਾਬ ਦੇ ਲੀਡਰਾਂ ਦਾ ਬਹੁਤ ਧੰਨਵਾਦ। ਆਪਾਂ 4 ਦਿਨ ਲਗਾਤਾਰ ਪ੍ਰਾਈਮ ਫੋਕਸ ਦੇ ਵਿੱਚ ਪੰਜਾਬ ਦੇ ਸਿਆਸੀ ਲੀਡਰਾਂ ਦਾ ਧੰਨਵਾਦ ਕੀਤਾ ਕਿ ਬੱਲੇ ਸ਼ੇਰੋ, ਤੁਸੀਂ ਕਮਾਲ ਕਰ ਦਿੱਤੀ ਬਈ, ਤੁਸੀਂ ਲੋਕਾਂ 'ਚ ਜਾ ਰਹੇ ਹੋ ਬਈ। ਹੜ੍ਹ ਆਇਆ ਪਰ ਇਹਦੇ ਬਾਵਜੂਦ ਵੀ ਤੁਸੀਂ ਲੜੇ ਨਹੀਂ। ਜਿਹੜਾ ਵੀ ਲੀਡਰ ਕਿਤੇ ਜਾਂਦਾ ਸੀ ਤੇ ਉਹ ਕਹਿੰਦਾ ਸੀ ਸਿਆਸਤ ਨਹੀਂ ਜੇ ਕਰਨੀ, ਲੋਕ ਮੁਸੀਬਤ ਦੇ ਵਿੱਚ ਹੈ। ਪਰ ਤੁਸੀਂ ਦੇਖ ਲਓ ਸੰਧਾਲੀਆ ਸਾਹਿਬ, ਦਿਨ 4 ਕੱਢੇ ਤੁਹਾਡੇ ਬੰਦਿਆਂ ਨੇ, ਹਫ਼ਤਾ ਵੀ ਨਹੀਂ ਪੂਰਾ ਕੱਢਿਆ। ਲੀਡਰ ਪੰਜਾਬ ਦੇ ਲੜ ਪਏ, ਗੋਡਿਆਂ ਤੱਕ ਪਜਾਮਾ ਟੰਗ ਕੇ ਖੜ ਕੇ ਪਾਣੀ ਦੇ ਵਿੱਚ। ਆਲੇ ਦੁਆਲੇ ਉਹ ਲੋਕ ਹੁੰਦੇ ਆ ਜਿਹੜੇ ਤੁਹਾਡੇ ਤੋਂ ਆਸਾਂ ਤੇ ਉਮੀਦਾਂ ਰੱਖਦੇ ਹੁੰਦੇ ਆ ਕਿ ਭਾਈ ਪਸ਼ੂਆਂ ਦੇ ਖਾਣ ਨੂੰ ਪੱਠੇ ਨਹੀਂ, ਨਿਆਣਿਆਂ ਦੇ ਖਾਣ ਨੂੰ ਰੋਟੀ ਨਹੀਂ, ਬਿਮਾਰਾਂ ਦੇ ਖਾਣ ਨੂੰ ਦਵਾਈ ਨਹੀਂ, ਕਿ ਕੁਛ ਨਾ ਕੁਛ ਕਰਕੇ ਜਾਣਗੇ ਸਾਡੇ ਵਾਲੇ ਪਾਸੇ। ਪਰ ਨਾ, ਤੁਹਾਨੂੰ ਤਾਂ ਕੰਮ ਇੱਕੋ ਹੀ ਆਉਂਦਾ ਕਿ ਬਿਆਨ ਐਸਾ ਦੇਣਾ ਜਿਹੜਾ ਅਗਲੇ ਦੇ ਅੰਦਰ ਦੀ ਨਿਕਲ ਜਵੇ। ਸਿਆਸਤ ਸਿਖਰਾਂ ਤੇ ਆ ਜੀ, ਹੜ੍ਹਾਂ ਦੇ ਮੁੱਦੇ ਤੇ। ਦੇਖੋ WhatsApp, ਮੈਂ ਤੇ ਪਹਿਲੇ ਦਿਨ ਹੀ ਮਾਫੀ ਮੰਗ ਕੇ ਆਪ ਜੀ ਨੂੰ ਕਿਹਾ, ਤੁਸੀਂ ਕਹਿੰਦਾ ਜ਼ਰੂਰ ਜਾਓ ਲੀਡਰੋ, ਤੁਸੀਂ ਜ਼ਰੂਰ ਜਾਓ। ਤੇ ਮੈਂ ਤੈਨੂੰ ਉਦੋਂ ਆਖਿਆ ਵੀ ਯਾਰ ਅਸੀਂ ਜਾਣ ਨੂੰ ਚਲੇ ਜਾਂਦੇ, ਬਸ ਇੰਨਾ ਕਰ ਦਿਓ ਵੀ ਵੋਟਾਂ ਥੋੜ੍ਹੀਆਂ ਛੇਤੀ ਪਵਾ ਦਿਓ। ਉਹ ਜਾਣੇ ਸਾਡਾ ਜਿਹੜਾ ਜਾਣਾ ਆ ਉਹ ਕਿਤੇ ਨਾ ਕਿਤੇ ਥਾਂ ਲੱਗ ਜੇ। ਔਰ ਹੁਣ ਜਦੋਂ ਵੋਟਾਂ ਦੂਰ ਹੋਣ, ਉੱਥੇ ਜਾਂਦੇ ਹੋਈਏ, ਉੱਥੇ 3-4 ਹੋਰ ਤੁਰੇ ਫਿਰਨ, ਹਰੇਕ ਅਗਲਵਾਂਢੀ ਉਹ ਹੋ ਕੇ ਆਖੇ ਵੀ ਜਿੰਨਾ ਮੈਂ ਕਰਤਾ ਨਾ ਇੰਨਾ ਨਹੀਂ ਜੇ ਕਿਸੇ ਨੇ ਕੀਤਾ। ਜੇ ਕੋਈ ਸਰਕਾਰ ਵੱਲੋਂ ਜਾਵੇ ਉਹ ਆਖੇ ਪਹਿਲਾਂ ਨਹੀਂ ਕੀਤਾ, ਜੇ ਕੋਈ ਵਿਰੋਧੀਆਂ ਵੱਲੋਂ ਜਾਵੇ ਉਹ ਆਖੇ ਅਸੀਂ ਕਰਦੇ ਰਹੇ, ਹੋਣ ਵਾਲਿਆਂ ਕੋਲੋਂ ਹੋਇਆ ਹੀ ਕੁਛ ਨਹੀਂ। ਅਤੇ ਫਿਰ ਲੋਕ ਵਿਚਾਰੇ ਕਰਨ ਕੀ? ਦੱਸੋ, ਹੱਦ ਹੋ ਗਈ। ਸੋ ਇਸ ਕੇਸ 'ਚ ਮੈਨੂੰ ਲੱਗਦਾ ਹੁੰਦਾ ਵੀ ਅਸੀਂ 3-4 ਦਿਨ ਨਹੀਂ ਲੜੇ, ਲੀਡਰਾਂ ਨੇ ਬਿਨਾਂ ਲੜੇ ਸਾਰਾ ਕੁਛ ਕੱਢ ਲਿਆ, ਉਹਦੇ ਲਈ ਸ਼ਾਬਾਸ਼ ਦਿਓ। ਬਾਕੀ ਹੁਣ ਜਿਹੜੇ ਅਗਲੇ ਦਿਨ ਉਹ ਤਾਂ ਇੱਦਾਂ ਹੀ ਚੱਲਣੇ, ਉਹ ਤਾਂ ਹੁਣ ਮਿਹਣਿਓ ਮਿਹਣੀ ਚੱਲਣੇ ਕੰਮ ਪਈ। ਜਿੱਦਾਂ ਉਹ ਦਰਾਣੀ ਜਠਾਣੀ ਲੜ ਪੈਂਦੀਆਂ ਹੁੰਦੀਆਂ ਵੀ ਹਾਂ ਵੀ ਰਾਤੀ ਮੀਂਹ ਪੈ ਗਿਆ, ਤੂੰ ਚੁੱਲ੍ਹਾ ਨਹੀਂ ਢੱਕਿਆ, ਉਹ ਆਖੇ ਤੈਨੂੰ ਨਹੀਂ ਹੁੰਦੀ, ਦਾ ਆਖਰੀ ਰੋਟੀ ਤੂੰ ਲਾਈ, ਉਹ ਆਖੇ ਮੈਨੂੰ ਪੱਲੀ ਨਹੀਂ ਲੱਭੀ, ਤੂੰ ਬੱਠਲ ਲਕਾਤਾ। ਬਸ ਇਹੋ ਕੁਛ ਹੀ ਆ। ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ ਤੁਹਾਡੀ। ਹੁਣ ਤੁਸੀਂ ਦੇਖੋ, ਸੁਨੀਲ ਜਾਖੜ ਸਾਹਿਬ ਨੇ ਕਿਹਾ ਕਿ ਭਗਵੰਤ ਮਾਨ ਸਾਹਿਬ ਦੀ ਸਰਕਾਰ ਚੰਗੇ ਤਰੀਕੇ ਕੰਮ ਨਹੀਂ ਕਰ ਸਕੀ। ਉਹ ਕਹਿੰਦੇ ਜੀ ਕੇਂਦਰ ਸਰਕਾਰ ਨੇ ਫੰਡ ਦਿੱਤੇ, ਪੈਸੇ ਦਿੱਤੇ, ਇਹ ਹਿਸਾਬ ਨਹੀਂ ਦਿੰਦੇ, ਇਹਨਾਂ ਨੂੰ ਪੈਸੇ ਚੰਗੇ ਤਰੀਕੇ ਲੋਕਾਂ ਦੀ ਭਲਾਈ ਲਈ ਖਰਚ ਕਰਨੇ ਚਾਹੀਦੇ ਆ। ਗੱਲ ਠੀਕ ਜਾਪਦੀ ਹੈ। ਦੂਸਰੇ ਪਾਸੇ ਰਾਜਾ ਵੜਿੰਗ ਸਾਹਿਬ ਨੇ ਕਿਹਾ, ਉਹ ਕਹਿੰਦੇ ਜੀ ਦੇਖੋ ਹੁਣ ਹੜ੍ਹ ਪੀੜਤਾਂ ਦੇ ਲਈ ਤਾਂ ਪੈਸੇ ਸਰਕਾਰ ਦੇ ਕੋਲ ਥੋੜ੍ਹੇ ਨੇ, ਜਿੱਦਣ ਇਸ਼ਤਿਹਾਰ ਦੇਣੇ ਹੁੰਦੇ ਆ ਸਰਕਾਰ ਦੇ ਕੋਲੇ ਪੈਸਾ ਟਕਾ ਕੋਈ ਨਹੀਂ ਹੁੰਦਾ। ਇੱਥੇ ਗੱਲ ਕੀ ਆ, ਪਿੱਛੇ ਕਾਰਨ ਕੀ ਆ, ਲੱਭਣਾ ਪਊਗਾ। ਸਰਦਾਰ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਤਜਰਬਾ ਹੀ ਨਹੀਂ, ਐਕਸਪੀਰੀਅੰਸ ਹੈ ਨਹੀਂ ਇਹਨਾਂ ਦੇ ਕੋਲ।
ਤਜਰਬਾਹੀਣ ਸਰਕਾਰ ਹੈ, ਇਹਨਾਂ ਨੇ ਲੋਕਾਂ ਦੀ ਸਾਰ ਕੀ ਲੈਣੀ। ਇਹ ਵੀ ਸਮਝ ਆਉਂਦੀ ਹੈ ਗੱਲ ਕਿ ਭਾਈ ਤਜਰਬਾਹੀਣ ਸਰਕਾਰ ਹੈ। ਹੁਣ ਇਹਨਾਂ ਸਾਰਿਆਂ ਦਾ ਜਵਾਬ ਕੀ ਦੇਣਾ ਸੀ। ਜਾਖੜ ਸਾਹਿਬ ਬੀਜੇਪੀ ਦੇ ਪ੍ਰਧਾਨ ਨੇ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਅਕਾਲੀ ਦਲ ਦੇ ਪ੍ਰਧਾਨ ਨੇ, ਵੜਿੰਗ ਸਾਹਿਬ ਕਾਂਗਰਸ ਦੇ ਪ੍ਰਧਾਨ ਨੇ। ਟਵੀਟ ਕਰਦੇ ਆ ਮੁੱਖ ਮੰਤਰੀ, ਕਮਾਲ ਦਾ ਟਵੀਟ, ਜਾਣੀ ਲਿਖਣ ਵਾਲੇ ਨੇ ਕਮਾਲ ਕਰ ਦਿੱਤੀ ਆ। ਮੁੱਖ ਮੰਤਰੀ ਸਾਹਿਬ ਨੇ ਉਹਦੇ ਵਿੱਚ ਜਿੱਦਾਂ ਲਿਖਿਆ, ਜਾਣੀ ਇਹ ਗੱਲਾਂ ਹੜ੍ਹ ਦੇ ਵਿੱਚ ਪੀੜਤ ਲੋਕਾਂ ਦੇ ਲਈ ਨਹੀਂ ਹੈਗੀਆਂ, ਇਹ ਸਿਆਸਤ ਹੈ ਤੇ ਸਿਆਸਤ ਚੱਲੀ ਜਾਂਦੀ ਹੈ। ਉਹ ਕਹਿੰਦੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬਚੀ ਖੁਚੀ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪੰਜਾਬ ਕਾਂਗਰਸ ਦੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਜੀ, ਮੈਂ ਅਜੇ ਲੋਕਾਂ ਦੇ ਕੰਮ ਕਰ ਰਿਹਾ, ਮੈਂ ਲੋਕਾਂ 'ਚ ਜਾ ਰਿਹਾ, ਲੋਕਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ, ਮੈਂ ਪਹਿਲਾਂ ਲੋਕਾਂ ਦੀ ਮਦਦ ਕਰ ਲਵਾਂ, ਮੇਰਾ ਕੰਮ ਉਹ ਹੈ। ਉਹਦੇ ਤੋਂ ਬਾਅਦ ਜਦੋਂ ਮੈਂ ਵਿਹਲਾ ਹੋ ਗਿਆ ਤਾਂ ਦੇਖੂੰਗਾ ਕਿ ਸਿਆਸਤ ਆਪਾਂ ਕਿੰਨੀ ਕੁ ਕਦੋਂ ਕਿੱਦਾਂ ਕਰਨੀ ਆ। ਹੁਣ ਤੁਸੀਂ ਦੇਖੋ ਇਹਦੇ ਵਿੱਚ ਤਿੰਨੇ ਹੀ ਪਾਰਟੀਆਂ ਉਹਨਾਂ ਨੇ ਰਗੜੀਆਂ, ਤਿੰਨਾਂ ਪਾਰਟੀਆਂ ਨੇ ਇਹਨਾਂ ਨੂੰ ਰਗੜਿਆ ਸੀ। ਸੰਧਾਲੀਆ ਸਭ ਹੋ ਨਹੀਂ ਸਕਦਾ, ਕੋਈ ਐਸਾ ਟੀਕਾ ਨਹੀਂ ਸਾਇੰਟਿਸਟਾਂ ਨੇ ਬਣਾਇਆ। ਕੋਵਿਡ ਆਇਆ, ਕੋਵਿਡ ਦੀ ਦਵਾਈ ਬਣਾ ਲਈ, ਉਹਦੇ 2-2 3-3 ਟੀਕੇ ਲਾਤੇ, ਕੋਵਿਡ ਤਕਰੀਬਨ ਖਾਤਮੇ ਵਾਲੇ ਪਾਸੇ ਹੈ। ਲੋਕ ਹੱਥਾਂ ਨੂੰ ਹੁਣ ਸੈਨੀਟਾਈਜ਼ ਵੀ ਨਹੀਂ ਕਰਦੇ। ਏਡੀਆਂ ਵੱਡੀਆਂ ਬਿਮਾਰੀਆਂ ਦੇ ਟੀਕੇ ਲੱਭ ਹੈ। ਆ ਸਿਆਸਤਦਾਨਾਂ ਨੂੰ ਕੋਈ ਟੀਕਾ ਟੂਕਾ ਕਰਾਓ ਕਿਤੇ, ਇਹਨਾਂ ਦੇ ਲਈ ਕੋਈ ਲੋਦਾ ਇਹਨਾਂ ਦੇ ਮੋਢਿਆਂ ਦੇ ਉੱਤੇ ਲਵਾਓ ਕਿ ਭਾਈ ਇਦਾਂ ਦੇ ਮੌਕੇ ਦੇ ਉੱਤੇ ਤਾਂ ਨਾ ਇੱਕ ਦੂਜੇ ਦੇ ਪਿੱਛੇ ਪਾਓ। ਲੈ ਹੈ ਉਹ ਗੱਲ, ਇਹਦੇ ਤੁਸੀਂ ਉਹ ਗੱਲ ਕਰ ਦਿੰਦੇ ਵੀ ਪਿੰਡ 'ਚ ਜੇ ਮੰਨ ਲਓ ਕਿਸੇ ਨੇ ਗੱਡੀ ਰੱਖੀ ਆ ਤੇ ਉਹ ਕਹਿੰਦਾ ਵੀ ਵੈਸੇ ਖੁਸ਼ੀ ਗਮੀ ਤੇ ਮੈਨੂੰ ਪਤਾ ਨਹੀਂ ਮਕਾਣੇ ਜ਼ਰੂਰ ਲੈ ਜਾਂਦੇ ਆ, ਤੇ ਅਗਲਿਆਂ ਦਾ ਕਿਤੇ ਮਰਗ ਹੋਈ ਹੋਵੇ ਤੇ ਉਹ ਆਖਣ ਤੁਸੀਂ ਮੇਰੀ ਗੱਡੀ ਕਿਰਾਏ ਤੇ ਕਰਦੇ ਕਿਉਂ ਨਹੀਂ, ਇਹ ਤੇ ਰੱਖੀ ਇਸੇ ਕੰਮ ਨੂੰ। ਤੁਸੀਂ ਵੀ ਉਹ ਗੱਲਾਂ ਕਰਦੇ ਆ ਵੀ ਇਹ ਲੀਡਰ ਸਿਆਸਤ ਨਹੀਂ ਕਰਨਗੇ, ਉਹ ਵੀ ਇਹੋ ਜਿਹੇ ਮੌਕੇ ਦੇ ਉੱਪਰ, ਤੇ ਹੋਰ ਉਹਨਾਂ ਨੇ ਕਿਤੇ ਰਗੜ ਕੇ ਫੋੜੇ ਤੇ ਲਾਉਣਾ ਥੋੜਾ ਇਹੋ ਜਿਹਾ ਕੰਮ। ਇਹ ਕਰਕੇ ਉਹਨਾਂ ਨੂੰ ਤੁਸੀਂ ਸਿਆਸਤ ਕਰਨ ਦਿਓ। ਪਰ ਗੱਲਾਂ ਇਹ ਤੁਸੀਂ ਸਾਰੀਆਂ ਜਿਹੜੀਆਂ ਛੇੜ ਲਈਆਂ, ਮੈਨੂੰ ਲੱਗਦਾ ਇੱਕ ਇੱਕ ਕਰਕੇ ਆਪਾਂ ਹੋਰ ਇਲੈਬੋਰੇਟ ਕਰ ਲੈਂਦੇ ਆ। ਹੁਣ ਜਾਖੜ ਸਾਹਿਬ ਨੇ ਜਿਹੜੀ ਗੱਲ ਛੇੜੀ ਆ, ਉਹ ਇੱਕ ਗੱਲੋਂ ਤੇ ਜਾਪਦਾ ਵੀ ਕੇਂਦਰ ਵਾਲੇ ਪਾਸੇ ਜਿਹੜਾ ਪਿਛਲੇ ਦਿਨੀ ਪੰਜਾਬ ਸਰਕਾਰ ਨੇ ਬੜਾ ਉਲਾਂਭਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਮੀਡੀਆ 'ਚ ਵੀ ਆਈ, ਚਰਚਾ 'ਚ ਵੀ ਗੱਲ ਚੱਲੀ ਕਿ ਕੇਂਦਰ ਸਰਕਾਰ ਪੈਸੇ ਨਹੀਂ ਦਿੰਦੀ ਜੀ, ਬਹੁਤ ਸਾਰੀਆਂ ਚੀਜ਼ਾਂ ਦੇ ਸਕੀਮਾਂ ਦੇ ਪੈਸੇ ਰੋਕੇ ਨੇ। ਕੋਈ ਭਾਵੇਂ ਉਹ ਰੂਰਲ ਡਿਵੈਲਪਮੈਂਟ ਫੰਡ ਹੋਵੇ ਜਾਂ ਹੋਰ GST ਦਾ ਪੈਸਾ ਹੋਵੇ ਜਾਂ ਕੋਈ ਹੈਲਥ ਮਿਸ਼ਨ ਨਾਲ ਰਿਲੇਟਡ ਪੈਸੇ ਨੇ ਉਹ ਨਹੀਂ ਦਿੱਤੇ ਜੀ। ਜਾਂ ਚੀਮਾ ਸਾਹਿਬ ਪਿਛਲੇ ਦਿਨ ਇਲਜ਼ਾਮ ਲਾਉਂਦੇ ਸੀ ਵੀ ਜਿੰਨੀ ਟੈਕਸ ਦੀ ਉਗਰਾਹੀ ਹੁੰਦੀ ਉਹਦਾ ਬਣਦਾ ਹਿੱਸਾ ਮੈਨੂੰ ਮੌਕੇ ਤੇ ਦੇ ਦਿਓ ਜੀ, ਉਦੋਂ ਬਾਅਦ ਅਸੀਂ ਪੈਸਿਆਂ ਦਾ ਕੀ ਕਰਨਾ। ਉਹ ਸ਼ਾਇਦ ਉਸ ਉਲਾਂਭੇ ਨੂੰ ਲਾਉਣ ਦਾ ਕਰਕੇ ਵੀ ਜਾਖੜ ਸਾਹਿਬ ਨੇ ਹੁਣ ਇਹ ਗੱਲ ਛੇੜੀ ਹੋਣੀ ਆ ਵੀ ਕੇਂਦਰ ਸਰਕਾਰ ਜਦੋਂ ਪੈਸੇ ਦਿੰਦੀ ਹੈ ਤੇ ਉਹ ਪੈਸੇ ਤੁਸੀਂ ਵਰਤਾਓ ਜੀ। ਹਾਲਾਂਕਿ ਉਹਨਾਂ ਨੇ ਸ਼ਬਦ ਉੱਥੇ ਇਹ ਵਰਤਿਆ, ਉਹ ਕਹਿੰਦੇ ਜਿਹੜਾ ਫੋਟੋ ਸ਼ੂਟ ਇਸ ਵਕਤ ਕਰਵਾਇਆ ਜਾ ਰਿਹਾ, ਇਹ ਉਹਨਾਂ ਨੇ ਭਗਵੰਤ ਮਾਨ ਸਾਹਿਬ ਦੇ ਉੱਪਰ ਇੱਕ ਤਰ੍ਹਾਂ ਨਾਲ ਇਸ਼ਾਰਾ ਕੀਤਾ ਕਿ ਫੋਟੋ ਸ਼ੂਟ ਦੇ ਉੱਪਰ ਤੁਸੀਂ ਟਾਈਮ ਨਾ ਲਾਓ, ਤੁਸੀਂ ਪੈਸੇ ਵੰਡੋ ਲੋਕਾਂ ਦੇ ਵਿੱਚ। ਪਾਣੀਆਂ ਦੇ ਵਿੱਚ ਇੱਦਾਂ ਜਾ ਕੇ ਕੱਪੜੇ ਗਿੱਲੇ ਕਰਕੇ ਮਿਲਣ ਨਾਲ ਕੁਝ ਨਹੀਂ ਹੋਣਾ, ਉਹਨਾਂ ਨੂੰ ਪੈਸੇ ਦੇਣ ਨਾਲ ਸਾਰਾ ਕੁਝ ਹੋਣਾ। ਇੱਕ ਗੱਲ ਹੁਣ ਇਹ ਵੀ ਕੀਤੀ, ਉਹ ਕਹਿੰਦੇ ਵੀ ਜਿਹੜੇ ਖਾਸ ਕਰਕੇ ਸਰਹੱਦੀ ਜ਼ਿਲ੍ਹੇ ਨੇ, ਮੰਨ ਲਓ ਫਿਰੋਜ਼ਪੁਰ ਹੋ ਗਿਆ, ਪਰ ਆਪਾਂ ਉੱਧਰ ਫਾਜ਼ਿਲਕਾ ਚਲੇ ਗਏ ਜਾਂ ਇੱਧਰ ਅੰਮ੍ਰਿਤਸਰ ਚਲੇ ਗਏ ਜਾਂ ਗੁਰਦਾਸਪੁਰ ਵਾਲੇ ਪਾਸੇ ਚਲੇ ਗਏ, ਉਹ ਕਹਿੰਦੇ ਉੱਥੇ ਬਹੁਤ ਸਾਰਾ ਏਰੀਆ, ਜਿਨ੍ਹਾਂ ਏਰੀਏਜ਼ ਦੇ ਉੱਪਰ ਜਿਹੜੇ ਲੋਕ ਨੇ ਉਹ ਖੇਤੀ ਜ਼ਰੂਰ ਕਰਦੇ ਆ, ਪਰ ਉਹਨਾਂ ਦੀਆਂ ਕੋਈ ਜ਼ਮੀਨਾਂ, ਉਹਨਾਂ ਦੇ ਨਾਂ ਦੇ ਉੱਪਰ ਕੋਈ ਫਰਦਾਂ, ਕੋਈ ਗਰਦੌਰੀਆਂ ਉਹ ਤਾਂ ਹੈ ਨਹੀਂ। ਤੇ ਜੇ ਹੁਣ ਫਰਦਾਂ ਗਰਦੌਰੀਆਂ ਉੱਧਰ ਲੱਭਦੇ ਰਹੇ ਤੇ ਫਿਰ ਤਾਂ ਕਿਸੇ ਨੂੰ ਮੁਆਵਜ਼ਾ ਮਿਲਣਾ ਨਹੀਂ। ਇਸ ਕਰਕੇ ਸਰਕਾਰ ਨੂੰ ਚਾਹੀਦਾ ਵੀ ਇਮੀਡੀਏਟ ਜਿਹੜੀ ਰਾਸ਼ੀ ਕੇਂਦਰ ਸਰਕਾਰ ਨੇ ਘੱਲੀ ਆ, ਉਸ ਰਾਸ਼ੀ ਦਾ ਪੈਸਾ ਜਿਹੜਾ ਉਹ ਉਹਨਾਂ ਨੂੰ ਉਸੇ ਵੇਲੇ ਵੰਡਿਆ ਜਾਵੇ। ਹੁਣ ਜਿੱਦਾਂ ਜਾਖੜ ਸਾਹਿਬ ਕਹਿੰਦੇ ਆ, ਇਹ ਚੀਜ਼ ਟੈਕਨੀਕਲੀ ਕਿੱਦਾਂ ਪੋਸੀਬਲ ਹੋਊਗੀ ਵੀ ਜੇ ਮੰਨ ਲਓ ਬੰਦੇ ਬਾਰੇ ਪਤਾ ਹੀ ਨਹੀਂ ਵੀ ਉਹ ਮਾਲਕ ਹੈ ਕਿ ਨਹੀਂ ਹੈ, ਉਹਦੇ ਨਾਂ 'ਤੇ ਕੋਈ ਕਾਗਜ਼ ਹੀ ਨਹੀਂ, ਪੈਸਾ ਪਿੱਛੋਂ ਕੇਂਦਰ ਸਰਕਾਰ ਨੇ ਕਿਹੜੇ ਨਾਂ ਦੇ ਉੱਪਰ ਭੇਜਿਆ ਤੇ ਕੇਂਦਰ ਸਰਕਾਰ ਦਾ ਉਹ ਪੈਸਾ ਪੰਜਾਬ ਸਰਕਾਰ ਗਾਂਹ ਕਿੱਦਾਂ ਦੇ ਦਊਗੀ, ਇਹ ਚੀਜ਼ ਉਹਨਾਂ ਸਮਝਾਈ ਨਹੀਂ। ਹਾਲਾਂਕਿ ਇਸ ਚੀਜ਼ ਨੂੰ ਲੈ ਕੇ ਉੱਥੇ ਰੌਲਾ ਵੀ ਪਿਆ ਸੀਗਾ। ਮੇਰਾ ਖਿਆਲ ਜੇ ਤੁਸੀਂ ਇੱਕ ਵੀਡੀਓ ਦੇਖੀ ਹੋਵੇ ਤੇ ਇੱਕ ਬੰਦਾ ਕਾਫੀ ਗਰਮ ਗੁੱਸੇ ਸੀਗਾ, ਕਿਉਂਕਿ ਜਦੋਂ 2-3 ਦਿਨ ਲੇਟ ਗਏ ਨੇ ਆਪਣੇ ਹਲਕੇ 'ਚ ਹੀ ਜਾਖੜ ਸਾਹਿਬ, ਤੇ ਉਹ ਬੰਦਾ ਇਸੇ ਚੀਜ਼ ਦਾ ਰੰਜ ਕਰ ਰਿਹਾ ਸੀ ਵੀ ਹੁਣ ਤੁਹਾਨੂੰ ਚੇਤਾ ਆ ਗਿਆ ਸਾਡਾ ਇੰਨੇ ਦਿਨਾਂ ਬਾਅਦ। ਦੇਖੋ ਸੰਧਾਲੀਆ ਸਾਹਿਬ, ਜੇ ਕੇਂਦਰ ਨੇ ਪੈਸੇ ਦਿੱਤੇ ਆ, ਪੰਜਾਬ ਸਰਕਾਰ ਚੰਗੇ ਤਰੀਕੇ, ਦਰੁਸਤ ਤਰੀਕੇ ਖਰਚੇ, ਅਸੀਂ ਇਸ ਗੱਲ ਦੀ ਆਸ ਉਮੀਦ ਉਹਨਾਂ ਤੋਂ ਕਰਦੇ ਹਾਂ। ਵਿਰੋਧੀ ਧਿਰ ਦਾ ਕੰਮ ਸਵਾਲ ਕਰਨਾ ਹੁੰਦਾ, ਜਾਖੜ ਸਾਹਿਬ ਨੇ ਸਵਾਲ ਕੀਤਾ ਤਾਂ ਠੀਕ ਕੀਤਾ। ਦੂਸਰੇ ਪਾਸੇ ਭਗਵੰਤ ਮਾਨ ਸਾਹਿਬ ਦਾ ਜਵਾਬ ਕੀ ਸੀ? ਉਹ ਕਹਿੰਦੇ 10 ਜੁਲਾਈ ਨੂੰ ਪੈਸੇ ਆਏ, ਪੈਕੇਜ ਆਇਆ, 12 ਤਰੀਕ ਨੂੰ ਹਿਸਾਬ ਮੰਗਣ ਲੱਗ ਪਿਆ। ਉਹ ਕਹਿੰਦੇ 2 ਦਿਨਾਂ ਦੇ ਵਿੱਚ ਤੁਸੀਂ ਦੱਸੋ ਕਿਹੜਾ ਵਰਤੋਂ ਸਰਟੀਫਿਕੇਟ ਇਹਨਾਂ ਨੂੰ ਦੇ ਦਈਏ। 2 ਦਿਨਾਂ ਦੇ ਵਿੱਚ ਕਿ 10 ਨੂੰ ਪੈਸੇ ਆਏ ਆ, 11 ਤੇ 12 2 ਦਿਨ ਲੰਘੇ ਆ, 2 ਦਿਨਾਂ ਦੇ ਵਿੱਚ ਕਿੱਥੇ ਪੈਸਾ ਅਸੀਂ ਵੰਡ ਦਿੱਤਾ, ਕਿੱਥੇ ਖਰਚ ਦਿੱਤਾ, ਕਿਹੜਾ ਪੈਸਾ ਲੱਗ ਗਿਆ, ਕਿਹੜਾ ਅਸੀਂ ਵਰਤੋਂ ਸਰਟੀਫਿਕੇਟ ਦੇ ਦਈਏ। ਉਹ ਕਹਿੰਦੇ ਕੇਂਦਰ ਨੇ ਵੀ ਅਜੇ ਇਹਦਾ ਵਰਤੋਂ ਸਰਟੀਫਿਕੇਟ ਨਹੀਂ ਮੰਗਿਆ, ਕੇਂਦਰ ਨੂੰ ਵੀ ਪਤਾ ਕਿ ਐਮਰਜੈਂਸੀ ਹੈ। ਦੇਖੋ ਸੰਧਾਲੀਆ ਸਾਹਿਬ, ਲੋਕਾਂ ਦੇ ਪੱਖ ਤੋਂ, ਮੈਂ ਲੀਡਰਾਂ ਦੇ ਪੱਖ ਤੋਂ ਨਹੀਂ ਗੱਲ ਕਰਦਾ, ਠੀਕ ਹੈ ਭਗਵੰਤ ਮਾਨ ਸਾਹਿਬ ਜਾ ਰਹੇ ਨੇ,
ਖੇਤਾਂ 'ਚ ਜਾ ਰਹੇ ਆ, ਪਜਾਮੇ ਟੰਗ ਕੇ ਜਾ ਰਹੇ ਆ, ਲੋਕਾਂ ਦੇ ਨਾਲ ਉਹਨਾਂ ਦਾ ਡਿਸਟੈਂਸ, ਉਹਨਾਂ ਦੀ ਵਿੱਥ ਖਤਮ ਹੋ ਗਈ ਹੈ। ਇਹ ਗੱਲ ਬਿਲਕੁਲ ਠੀਕ ਹੈ। ਸਾਰਾ ਕੁਝ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਕਿ ਮੁੱਖ ਮੰਤਰੀ ਤੇ ਆਮ ਲੋਕਾਂ ਦੇ ਵਿਚਾਲੇ ਉਹਨਾਂ ਨੇ ਵਿੱਥ ਖਤਮ ਕਰ ਦਿੱਤੀ, ਆਪ ਤੁਰ ਰਹੇ ਆ, ਚੰਗੀ ਗੱਲ ਹੈ। ਪਰ ਹੁਣ ਪੈਸੇ ਕਿਸੇ ਪਾਸਿਓਂ ਵੀ ਆਏ, ਚਾਹੇ ਪੰਜਾਬ ਸਰਕਾਰ ਪ੍ਰਬੰਧ ਕਰੇ, ਚਾਹੇ ਐਨਜੀਓਜ਼ ਪ੍ਰਬੰਧ ਕਰਨ, ਚਾਹੇ ਕੇਂਦਰ ਪੈਸੇ ਦਾ ਪ੍ਰਬੰਧ ਕਰੇ, 4 ਹਿੱਸਿਆਂ ਦੇ ਵਿੱਚ ਕੰਮ ਨੂੰ ਵੰਡਣਾ ਪਊਗਾ। ਪਹਿਲੀ ਗੱਲ ਕਿ ਜਿਹੜੇ ਇਲਾਕਿਆਂ ਦੇ ਵਿੱਚ ਲੋਕ, ਕਿਉਂਕਿ ਇੱਕ ਬਜ਼ੁਰਗ ਦੀ ਵੀਡੀਓ ਤੁਸੀਂ ਦੇਖੀ ਸੀ ਨਾ, ਬੜੀ ਤੇਜ਼ ਪਾਣੀ ਚੱਲਦਾ, ਬਜ਼ੁਰਗ ਦੇ ਗਲ ਪਾਣੀ ਤੇ ਇੱਕ ਦਰਖਤ ਨੂੰ ਫੜ ਕੇ ਪਾਣੀ ਦੇ ਵਿਚਾਲੇ ਖੜਾ ਸੀ, ਦਰਖਤ ਨੇ ਬਚਾਇਆ ਸੀ ਉਹਨੂੰ। ਫਿਰ ਐਨਡੀਆਰਐਫ ਦੀਆਂ ਟੀਮਾਂ, ਪੁਲਿਸ ਦੀਆਂ ਟੀਮਾਂ ਗਈਆਂ ਤਾਂ ਬਜ਼ੁਰਗ ਨੂੰ ਬਚਾ ਕੇ ਲਿਆਈਆਂ। ਇਸੇ ਤਰੀਕੇ ਬਹੁਤ ਸਾਰੇ ਪਸ਼ੂ ਨੇ ਜਿਨ੍ਹਾਂ ਨੂੰ ਇਸ ਵੇਲੇ ਬਚਾਉਣ ਦੀ ਲੋੜ ਹੈ। ਕਈ ਇਲਾਕਿਆਂ ਦੇ ਵਿੱਚ ਪਾਣੀ ਅਜੇ ਵੀ ਭਰਿਆ ਹੋਇਆ। ਸਭ ਤੋਂ ਪਹਿਲਾਂ ਮਨੁੱਖੀ ਜਾਨਾਂ, ਫਿਰ ਪਸ਼ੂ ਜਾਨਾਂ ਬਚਾਈਆਂ ਜਾਣ। ਉਹਦੇ ਉੱਤੇ ਜਿੰਨੇ ਰੁਪਈਏ ਧੇਲੇ ਲੱਗਦੇ ਆ, ਜਿੰਨੀ ਮਨੁੱਖੀ ਤਾਕਤ ਲੱਗਦੀ ਆ, ਲਾਉਣੀ ਚਾਹੀਦੀ ਹੈ। ਦੂਸਰੇ ਨੰਬਰ ਦੇ ਉੱਤੇ ਉਹਦੇ ਤੋਂ ਬਾਅਦ ਜਿਹੜੇ ਬਚ ਗਏ ਆ, ਉਹਨਾਂ ਦਾ ਰੋਟੀ ਟੁੱਕ, ਉਹਨਾਂ 'ਚੋਂ ਕੋਈ ਜ਼ਖਮੀ ਹੈ, ਉਹਨਾਂ ਦਾ ਦਵਾ ਦਾਰੂ, ਉਹਦੇ ਵਿੱਚੋਂ ਕੋਈ ਬਿਮਾਰ ਹੈ, ਉਹਦਾ ਦਵਾ ਦਾਰੂ, ਉਹ ਸਾਰਾ ਕੁਝ ਦਰੁਸਤ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਤੋਂ ਬਾਅਦ ਤੀਸਰੇ ਸਟੈਪ ਦੇ ਉੱਤੇ ਆਉਂਦਾ ਹੈ ਮੁੜ ਵਸੇਵਾ। ਜਿਨ੍ਹਾਂ ਦੇ ਘਰਾਂ 'ਚ ਪਾਣੀ ਫਿਰ ਗਿਆ, ਜਿਨ੍ਹਾਂ ਸਕੂਲਾਂ ਦੇ ਵਿੱਚ ਦੀ ਪਾਣੀ ਲੰਘ ਗਿਆ, ਜਿਨ੍ਹਾਂ ਦੀਆਂ ਫਸਲਾਂ ਤਬਾਹ ਹੋ ਗਈਆਂ, ਜਿਨ੍ਹਾਂ ਦੀਆਂ ਦੁਕਾਨਾਂ ਦੇ ਪੱਲੇ ਕੱਖ ਨਹੀਂ ਰਿਹਾ, ਕਿਉਂਕਿ ਬੰਦੇ ਨੇ ਮੁੜ ਕੇ ਕੰਮ ਕਰਕੇ ਰੋਟੀ ਖਾਣੀ ਹੈ। ਕੰਮ ਹੈ ਕਿੱਥੇ? ਅੱਜ ਦਿਹਾੜੀਦਾਰ ਮਜ਼ਦੂਰ ਦਾ ਕੰਮ ਕਿੱਥੇ ਹੈ? ਜਿਹੜੇ ਖੇਤ ਦੇ ਵਿੱਚ 4 ਮਹੀਨੇ ਅਗਲੇ ਦੀ ਫਸਲ ਤਬਾਹ ਹੋ ਗਈ, ਖੇਤ ਦੇ ਝੋਨੇ ਦੇ ਵਿੱਚੋਂ ਮਜ਼ਦੂਰ ਨੇ ਕੱਖ ਕੱਢਣਾ ਸੀ, ਪੈਸੇ ਕਮਾਉਣੇ ਸੀ, ਬੰਨੇ ਵੱਢਣੇ ਸੀ, ਪੈਸੇ ਕਮਾਉਣੇ ਸੀ, ਢੋਲ ਪਿੱਛੇ ਪਿੱਠ ਦੇ ਉੱਤੇ ਲਾ ਕੇ ਦਵਾਈ ਛਿੜਕਣੀ ਸੀ, ਪੈਸੇ ਕਮਾਉਣੇ ਸੀ, ਫਿਰ ਝੋਨਾ ਵੱਢਣਾ ਸੀ, ਝੋਨਾ ਝਾੜਨਾ ਸੀ, ਪੈਸੇ ਕਮਾਉਣੇ ਸੀ, ਫਿਰ ਉਹ ਝੋਨਾ ਮੰਡੀ 'ਚ ਲੈ ਕੇ ਜਾਣਾ ਸੀ, ਪੈਸੇ ਕਮਾਉਣੇ ਸੀ। ਝੋਨਾ ਤਾਂ ਰਿਹਾ ਹੀ ਨਹੀਂ ਪੰਜਾਬ ਦੇ ਬਹੁਤ ਸਾਰੇ ਖੇਤਾਂ ਦੇ ਵਿੱਚ, ਤੇ ਜਦੋਂ ਬਹੁਤ ਸਾਰੇ ਖੇਤਾਂ ਦੇ ਵਿੱਚ ਝੋਨਾ ਨਹੀਂ ਰਿਹਾ ਤਾਂ ਇਹ ਆਪਣੇ ਆਪ ਦੇ ਵਿੱਚ ਬੜੀ ਇੰਪੋਰਟੈਂਟ ਜਿਹੜੀ ਉਹ ਚੀਜ਼ ਬਣ ਜਾਂਦੀ ਹੈ ਕਿ ਜਦੋਂ ਝੋਨਾ ਉੱਥੇ ਰਿਹਾ ਹੀ ਨਹੀਂ ਤਾਂ ਇਹ ਮਜ਼ਦੂਰ ਫਿਰ ਉੱਥੇ ਕਰਨਗੇ ਕੀ? ਉਹ ਕੰਮਕਾਰ ਕਿਵੇਂ ਚਲਾਉਣਗੇ? ਉਹ ਆਪਣੇ ਘਰ ਦੀ ਰੋਟੀ ਪਾਣੀ ਕਿਵੇਂ ਚਲਾਉਣਗੇ? ਕਿਉਂਕਿ ਇਹ ਗੱਲ ਧਿਆਨ ਦੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ। ਸੰਧਾਲੀਆ ਸਾਹਿਬ, ਕਿਸਾਨ ਨੇ ਖੇਤ ਦੇ ਉੱਤੇ ਇਨਵੈਸਟਮੈਂਟ ਕੀਤੀ, ਕਿਸਾਨ ਨੇ ਖੇਤ ਦੇ ਉੱਤੇ ਪੈਸਾ ਟਕਾ ਲਾਇਆ। ਜਦੋਂ ਇਨਵੈਸਟਮੈਂਟ ਕੀਤੀ, ਪੈਸਾ ਟਕਾ ਲਾਇਆ, ਉਹਨੂੰ ਪੈਸਾ ਟਕਾ ਕੁਝ ਹੱਦ ਤੱਕ ਮਿਲ ਜਾਊਗਾ, ਉਹ ਦੁਬਾਰਾ ਉਧਰਲੇ ਪਾਸੇ ਨੂੰ ਜਿਹੜਾ ਉਹ ਤੁਰ ਜਾਊਗਾ। ਪਰ ਮਜ਼ਦੂਰ ਦੇ ਨਾਂ ਤੇ ਕੁਝ ਨਹੀਂ, ਮਜ਼ਦੂਰ ਤਾਂ ਰਜਿਸਟਰਡ ਨਹੀਂ, ਮਜ਼ਦੂਰ ਤਾਂ ਕਿਤੇ ਦਰਜ ਨਹੀਂ ਹੈ। ਸਾਨੂੰ ਉਹਦਾ ਨਾਲ ਨਾਲ ਤੀਸਰੇ ਪੱਧਰ ਤੇ ਖਿਆਲ ਰੱਖਣਾ ਪਊਗਾ। ਤੇ ਜੇ ਸੰਧਾਲੀਆ ਸਾਹਿਬ ਚੌਥਾ ਕੰਮ ਮਿਸ ਕਰ ਗਏ, ਮੈਂ ਜਾਖੜ ਸਾਹਿਬ ਨੂੰ, ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ, ਰਾਜਾ ਵੜਿੰਗ ਸਾਹਿਬ ਨੂੰ ਤੇ ਸਭ ਤੋਂ ਵੱਧ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕਰਦਾ ਕਿ ਚੌਥਾ ਸਟੈਪ ਅੱਜ ਤੱਕ ਕਿਸੇ ਕੀਤਾ ਨਹੀਂ, ਤੁਸੀਂ ਕਰਿਓ। ਤੇ ਵਿਰੋਧੀ ਧਿਰਾਂ ਇਹਨਾਂ ਤੇ ਪ੍ਰੈਸ਼ਰ ਪਾਉਣ, ਵਿਰੋਧੀ ਧਿਰਾਂ ਇਹਨਾਂ ਦੇ ਉੱਤੇ ਦਬਾਅ ਪਾਉਣ ਕਿ ਭਾਈ ਤੁਸੀਂ ਇਹ ਚੌਥਾ ਸਟੈਪ ਕਰਨਾ ਜ਼ਰੂਰ ਹੈ। ਉਹ ਹੈਗਾ ਕਿ ਇਹਦੇ ਕਾਰਨ ਲੱਭਿਓ। ਕੀ ਗੈਰ ਕਾਨੂੰਨੀ ਉਸਾਰੀਆਂ ਦੇ ਕਰਕੇ ਬਹੁਤੀ ਤਬਾਹੀ ਹੋਈ ਹੈ? ਕੀ ਡਰੇਨਾਂ ਤੇ ਨਾਲਿਆਂ ਦੀ ਪੂਰੀ ਸਫਾਈ ਨਾ ਹੋਣ ਕਰਕੇ ਤਬਾਹੀ ਹੋਈ ਹੈ? ਯਾਨੀ ਤਬਾਹੀ ਦਾ ਕਾਰਨ ਕੀ ਹੈ? ਕਿ ਅਸੀਂ ਬੰਦ ਚੰਗੇ ਤਰੀਕੇ ਕਰਨੇ ਆ ਜਾਂ ਪਾਣੀ ਦਾ ਕੁਦਰਤੀ ਵਹਾਅ ਰੋਕ ਦਿੱਤਾ ਗਿਆ? ਯਾਨੀ ਕਹਾਣੀ ਕਿੱਥੇ ਖੜੀ ਹੈ? ਭਲਕ ਨੂੰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੋਣ ਜਾਂ ਇਹਨਾਂ ਤਿੰਨਾਂ ਲੀਡਰਾਂ ਦੇ ਵਿੱਚੋਂ ਕੋਈ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ, ਕੋਈ ਬਣ ਜਾਏ, ਇਹ ਤਬਾਹੀ ਦੁਬਾਰਾ ਨਹੀਂ ਹੋਣੀ ਚਾਹੀਦੀ। ਇਹ ਮਨੁੱਖੀ ਤਬਾਹੀ ਹੈ ਬਹੁਤੀ। ਠੀਕ ਹੈ, ਕੁਦਰਤ ਦੇ ਕਰਕੇ ਮੀਂਹ ਪਿਆ, ਪਰ ਇਹਦੇ ਬਾਵਜੂਦ ਵੀ ਬਹੁਤੀਆਂ ਗਲਤੀਆਂ ਮਨੁੱਖੀ ਨੇ। ਤੇ ਅਸੀਂ ਨਾ ਮੌਜੂਦਾ ਸਰਕਾਰ ਦਾ ਕਸੂਰ ਕੱਢਦੇ ਤੇ ਨਾ ਪਿਛਲਿਆਂ ਦਾ। ਸਿਰਫ ਅਸੀਂ ਹੱਥ ਜੋੜ ਕੇ ਇਹਨਾਂ ਦੇ ਅੱਗੇ ਬੇਨਤੀ ਕਰਦੇ ਹਾਂ, ਹੁਣ ਟਵੀਟਾਂ ਦੀ ਲੜਾਈ ਨਾ ਲੜੋ, ਹੁਣ ਪ੍ਰਸ਼ਾਦੇ ਇੱਕ ਦੂਜੇ ਦੇ ਗਿੱਟੇ ਛਿਲ ਕੇ ਵੰਡਣ ਦੀ ਲੜਾਈ ਨਾ ਬਣੋ। ਹੁਣ ਸਿਰਫ ਤੇ ਸਿਰਫ ਲੋਕਾਂ ਨੂੰ ਮੌਜੂਦਾ ਰਾਹਤ ਦਿਓ। ਅੱਗੇ ਤੋਂ ਇਸ ਸਥਿਤੀ ਦੇ ਵਿੱਚ ਪੰਜਾਬ ਦੇ ਲੋਕ ਜਾਣ ਨਾ, ਉਹਦੇ ਤੋਂ ਬਚਾਉਣ ਦੇ ਲਈ ਕੰਮ ਕਰੋ। ਇਹ ਚਾਹੀਦਾ ਇਦਾਂ ਬਾਠ ਸਾਹਿਬ, ਜਿੱਦਾਂ ਤੁਸੀਂ ਗੱਲਾਂ ਕੀਤੀਆਂ ਸਾਰੀਆਂ ਗੱਲਾਂ ਸਿਆਣੀਆਂ, ਪਰ ਕਾਰਨ ਇਹ ਆ ਵੀ ਸਿਆਸਤ ਨਾ ਇਦਾਂ ਚੱਲਦੀ ਆ, ਨਾ ਇਦਾਂ ਰੋਟੀਆਂ ਮਿਲਦੀਆਂ, ਨਾ ਇਦਾਂ ਗੱਡੀਆਂ ਚੱਲਦੀਆਂ, ਨਾ ਇਦਾਂ ਕੁਰਸੀਆਂ ਖੋਹੀਆਂ ਜਾਂਦੀਆਂ ਤੇ ਨਾ ਕੁਰਸੀਆਂ ਦੇ ਉੱਪਰ ਬੈਠਾ ਹੀ ਜਾਂਦਾ। ਇਸ ਕਰਕੇ ਸਿਆਸਤ ਆ ਕਰਨੀ। ਅੱਛਾ, ਹੁਣ ਸਿਆਸਤ ਦੀ ਗੱਲ ਦੱਸੀਏ ਤੇ ਰਾਜਾ ਵੜਿੰਗ ਸਾਹਿਬ ਵੈਸੇ ਜਿਉਂ ਉਹਨਾਂ ਨੇ ਗੁਲਾਬੀ ਪੱਗ ਤੇ ਨਾਲ ਗੁਲਾਬੀ ਜਿਹਾ ਝੱਗਾ ਪਾ ਕੇ, ਮੇਰਾ ਖਿਆਲ ਕੱਲ ਸਾਰਾ ਦਿਨ ਉਹ ਜਿਵੇਂ ਪਾਣੀ 'ਚ ਫਿਰਦੇ ਰਹੇ ਤੇ ਉਸ ਤੋਂ ਬਾਅਦ ਥੋੜ੍ਹੇ ਚਿਰ ਬਾਅਦ ਉਹ ਲਾਈਵ ਵੀ ਹੁੰਦੇ ਸੀ, ਕਹਿੰਦੇ ਮੈਂ ਕੋਈ ਗੱਲ ਨਹੀਂ ਇੱਥੇ ਹੀ ਆ, ਤੁਹਾਡੇ 'ਚ ਹੀ ਬੈਠਾ, ਪਰਵਾਹ ਨਾ ਕਰਿਓ। ਉਹਦੇ ਤੋਂ ਜਾਪਦਾ ਤੇ ਹੈ ਕਿ ਵੀ ਹਰੇਕ ਬੰਦੇ ਨੂੰ ਇਹ ਗੱਲ ਲੱਗਦੀ ਹੈ ਵੀ ਜੇ ਅੱਜ ਲੋਕਾਂ 'ਚ ਨਾ ਗਏ ਤੇ ਕੱਲ੍ਹ ਨੂੰ ਲੋਕਾਂ 'ਚ ਕੱਟੇ ਜਾਵਾਂਗੇ। ਉੱਥੇ ਇੱਕ ਮੈਂ ਵੀਡੀਓ 'ਚ ਦੇਖ ਰਿਹਾ ਸੀ ਅੰਦਾਜ਼ਾ, ਜਿਹੜੀ ਗੱਲ ਤੁਸੀਂ ਆ ਕਹੀ ਨਾ ਕਿ ਵੀ ਅਸਲ ਕਾਰਨ ਕੀ ਹੈ, ਮੈਨੂੰ ਲੱਗਦਾ ਵੀ ਕਾਰਨ ਕਿਤੇ ਨਾ ਕਿਤੇ ਸਿਆਸੀ ਵੀ ਹੈਗਾ। ਤੇ ਕਾਰਨ ਜਦੋਂ ਆਪਾਂ ਕਿਤੇ ਨਾ ਕਿਤੇ ਕਾਗਜ਼ਾਂ 'ਤੇ ਲੀਕ ਵਾਹ ਲੈਂਦੇ ਹਾਂ ਨਾ ਵੀ ਆਹ ਹਲਕਾ ਦੂਜੇ ਦਾ, ਆਹ ਤਹਿਸੀਲ ਦੂਜੀ, ਆਹ ਜ਼ਿਲ੍ਹਾ ਦੂਜਾ, ਆਹ ਸਟੇਟ ਦੂਜੀ, ਉਦੋਂ ਇਹ ਭੁੱਲ ਜਾਂਦੇ ਹਾਂ ਵੀ ਯਾਰ ਉਹਦੇ ਆਰ ਪਾਰ ਜਿਹੜੇ ਲੋਕ ਵਸਦੇ ਨੇ ਉਹ ਤਾਂ ਇਸੇ ਮੁਲਕ ਦੇ ਨੇ ਨਾ, ਉਹ ਤਾਂ ਇਸੇ ਹੱਡ ਮਾਸ ਦੇ ਬਣੇ ਨੇ, ਉਹ ਕੋਈ ਵੱਖਰੇ ਥੋੜ੍ਹਾ। ਹੁਣ ਇੱਕ ਜਗ੍ਹਾ ਇੱਕ ਵੀਡੀਓ ਤੁਸੀਂ ਦੇਖੀ ਹੋਣੀ ਆ ਵੀ ਇੱਕ ਅਫਸਰ ਹਰਿਆਣੇ ਦੇ,
ਉਹ ਇਸ ਚੀਜ਼ ਦੇ ਉੱਪਰ ਬਹਿਸ ਕਰ ਰਿਹਾ ਵੀ ਆਹ ਜਿਹੜਾ ਬੰਨ੍ਹ ਆ ਜੀ, ਇਸ ਬੰਨ੍ਹ ਤੇ ਤੁਹਾਡੀ ਪੰਜਾਬ ਪੁਲਿਸ ਬੈਠੀ ਆ, ਇਹਨੂੰ ਚੱਕ ਲਓ ਜੀ, ਇਹਨੂੰ ਉਠਾ ਲਓ ਜੀ, ਇਹਨੂੰ ਪਿੱਛੇ ਲੈ ਜਾਓ ਜੀ। ਇਹ ਹਲਕਾ ਏਰੀਆ ਇਸ ਵਕਤ ਹਰਿਆਣੇ ਦਾ। ਹੁਣ ਰਾਜਾ ਵੜਿੰਗ ਸਾਹਿਬ ਗੱਡੀ 'ਚੋਂ ਨਿਕਲ ਕੇ ਗੱਲ ਉਹਦੇ ਨਾਲ ਕਰਦੇ, ਉਹ ਕਹਿੰਦੇ ਅਸੀਂ ਕੋਰਟ 'ਚੋਂ ਕੇਸ ਜਿੱਤਿਆ, ਸਾਡੇ ਕੋਲੇ ਕਾਗਜ਼ ਆ, ਬਹੁਤੀ ਗੱਲ ਡੀਸੀ ਸਾਹਿਬ ਤੁਹਾਨੂੰ ਕਾਗਜ਼ ਵਿਖਾ ਦੇਣਗੇ, ਅਫਸਰਾਂ ਨੂੰ ਅਫਸਰ ਕਾਗਜ਼ ਵਿਖਾਉਂਦੇ ਹੁੰਦੇ ਆ, ਤੇ ਤੁਸੀਂ ਇਸ ਵਕਤ ਪਾਣੀ ਨਾਲ ਸਾਰੇ ਪਾਸੇ ਨੱਕੋ ਨੱਕ ਭਰਿਆ ਕੰਮ, ਤੇ ਤੁਸੀਂ ਇਹ ਕਿਹੜੀ ਬਹਿਸ 'ਚ ਪਏ ਆ ਵੀ ਇਹ ਕਿਹਦਾ ਥਾਂ ਤੇ ਕਿਹਦਾ ਨਹੀਂ ਥਾਂ। ਮੁੜ ਕੇ ਗੱਲ ਹੌਲੀ ਹੌਲੀ ਵਿੱਚੋਂ ਇਹ ਨਿਕਲਦੀ ਆ ਕਿ ਵੀ ਉਹ ਅਫਸਰ ਸਾਹਿਬ ਇਸ ਚੀਜ਼ ਦੇ ਚੱਕਰ 'ਚ ਸੀਗੇ ਵੀ ਇਹ ਬੰਨ੍ਹ ਜਿਹੜਾ ਹਰਿਆਣੇ ਦੇ ਅੰਡਰ ਆਉਂਦਾ, ਏਰੀਆ ਹਰਿਆਣੇ ਦਾ, ਤੇ ਇੱਥੋਂ ਜਦੋਂ ਅਸੀਂ ਬੰਨ੍ਹ ਤੋੜ ਕੇ ਤੇ ਪਾਣੀ ਗਾਂ ਕੱਢ ਦਈਏ ਤੇ ਪਾਣੀ ਜਾਣਾ ਕਿੱਥੇ ਆ? ਪੰਜਾਬ 'ਚ। ਇਸੇ ਗੱਲ ਤੇ ਮੁੜ ਕੇ ਰੇੜਕਾ ਪੈ ਗਿਆ। ਉਹ ਕਹਿੰਦੇ ਯਾਰ ਜਿਹੜੇ ਇਸ ਪਾਸੇ ਵੱਸਦੇ ਪੰਜਾਬ ਦੇ ਉਹ ਕੀ ਗੱਲ ਬੰਦੇ ਨਹੀਂ, ਜੇ ਉਸ ਪਾਸੇ ਪਾਣੀ ਆ ਤੁਸੀਂ ਕਹਿੰਦੇ ਤੋੜ ਕੇ ਹੁਣ ਇਹਨੂੰ ਕੱਢ ਦਿਓ। ਵੀ ਇਹ ਕਿਹੜੀ ਰਾਹਤ ਤੁਸੀਂ ਕਿਹਨੂੰ ਪਹੁੰਚਾ ਰਹੇ ਹੋ ਵੀ ਜੇ ਇੱਕ ਪਾਸੇ ਰਾਹਤ ਹੈ ਤੇ ਦੂਸਰੇ ਪਾਸੇ ਅਗਲੇ ਦੀਆਂ ਫਸਲਾਂ ਰੋੜ ਦਿਓ ਜਾਂ ਘਰ ਤਬਾਹ ਕਰ ਦਿਓ। ਇਹ ਤੇ ਕੋਈ ਹੱਲ ਨਾ ਹੋਇਆ। ਹੁਣ ਉਸ ਵੀਡੀਓ ਤੋਂ ਮੈਨੂੰ ਸਮਝ ਨਹੀਂ ਆਈ ਵੀ ਹੁਣ ਉੱਥੇ ਸਹੀ ਕਿਹਨੂੰ ਕਹੀਏ ਤੇ ਗਲਤ ਕਿਹਨੂੰ ਕਹੀਏ। ਜੇ ਰਾਜਾ ਵੜਿੰਗ ਸਾਹਿਬ ਜਾਂ ਇੱਧਰਲੇ ਪਾਸਿਓਂ ਪੰਜਾਬ ਪੁਲਿਸ ਖਲੋਤੀ ਸੀ ਵੀ ਅਸੀਂ ਇਹ ਬੰਨ੍ਹ ਤੋੜਨ ਨਹੀਂ ਦੇਣਾ, ਗੱਲ ਇਹਨਾਂ ਦੀ ਵੀ ਠੀਕ ਲੱਗਦੀ ਵੀ ਪਾਣੀ ਸਾਡੇ ਵੱਲ ਕਿਵੇਂ ਆ ਜੇ। ਜਿਹੜੇ ਉਧਰਲੇ ਪਾਸੇ ਡੁੱਬੇ ਹੋਣਗੇ ਹਰਿਆਣੇ ਵਾਲੇ ਪਾਸੇ, ਤੇ ਉਹਨਾਂ ਨੂੰ ਜਾਪਦਾ ਹੋਊਗਾ ਵੀ ਯਾਰ ਇਹ ਪਾਣੀ ਖਲੋਤਾ ਰਹਿਣਾ, ਇਹਨੂੰ ਤੇ ਨੀਵੇਂ ਥਾਂ ਨੂੰ ਕੱਢਣਾ ਪੈਣਾ, ਕਿਸੇ ਪਾਸਿਓਂ ਕੋਈ ਨਾ ਕੋਈ ਰਾਹ ਬਣਾ ਕੇ ਕੱਢੀਏ ਤੇ ਸਹੀ, ਇੱਕ ਨਾਲ ਥੋੜ੍ਹੀ ਜਿਹੀ ਰਾਹਤ ਮਿਲੇ। ਜੇ ਉਹਨਾਂ ਦੇ ਵਾਲੇ ਪਾਸੇ ਖਲੋ ਕੇ ਵੇਖੀਏ ਤੇ ਉਹ ਵੀ ਠੀਕ ਜਾਪਦੇ ਸੀ। ਹੁਣ ਬੰਦਾ ਕਰੇ ਤੇ ਕਰੇ ਕੀ ਉੱਥੇ? ਇਹ ਗੱਲ ਠੀਕ ਹੈ ਸੰਧਾਲੀਆ ਸਾਹਿਬ ਕਿ ਇਸ ਵੇਲੇ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਮਨ ਦੇ ਵਿੱਚ ਆਉਂਦਾ ਹੋਊਗਾ ਅਫਸਰਾਂ ਦੇ ਕਿ ਭਾਈ ਆਪਣੇ ਇਲਾਕੇ ਦੇ ਵਿੱਚੋਂ ਪਾਣੀ ਕੱਢ ਦਈਏ, ਦੂਸਰੇ ਦੇ ਰਹੇ ਨਾ ਰਹੇ, ਸਾਡੇ ਉੱਤੇ ਦਬਾਅ, ਸਾਡੇ ਉੱਤੇ ਪ੍ਰੈਸ਼ਰ ਘਟੇ, ਨਹੀਂ ਤਾਂ ਕੱਲ੍ਹ ਨੂੰ ਕਲਾਸ ਉਹਨਾਂ ਦੀ ਲੱਗਣੀ ਹੈ। ਪਰ ਸਮੁੱਚੇ ਰੂਪ 'ਚ ਆਪਾਂ ਕਦੇ ਦੇਖਿਆ ਹੀ ਨਹੀਂ। ਹਰਿਆਣਾ ਪੰਜਾਬ ਤੋਂ ਪਾਣੀ ਮੰਗਦਾ, ਪੰਜਾਬ ਵਾਲੇ ਤੰਗ। ਅੱਜ ਪੰਜਾਬ 'ਚ ਹੜ੍ਹ ਆਏ ਆ, ਮੁੱਖ ਮੰਤਰੀ ਹੋਰੀ ਕਹਿੰਦੇ ਹਰਿਆਣਾ ਨੂੰ ਲੈ ਲਓ ਪਾਣੀ, ਉਹ ਤੰਗ। ਇਹ ਰਾਜਸਥਾਨ ਵਾਲੇ ਨੂੰ ਕਹਿੰਦੇ ਤੁਸੀਂ ਪਾਣੀ ਮੰਗਦੇ ਹੁੰਦੇ ਆ, ਕੇਸ ਅਦਾਲਤਾਂ 'ਚ ਜਾਂਦੇ ਆ, ਲੈ ਲਓ ਪਾਣੀ, ਫਿਰ ਉਹ ਤੰਗ। ਜਾਣੀ ਕਿ ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਨਾ ਕਿ ਭਾਈ ਇੱਥੇ ਕੇਂਦਰ ਤੇ ਸੂਬਾ ਦੀਆਂ ਸਰਕਾਰਾਂ ਦਾ ਇਕਜੁੱਟ ਹੋਏ ਬਿਨਾਂ ਸਰਨਾ ਨਹੀਂ, ਇੱਕ ਦੂਸਰੇ ਨੂੰ ਕੋਆਪਰੇਟ ਕਰਨ। ਹੁਣ ਵੀ ਤਾਂ ਆਪੋ ਆਪਣਾ ਸਾਂਭੀ ਜਾਂਦੇ ਆ ਸਾਰਾ, ਇੱਕ ਕੇਂਦਰੀ ਪਾਲਿਸੀ ਕਿਤੇ ਲੱਭਦੀ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਤੁਸੀਂ ਦੇਖੋ ਸੰਧਾਲੀਆ ਸਾਹਿਬ, ਮੈਂ ਇੱਕ ਹੋਰ ਮਹਿਸੂਸ ਕੀਤਾ, ਲੀਡਰ ਜਾ ਰਹੇ ਨੇ, ਬਹੁਤ ਚੰਗਾ, ਲੀਡਰਾਂ ਨੂੰ ਜਾਣਾ ਪੈ ਵੀ ਰਿਹਾ। ਆਮ ਆਦਮੀ ਪਾਰਟੀ ਜਦੋਂ ਵਿਧਾਨ ਸਭਾ ਚੋਣਾਂ ਜਿੱਤੀ ਆ ਨਾ, ਉਦੋਂ ਵਿਰੋਧੀ ਧਿਰਾਂ ਨੂੰ ਇੱਕ ਗੱਲ ਦੇ ਤਾਂ ਕੰਨ ਹੋ ਗਿਆ ਸੀ ਕਿ ਪੰਜਾਬ ਦੇ ਲੋਕ ਬਖਸ਼ਦੇ ਨਹੀਂ, ਜਿਨ੍ਹਾਂ ਨੇ ਅਕਾਲੀ, ਕਾਂਗਰਸੀ, ਭਾਜਪੀ ਸਾਰੇ ਹਰਾਤੇ। ਉਹਦੇ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਕੰਨ ਹੋ ਗਿਆ ਸੀ ਕਿ ਸੰਗਰੂਰ ਦੇ ਵਿੱਚ ਇਹਨਾਂ ਨੇ ਤੁਹਾਨੂੰ ਵੀ ਹਰਾਤਾ ਤੇ ਸਿਮਰਨਜੀਤ ਸਿੰਘ ਮਾਨ ਨੂੰ ਜਿਤਾਇਆ। ਕਾਂਗਰਸ ਪਾਰਟੀ ਵਾਲਿਆਂ ਨੂੰ ਜਲੰਧਰ ਦੀ ਸੇਫ ਸੀਟ ਲੱਗਦੀ ਸੀ, ਉੱਥੇ ਆਮ ਆਦਮੀ ਪਾਰਟੀ ਜਿਤਾਤੀ। ਅੱਜ ਹਰ ਇੱਕ ਲੀਡਰ ਨੂੰ ਲੱਗਦਾ ਕਿ ਜੇ ਅਸੀਂ ਲੋਕਾਂ 'ਚ ਨਾ ਗਏ ਨਾ, ਪੰਜਾਬੀ ਹੁਣ ਸਵਾਲ ਕਰਦੇ ਆ, ਪੰਜਾਬੀ ਹੁਣ ਪ੍ਰਸ਼ਨ ਕਰਦੇ ਆ, ਪੰਜਾਬੀ ਹੁਣ ਮੌਕੇ ਦੇ ਉੱਤੇ ਜਾ ਕੇ ਤੁਹਾਨੂੰ ਜਿਹੜਾ ਉੱਤਰ ਕਰ ਦਿੰਦੇ ਆ ਕਿ ਤੁਹਾਡੇ ਕੋਲੇ ਆਨਸਰ ਕੋਈ ਨਹੀਂ। ਮੈਂ ਇੱਕ ਛੋਟੀ ਜਿਹੀ ਉਦਾਹਰਨ ਪਟਿਆਲੇ ਦੀ ਦਿੰਨਾ। ਤੁਸੀਂ ਦੇਖੋ ਕਿ ਇਹ ਲੋਕ ਨੇ ਜਿਨ੍ਹਾਂ ਨੇ ਵੱਡੇ ਵੱਡੇ ਲੀਡਰ ਜਿਹੜੇ ਆ ਉਹ ਪਾਣੀ ਦੇ ਵਿੱਚ ਖੜੇ ਕਰ ਦਿੱਤੇ ਲਿਜਾ ਕੇ। ਚੇਤਨ ਸਿੰਘ ਜੌੜੇ ਮਾਜਰਾ ਸਾਹਿਬ ਮਿਨਿਸਟਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ 'ਚ, ਉਹਨਾਂ ਨੇ ਪਰਨਾ ਬੰਨਿਆ ਸਿਰ ਤੇ, ਪਜਾਮਾ ਟੰਗਿਆ ਆ। ਤੁਸੀਂ ਦੇਖੋ ਸਾਡੇ ਲਈ ਤਾਂ ਉਹ ਮੰਤਰੀ ਨੇ, ਪਰ ਉਹ ਜਦੋਂ 10 ਬੰਦਿਆਂ ਦੇ ਵਿੱਚ ਖੜੇ ਸੀ, ਪਛਾਣ ਥੋੜੀ ਹੁੰਦੀ ਸੀ ਕਿ ਭਾਈ ਇਹ ਮੰਤਰੀ ਨੇ। ਮੰਤਰੀ ਇਦਾਂ ਕਦੇ ਹੁੰਦੇ ਹੀ ਨਹੀਂ। ਉਹ ਜੌੜੇ ਮਾਜਰਾ ਸਾਹਿਬ ਐਂ ਲੱਗਦੇ ਸੀ ਤਾਂ ਪੰਜਾਬ ਦੇ ਕਿਸਾਨ ਹੁੰਦੇ ਆ, ਕੋਈ ਆਪਦੇ ਖੇਤਾਂ ਦਾ ਬਚਾਅ ਕਰਦੇ ਫਿਰਦੇ ਆ। ਹੁਣ ਉੱਥੇ ਚੇਤਨ ਸਿੰਘ ਜੌੜੇ ਮਾਜਰਾ ਸਾਹਿਬ ਸੀ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਧੀ ਬੀਬੀ ਜੈਨਿੰਦਰ ਕੌਰ ਆ ਗਿਆ। ਵੀਡੀਓ ਬੜੀ ਚਰਚਿਤ ਹੋਈ, ਸਾਰਿਆਂ ਵੇਖੀ ਹੋਣੀ ਹੈ। ਹੁਣ ਬੀਬੀ ਜੈਨਿੰਦਰ ਕੌਰ ਹੋਰੀ ਕਹਿੰਦੇ ਕਿ ਮੈਂ ਸਾਰੇ ਅਧਿਕਾਰੀਆਂ ਨੂੰ ਟੈਲੀਫੋਨ ਕੀਤੇ, ਕਿਸੇ ਅਧਿਕਾਰੀ ਨੇ ਗੱਲ ਨਹੀਂ ਸੁਣੀ ਆ, 4-5 ਪਿੰਡ ਡੁੱਬੇ ਪਏ ਆ, ਅਸੀਂ ਸਮਾਨ ਪਹੁੰਚਾਉਣਾ ਚਾਹੁੰਦੇ ਆ, ਕੋਈ ਨਹੀਂ ਗੱਲ ਸੁਣਦਾ। ਜੌੜੇ ਮਾਜਰਾ ਸਾਹਿਬ ਕਹਿੰਦੇ ਬੀਬੀ ਜੀ ਮੇਰੇ ਨਾਲ ਉਂਗਲੀ ਕਰਕੇ ਗੱਲ ਨਾ ਕਰੋ, ਦੇਖੋ ਅਸੀਂ ਵੀ ਕਿਸ਼ਤੀ ਲੈ ਕੇ ਆਏ ਆ, ਉਹਨਾਂ ਪਿੰਡਾਂ ਲਈ ਚੱਲੇ। ਉਹ ਬੀਬੀ ਨੇ ਦੋਸ਼ ਕਈ ਲਾਏ ਤੇ ਜੌੜੇ ਮਾਜਰਾ ਸਾਹਿਬ ਕਹਿੰਦੇ ਸਾਨੂੰ ਤਾਂ 4 ਦਿਨ ਹੋ ਗਏ ਨਾ ਪਿੰਡਾਂ ਨੂੰ ਸਹਾਇਤਾ ਪਹੁੰਚਾਉਂਦੇ ਨੂੰ, ਤੁਸੀਂ ਉਹ ਅੱਜ ਆਏ ਹੋ, ਤੁਹਾਨੂੰ ਪਹਿਲਾਂ ਚੇਤਾ ਨਹੀਂ ਸੀ, ਹਲਕਾ ਤਾਂ ਤੁਹਾਡਾ ਵੀ ਹੈਗਾ। ਉੱਥੇ ਬੜੀ ਬਹਿਸ ਹੋਈ। ਬੀਬੀ ਜੈਨਿੰਦਰ ਕੌਰ ਨੇ ਸਿਰ ਤੇ 7-8 ਪਾਣੀ ਦੀਆਂ ਬੋਤਲਾਂ ਰੱਖੀਆਂ, ਗਲ ਪਾਣੀ ਦੇ ਵਿੱਚ ਤੁਰ ਕੇ ਚਲੇ ਗਏ। ਪਿੰਡ ਵਾਲਿਆਂ ਨੇ ਕਿਹਾ ਲੰਗਰ ਪ੍ਰਸ਼ਾਦੇ ਜਾਂ ਹੋਰ ਸਹਾਇਤਾ ਵੀ ਚਾਹੀਦੀ ਆ। ਫਿਰ ਵਾਪਸ ਆਏ, ਫਿਰ ਉਹ ਹੁੰਦੇ ਨੇ ਟਰੈਕਟਰ ਦੀਆਂ ਟਿਊਬਾਂ ਟਾਇਰ ਦੀਆਂ, ਉਹਦੇ ਵਿੱਚ ਸਮਾਨ ਰੱਖ ਕੇ ਲਗਾਏ। ਜੌੜੇ ਮਾਜਰਾ ਸਾਹਿਬ ਆਪਦੀਆਂ ਕਿਸ਼ਤੀਆਂ ਲੈ ਕੇ ਗਏ, ਕਿਉਂਕਿ ਸਰ ਮੰਤਰੀ ਨੇ ਭਾਈ, ਮੰਤਰੀਆਂ ਨੂੰ ਤਾਂ ਕਿਸ਼ਤੀ ਮਿਲ ਜਾਂਦੀ ਹੈ। ਹੁਣ ਤੁਸੀਂ ਇਹ ਦੇਖੋ, ਇੱਕ ਹਲਕਾ ਹੈ, ਚਾਹੇ ਵੱਖ-ਵੱਖ ਲੀਡਰ ਨੇ, ਤੁਸੀਂ ਤਾਂ ਨਾ ਲੜੋ, ਵੋਟਰ ਤਾਂ ਸਾਂਝਾ ਹੀ ਆ ਨਾ, ਤੁਸੀਂ ਰਲ ਕੇ ਕੰਮ ਕਰ ਲਓ। ਕੁਝ ਸਹਾਇਤਾ ਉਹ ਕਰ ਲੈਣ, ਕੁਝ ਉਹ ਕਰ ਲੈਣ, ਤੁਸੀਂ ਇਸ ਮੌਕੇ ਦੇ ਉੱਤੇ ਵੀ ਬਹਿਸ ਕਰੀ ਜਾਂਦੇ ਹੋ। ਵੈਸੇ ਮੈਂ ਇੱਕ ਗੱਲੋਂ ਹੈਰਾਨ ਆ ਸੰਧਾਲੀਆ ਸਾਹਿਬ, ਮੈਂ ਕੱਲ ਸੋਚਦਾ ਸੀ ਕਿ ਠੀਕ ਹੈ ਅਸੀਂ ਨਹੀਂ ਕਰਦੇ, ਮੁੱਖ ਮੰਤਰੀ ਸਾਹਿਬ ਵੀ ਕਿਤੇ ਜਾਂਦੇ ਆ ਤਾਂ ਵੀਡੀਓ ਬਹੁਤ ਬਣ ਰਹੀਆਂ,
ਰਾਜਾ ਵੜਿੰਗ ਸਾਹਿਬ ਜਾਂਦੇ ਆ, ਵੀਡੀਓ ਬਹੁਤ ਬਣ ਰਹੀਆਂ। ਪ੍ਰਤਾਪ ਸਿੰਘ ਬਾਜਵਾ ਸਾਹਿਬ, ਸੁਖਬੀਰ ਸਿੰਘ ਬਾਦਲ ਸਾਹਿਬ, ਸੁਨੀਲ ਜਾਖੜ ਸਾਹਿਬ, ਜਾਣੀ ਵੀਡੀਓ ਦੇ ਉੱਤੇ ਜ਼ੋਰ ਤਾਂ ਹੈਗਾ। ਚਲੋ ਲੀਡਰਾਂ ਨੇ ਦੱਸਣਾ ਵੀ ਹੁੰਦਾ ਲੋਕਾਂ ਨੂੰ ਕਿ ਭਾਈ ਅਸੀਂ ਇੱਥੇ ਗਏ ਆ, ਪਰ ਇਹ ਨਾ ਹੋਵੇ ਕਿ ਸਾਰਾ ਜ਼ੋਰ ਵੀਡੀਓ ਦੇ ਉੱਤੇ ਲੱਗ ਜਾਵੇ, ਸਾਰਾ ਜ਼ੋਰ ਲੜਨ ਦੇ ਉੱਤੇ ਲੱਗ ਜਾਏ। ਲੋਕਾਂ ਨੂੰ ਰੋਟੀ ਚਾਹੀਦੀ ਹੈ, ਲੋਕਾਂ ਨੂੰ ਇਸ ਗੱਲ ਦੇ ਨਾਲ ਕੋਈ ਮਤਲਬ ਨਹੀਂ ਕਿ ਭਾਈ ਇਹ ਰਾਜਾ ਵੜਿੰਗ ਸਾਹਿਬ ਦਿੰਦੇ ਆ, ਭਗਵੰਤ ਮਾਨ ਸਾਹਿਬ ਦਿੰਦੇ ਆ, ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦਿੰਦੇ ਆ। ਮੈਂ ਕਹਿੰਦਾ ਕਿ ਲੀਡਰੋ ਤੁਹਾਡੀ ਬੱਲੇ ਬੱਲੇ ਹੋ ਜੂ ਜੀ। ਇੱਕ ਦਿਨ ਵੀਡੀਓ ਬਣਾਉਣ ਤੋਂ ਬਿਨਾਂ ਤੁਸੀਂ ਵੈਸੇ ਵੀਡੀਓ ਤੋਂ ਜਾ ਕੇ ਵੀ ਲੋਕਾਂ ਦੇ ਵਿੱਚ ਕੰਮ ਕਰੋ। ਜੇ ਤੁਹਾਨੂੰ ਨਹੀਂ ਯਕੀਨ ਤਾਂ ਬਹੁਤ ਸਾਰੇ ਲੋਕ ਅਸੀਂ ਦਿਖਾ ਦਿੰਦੇ ਹਾਂ। ਨਹੀਂ, ਗੱਲ ਠੀਕ ਹੈ ਬਾਰ ਸਾਹਿਬ। ਦੇਖੋ, ਮੈਂ ਨਾ ਵੀ ਤੁਸੀਂ ਇਹਨੇ ਵੀਡੀਓ ਹਟਾ ਲਓ, ਮੈਂ ਨਾ ਵੀ ਯਾਰ 2-3 ਕੈਮਰੇ ਵਾਲੇ ਹੋਰ ਲਾ ਲਓ। ਮੈਂ ਹਟਾਉਣ ਦੀ ਤੇ ਗੱਲ ਨਹੀਂ ਕਰਦਾ, ਕਿਉਂਕਿ ਕਿਸੇ ਵੇਲੇ ਹੁੰਦਾ ਨਾ ਵੀ ਜੇ ਕੋਈ ਗੱਡੀ ਮੰਨ ਲਓ ਜਿਹੜੀ ਚੀਜ਼ ਤੇ ਚੱਲਦੀ ਹੈ, ਹੁਣ ਜੇ ਲੀਡਰ ਚੱਲਦਾ ਹੀ ਕੈਮਰੇ ਤੇ ਆ ਵੀ ਯਾਰ ਮੈਂ ਸਾਹ ਲਿਆ ਕੈਮਰੇ 'ਚ ਆਵੇ, ਜੇ ਮੈਂ ਬਾਂਹ ਖੜੀ ਕੀਤੀ ਕੈਮਰੇ 'ਚ ਆਵੇ, ਜੇ ਮੈਂ ਕਿਸੇ ਦਾ ਨਿਆਣਾ ਚੁੱਕ ਕੇ ਖੜਾਇਆ ਤਾਂ ਵੀ ਕੈਮਰੇ 'ਚ ਆਵੇ, ਜੇ ਮੈਂ ਕਿਸੇ ਨੂੰ ਗਲ ਲਾਇਆ ਤਾਂ ਵੀ ਕੈਮਰੇ 'ਚ ਆਵੇ, ਜੇ ਮੈਂ ਕਿਤੇ ਕੋਈ ਕਿਸੇ ਨੂੰ ਬੋਤਲ ਦਿੱਤੀ ਪਾਣੀ ਦੀ ਤਾਂ ਵੀ ਕੈਮਰੇ 'ਚ ਆਵੇ, ਜੇ ਕਿਸੇ ਨੂੰ 4 ਰੋਟੀਆਂ ਫੜਾਈਆਂ ਤਾਂ ਵੀ ਕੈਮਰੇ 'ਚ ਆਵੇ। ਮੈਂ ਨਾ ਚੰਗੀ ਗੱਲ। ਹੁਣ ਜੇ ਮੰਨ ਲਓ ਅਗਲਾ ਚੱਲਦਾ ਹੀ ਕੈਮਰੇ ਤੇ ਕੈਮਰਾ ਸਗੋਂ ਮੈਂ ਨਾ ਵੀ ਦਿਨੇ ਬੰਦੇ ਹੋਰ ਕਰ ਲਿਆ ਕਰ, ਰਾਤ ਵਾਲੀ ਸ਼ਿਫਟ ਵਾਲੇ ਬੰਦੇ ਬਦਲ ਲੈਣ ਵੀ ਯਾਰ ਰਾਤ ਨੂੰ ਵੀ ਮੰਤਰੀ ਸਾਹਿਬ ਤੁਸੀਂ ਚੱਲੋ, ਲੀਡਰ ਸਾਹਿਬ ਤੁਸੀਂ ਚੱਲੋ, ਆਪਾਂ ਤੁਹਾਡੇ ਨਾਲ ਆ, ਕੋਈ ਗੱਲ ਨਹੀਂ, ਮੈਂ ਘਰੇ ਥੱਕ ਕੇ ਚੱਲਿਆ, ਮੁੰਡੇ ਨੂੰ ਕੈਮਰਾ ਦੇ ਕੇ ਭੇਜ ਦਿੰਦੇ, ਉਹ ਤੁਹਾਡੇ ਨਾਲ ਹੀ ਹੋਊਗਾ, ਤੁਸੀਂ ਕਰੋ ਸਹੀ। ਉਹ ਜਾਣੇ ਕੰਮ ਤੇ ਹੋਵੇ। ਜੇ ਮੰਨ ਲਓ ਫੋਟੋਆਂ ਵੀਡੀਓ ਦੇ ਸਿਰ ਤੇ ਕੰਮ ਹੋਣ ਡਿਆ ਤੇ ਹੋਣਾ ਚਾਹੀਦਾ, ਪਰ ਉਹਦੇ 'ਚ ਇੱਕ ਗੱਲ ਆ ਵੀ ਜਿਹੜੀ ਇਹ ਲੜਨ ਵਾਲੀ, ਬਹਿਸ ਵਸਈਏ ਵਾਲੀ, ਇੱਕ ਦੂਜੇ ਤੋਂ ਅੱਗੇ ਨਿਕਲਣ ਵਾਲੀ ਦੌੜ ਆ, ਉਹਦੇ 'ਚ ਨਾ ਪਿਆ ਜਾਵੇ। ਉਹ ਗੱਲ ਤੁਹਾਡੀ ਠੀਕ ਹੈ ਵੀ ਹੁਣ ਜੇ ਮੰਨ ਲਓ ਉਹ ਫਸਿਆ ਬੰਦਾ ਇੱਕ ਆ, ਇਹ ਅੱਗੇ ਵੀ ਪਹਿਲਾਂ ਵੀ ਹੁੰਦਾ ਨਾ ਵੀ ਇੱਕ ਵਿਚਾਰਾ ਗਰੀਬ ਗੁਰਬਾ ਤੇ ਉਹਨੂੰ ਇੱਕ ਕੇਲਾ 5-7 ਜਣੇ ਫੜਾਈ ਜਾਂਦੇ ਹੁੰਦੇ, ਉਹਦੇ ਨੂੰ ਚੰਗਾ ਨਹੀਂ ਵੀ ਤੁਸੀਂ 4-5 ਜਣੇ ਗਰੀਬ ਲੱਭ ਲਓ ਤੇ ਕੱਲਾ ਬੰਦਾ ਜਾ ਕੇ ਉਹਨੂੰ ਕੱਲੇ ਨੂੰ ਇੱਕ ਕੇਲਾ ਦੇ ਦਿਓ, ਜਿਹੜੇ 5-4 ਗਰੀਬਾਂ ਦਾ ਭਲਾ ਹੋ ਜਾਏ। ਜ਼ਰੂਰੀ ਇੱਕੇ ਦਾ ਹੀ ਕਰਨਾ ਤੇ ਉੱਥੇ ਫੋਟੋ ਲਵਾਉਣੀ। ਆਹ ਜਿਹੜਾ ਟਰੈਂਡ ਆ ਵੀ ਇੱਕੇ ਥਾਂ ਦੇ ਉੱਪਰ ਜਾ ਕੇ ਤੇ ਆਪਾਂ ਉੱਥੇ ਜਾ ਕੇ ਤੇ ਇਹ ਵਿਖਾਉਣਾ ਵੀ ਪਹਿਲਾਂ ਕੌਣ ਪਹੁੰਚਿਆ ਤੇ ਪਹਿਲਾਂ ਕਿੰਨੇ ਬਾਂਹ ਫੜੀ, ਉਧਰ ਨਾ ਪਿਆ ਜਾਵੇ ਤੇ ਚੰਗੀ ਗੱਲ। ਬਾਕੀ ਮੈਨੂੰ ਇਹ ਲੱਗਦਾ ਇਹ ਵੀ ਹੈ WhatsApp ਕੇ ਵੀ ਲੋਕ ਬੜੇ ਸਿਆਣੇ ਨੇ, ਉਹ ਹਰੇਕ ਚੀਜ਼ ਦਾ ਐਨਾਲਿਸਿਸ ਨਾਲੋਂ ਨਾਲ ਕਰਦੇ ਪਿਆ, ਕੌਣ ਕਿੱਥੇ ਕਿੰਨੀ ਸਿਆਸਤ ਕਰਦਾ ਪਿਆ, ਕੌਣ ਸੱਚੀ ਮੁੱਚੀ ਦਿਲੋਂ ਉਹਨਾਂ ਦੇ ਲਈ ਕੰਮ ਕਰਦਾ ਪਿਆ, ਕਿੰਨੇ ਉਹਨਾਂ ਨੂੰ ਵਾਕਿਆ ਕੋਈ ਰਾਹਤ ਪਹੁੰਚਾਈ ਹੈ, ਕਿੰਨੇ ਸਿਰਫ ਤੇ ਸਿਰਫ ਫੋਟੋਆਂ ਲਵਾਈਆਂ ਨੇ। ਇਹ ਹੋ ਸਕਦਾ ਵੀ ਹੁਣ ਦਲੀ ਦੀ ਮਲੀ ਦੀ ਚੀਜ਼ਾਂ ਕਾਲੇਪਨ ਦੇ ਵਿੱਚ ਲੋਕਾਂ ਨੂੰ ਜਾਂ ਲੀਡਰਾਂ ਨੂੰ ਨਾ ਪਤਾ ਲੱਗੇ, ਪਰ ਬਾਅਦ ਦੇ ਵਿੱਚ ਹਰੇਕ ਨੇ ਉਸ ਚੀਜ਼ ਦਾ ਐਨਾਲਿਸਿਸ ਕਰ ਲੈਣਾ ਵੀ ਕੌਣ ਕਿੱਥੇ ਕਿੰਨਾ ਕੁ ਆਇਆ ਤੇ ਕਿੰਨੇ ਸਿਰਫ ਲੋਕਾਂ ਨੇ ਵਿਖਾਇਆ। ਇਹ ਗੱਲ ਤੁਹਾਡੀ ਠੀਕ ਹੈ ਸੰਧਾਲੀਆ ਸਾਹਿਬ। ਮੈਨੂੰ ਇੱਥੇ ਇੱਕ ਸਵਾਲ ਤੰਗ ਕਰਦਾ ਸੀ। ਗੁਰਕੀਰਤ ਸਿੰਘ ਕੋਟਲੀ ਮਿਨਿਸਟਰ ਰਹੇ ਨੇ, ਉਹਨਾਂ ਨੇ ਇੱਕ ਇਲਜ਼ਾਮ ਲਾਇਆ, ਉਹਨੇ ਇੱਕ ਚਿੱਠੀ ਦਿਖਾਈ। ਉਹ ਕਹਿੰਦੇ ਜੀ ਆਹ ਦੇਖੋ, ਇੱਕ ਪੁਲੀ ਹੈ ਲੁਧਿਆਣੇ ਦੇ ਨੇੜੇ, ਉਹ ਕਹਿੰਦੇ ਜੀ ਡਿਪਟੀ ਕਮਿਸ਼ਨਰ ਲੁਧਿਆਣਾ ਨੇ ਇਸ ਪੁਲੀ ਦੀ ਸਫਾਈ ਦਾ 21 ਜੂਨ ਨੂੰ ਹੁਕਮ ਦਿੱਤਾ ਸੀ, ਜੂਨ ਮਹੀਨੇ 'ਚ, ਪਿਛਲੇ ਮਹੀਨੇ, ਕਿ ਇਹਦੀ ਸਫਾਈ ਹੋਣੀ ਚਾਹੀਦੀ ਤੇ ਲਿਖਤੀ ਕਿਹਾ ਸੀ। ਉਹ ਕਹਿੰਦੇ ਜੀ ਸਫਾਈ ਨਹੀਂ ਹੋਈ। ਹੁਣ ਜਦੋਂ ਸਫਾਈ ਨਹੀਂ ਹੋਈ, ਮੈਨੂੰ ਨਹੀਂ ਪਤਾ ਕਿ ਉਸ ਪੁਲੀ ਦਾ ਸਫਾਈ ਨਾ ਹੋਣਾ ਜਾਂ ਉਹਦੇ ਵਿੱਚ ਦੀ ਪਾਣੀ ਦਾ ਪ੍ਰਵਾਹ ਨਾ ਚੱਲਣਾ, ਉਹ ਕਹਿੰਦੇ ਬੰਦ ਪਈ ਹੈ, ਏਡਾ ਵੱਡਾ ਨੁਕਸਾਨ ਕਰ ਸਕਦਾ। ਪਰ ਗੁਰਕੀਰਤ ਕੋਟਲੀ ਹੋਰਾਂ ਤੇ ਇੱਥੋਂ ਤੱਕ ਆ, ਉਹ ਕਹਿੰਦੇ ਜੀ ਜਿਹੜਾ ਪਟਿਆਲੇ, ਲੁਧਿਆਣੇ, ਫਤਿਹਗੜ੍ਹ ਸਾਹਿਬ ਤੇ ਮੋਹਾਲੀ ਦੇ ਵਿੱਚ ਬਹੁਤ ਸਾਰਾ ਨੁਕਸਾਨ ਹੋਇਆ, ਉਹ ਬਚ ਸਕਦਾ ਸੀ ਜੇ ਜੂਨ ਮਹੀਨੇ ਦੇ ਆਖਰੀ 10 ਦਿਨਾਂ ਦੇ ਵਿੱਚ ਡੀਸੀ ਸਾਹਿਬ ਨੇ ਜਿਹੜਾ ਹੁਕਮ ਜਾਰੀ ਕੀਤਾ ਸੀ ਉਹ ਇੰਪਲੀਮੈਂਟ ਹੋ ਜਾਂਦਾ, ਜੇ ਉਸ ਹੁਕਮ ਦੇ ਉੱਤੇ ਫੁੱਲ ਚੜਾਤੇ ਜਾਂਦੇ। ਉਹ ਕਹਿੰਦੇ ਨੁਕਸਾਨ ਹੋਣੋਂ ਬਚ ਜਾਣਾ ਸੀ। ਹੁਣ ਉਹਨਾਂ ਨੇ ਇਹ ਵੀ ਕਿਹਾ ਕਿ ਭਗਵੰਤ ਮਾਨ ਸਾਹਿਬ, ਮੁੱਖ ਮੰਤਰੀ ਪੰਜਾਬ, ਇਸ ਮੁੱਦੇ ਦੇ ਉੱਤੇ ਕਾਰਵਾਈ ਕਰਨ, ਜ਼ਿੰਮੇਵਾਰ ਬੰਦੇ ਜਿਹੜੇ ਆ ਉਹਨਾਂ ਦੇ, ਜ਼ਿੰਮੇਵਾਰ ਅਫਸਰਾਂ ਦੇ ਉੱਤੇ ਕਿ ਭਾਈ ਜਿਨ੍ਹਾਂ ਨੇ ਨਹੀਂ ਕਰਾਇਆ। ਦੂਸਰੀ ਗੱਲ, ਉਹਨਾਂ ਨੇ ਇਲਜ਼ਾਮ ਲਾਤਾ, ਉਹ ਕਹਿੰਦੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੇ ਯਾਦਵਿੰਦਰ ਸਿੰਘ ਜਾਦੂ। ਅਸੀਂ ਨਹੀਂ ਕਹਿੰਦੇ ਇਲਜ਼ਾਮ ਠੀਕ ਹੈ, ਮੈਂ ਫਿਰ ਕਹਿੰਦਾ ਕਿ ਗੁਰਕੀਰਤ ਸਿੰਘ ਕੋਟਲੀ ਸਾਹਿਬ ਨੇ ਲਾਇਆ। ਉਹ ਕਹਿੰਦੇ ਜੀ ਉਹਨਾਂ ਨੇ ਆਪਣੀ ਕੋਠੀ ਬਚਾਉਣ ਦੇ ਲਈ ਉਹ ਪੁਲੀ ਜਿਹੜੀ ਮਾੜੀ ਮੋਟੀ ਚੱਲਦੀ ਵੀ ਸੀ ਉਹਦੇ ਮੂਹਰੇ ਵੀ ਬੋਰੀਆਂ ਰਖਾ ਕੇ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਦੇਖੋ, ਕਿਸੇ ਵੀ ਬੰਦੇ ਨੂੰ ਇਹ ਅਧਿਕਾਰ ਨਹੀਂ ਕਿ ਤੁਸੀਂ ਆਪਦਾ ਘਰ ਬਚਾਉਣ ਦੇ ਲਈ ਬਾਕੀ ਪੰਜਾਬ ਉਹਨੂੰ ਪਾਣੀ ਦੇ ਵਿੱਚ ਮੁੱਦਾ ਕਰਦੇ ਹੋ। ਹਰ ਇੱਕ ਦਾ ਯਤਨ ਹੋਣਾ ਚਾਹੀਦਾ ਕਿ ਉਹਦਾ ਘਰ ਬਚੇ, ਪਰ ਹੋਰ ਕਿਸੇ ਦਾ ਨੁਕਸਾਨ ਵੀ ਨਾ ਹੋਵੇ। ਹੁਣ ਉਹ ਕਹਿੰਦੇ ਜੀ ਇਸ ਮੁੱਦੇ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਭਾਈ ਉਹਨਾਂ ਨੂੰ ਕਿਹਨੇ ਅਧਿਕਾਰ ਦਿੱਤਾ। ਹੁਣ ਜੇ ਤਾਂ ਇਹ ਹੋਇਆ ਤਾਂ ਬੜੀ ਮਾੜੀ ਗੱਲ ਹੈ। ਤੀਸਰਾ, ਉਹ ਕਹਿੰਦੇ ਜੀ ਜਿਹੜਾ ਰੌਲਾ ਪੈਂਦਾ ਨਾ ਕਿ ਅਣ ਅਧਿਕਾਰਿਤ ਕਲੋਨੀਆਂ ਬਣੀਆਂ, ਪਾਣੀ ਦਾ ਨੈਚੁਰਲ ਪ੍ਰਵਾਹ ਜਿਹੜਾ ਉਹ ਬੰਦ ਹੋ ਗਿਆ। ਉਹ ਕਹਿੰਦੇ ਜੀ ਮੈਂ ਤੁਹਾਨੂੰ ਦੱਸਦਾ, ਇਹ ਅਕਾਲੀ ਭਾਜਪਾ ਦੀ ਸਰਕਾਰ ਦੇ ਵੇਲੇ ਹੋਇਆ ਸਭ ਕੁਝ, ਵਿਦਆਊਟ NOC, ਵਿਦਆਊਟ ਪਰਮਿਸ਼ਨ ਕਲੋਨੀਆਂ ਧੜਾਧੜ ਬਣੀਆਂ, ਮੁੜ ਕੇ ਥੋੜ੍ਹਾ ਜਿਹਾ ਜੁਰਮਾਨਾ ਤੇ ਥੋੜ੍ਹੀਆਂ ਜਿਹੀਆਂ ਫੀਸਾਂ ਲੈ ਕੇ ਉਹਨਾਂ ਕਲੋਨੀਆਂ ਨੂੰ ਪਾਸ ਕਰ ਦਿੱਤਾ ਜਾਂਦਾ ਰਿਹਾ। ਉਹ ਕਹਿੰਦੇ ਜਾਂਚ ਹੋਣੀ ਚਾਹੀਦੀ ਹੈ, ਕਿਹੜੇ ਅਫਸਰਾਂ ਦੇ ਕਾਰਜਕਾਲ ਦੇ ਵਿੱਚ ਬਣੀਆਂ, ਕਿਹੜੇ ਮੰਤਰੀਆਂ ਦੇ ਕਾਰਜਕਾਲ ਦੇ ਵਿੱਚ ਬਣੀਆਂ। ਹੁਣ ਸੰਧਾਲੀਆ ਸਾਹਿਬ ਜਦੋਂ ਇੱਕ ਬੰਦਾ ਚਿੱਠੀ ਦਿਖਾ ਕੇ ਦੋਸ਼ ਲਾਉਂਦਾ ਹੈ ਕਿ ਭਾਈ ਆ ਪੁਲੀ ਜਿਹੜੀ 21 ਤਰੀਕ ਨੂੰ ਜੂਨ ਮਹੀਨੇ ਸਫਾਈ ਦੀ ਮੰਗ ਕੀਤੀ ਹੈ, ਉਹਦਾ ਵੀ ਪਤਾ ਲੱਗੇ। ਜੇ ਕਿਸੇ ਲੀਡਰ ਵਿਸ਼ੇਸ਼ ਨੇ
ਆਪਣਾ ਘਰ ਬਚਾਉਣ ਦੇ ਲਈ ਪੁਲੀ ਦੇ ਮੋਹਰੇ ਜਾ ਕੇ ਬੋਰੀਆਂ ਸੁੱਟੀਆਂ, ਉਹ ਵੀ ਪਤਾ ਲੱਗੇ। ਤੇ ਤੀਸਰਾ, ਆਪਾਂ ਤਾਂ ਨਜਾਇਜ਼ ਕਲੋਨੀ ਵਾਲਾ ਮੁੱਦਾ ਪਿਛਲੇ ਕਈ ਦਿਨਾਂ ਤੋਂ ਚੁੱਕਦੇ ਹਾਂ। ਅਸੀਂ ਨਹੀਂ ਕਹਿੰਦੇ ਘਰ ਢਾਓ ਕਿਸੇ ਦਾ, ਅਸੀਂ ਨਹੀਂ ਕਹਿੰਦੇ ਕਿਸੇ ਆਮ ਬੰਦੇ ਨੂੰ ਨੁਕਸਾਨ ਹੋਵੇ, ਪਰ ਪਤਾ ਤਾਂ ਲੱਗੇ ਕਿ ਉਹ ਕੌਣ ਸਨ ਅਫਸਰ, ਲੀਡਰ ਜਿਹੜੇ ਖਾਂਦੇ ਰਹੇ ਚੋਪੜੀਆਂ ਨਾਲੇ ਦੋ। ਇਹ ਬਿਲਕੁਲ ਸਹੀ ਆ। ਮੈਨੂੰ ਤਾਂ ਲੱਗਦਾ ਕੋਟਲੀ ਸਾਹਿਬ ਨੇ ਜਿਹੜਾ ਮੁੱਦਾ ਚੁੱਕਿਆ ਨਾ, ਇਹ ਮੁੱਦਾ ਜੇ ਉਹਨਾਂ ਦੀ ਹੁਣ ਗੱਲ ਮੰਨ ਲਓ ਨਹੀਂ ਕਿਤੇ ਦੂਰ ਤੱਕ ਪਹੁੰਚੀ ਤੇ ਇਹਨੂੰ ਸਾਂਭ ਛੱਡਣ, ਇਹ ਰੁੱਕਾ ਗਵਾਉਣ ਨਾ, ਇਹ ਕਾਗਜ਼ ਗਵਾਉਣ ਨਾ, ਇਹਨੂੰ ਸਗੋਂ ਤੈਅ ਲਾ ਕੇ ਤੇ ਚੰਗੇ ਥਾਂ ਫਾਈਲ 'ਚ ਸੰਭਾਲ ਲੈਣ। ਜਿੱਦਣ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਵੇ ਉਦੋਂ ਸਪੀਕਰ ਸਾਹਿਬ ਨੂੰ ਕਹਿ ਕੇ ਸਮਾਂ ਲੈਣ ਵੀ ਮੈਂ ਇੱਕ ਗੱਲ ਕਰਨੀ ਹੈ ਜੀ, ਬੜੀ ਜ਼ਰੂਰੀ, ਪਹਿਲਾਂ ਵੀ ਕੀਤੀ ਸੀ, ਪਹੁੰਚੀ ਨਹੀਂ। ਉਹ ਜਾਣੇ ਵਿਧਾਨ ਸਭਾ ਦੇ ਫਲੋਰ ਤੇ ਜੋ ਜਾ ਕੇ ਗੱਲ ਹੋਊਗੀ ਉੱਥੇ ਜਾ ਕੇ ਸਵਾਲ ਹੋਣਗੇ, ਸਵਾਲਾਂ ਦੇ ਜਵਾਬ ਵੀ ਮੰਗੇ ਜਾਣਗੇ। ਤੇ ਸਭ ਤੋਂ ਵੱਡੀ ਗੱਲ ਇਹ ਵੀ ਉਹਨਾਂ ਜਵਾਬਾਂ ਤੋਂ ਬਾਅਦ ਗਾਂ ਆਉਣ ਵਾਲੇ ਟਾਈਮ 'ਚ ਕੀ ਨੀਤੀ ਘੜੀ ਜਾਣੀ ਆ, ਉਹਦੇ ਤੇ ਵੀ ਕੋਈ ਨਾ ਕੋਈ ਗੱਲ ਹੋਊਗੀ, ਕਿਉਂਕਿ ਹੈ ਤੇ ਬੜਾ ਜ਼ਰੂਰੀ। ਹੁਣ ਪਿਛਲੇ ਦਿਨੀ ਜਦੋਂ ਭਗਵੰਤ ਮਾਨ ਸਾਹਿਬ ਮੇਰਾ ਖਿਆਲ ਇੱਕ ਹੜ੍ਹ ਪ੍ਰਭਾਵਿਤ ਏਰੀਏ 'ਚ ਸੀਗੇ, ਉੱਥੇ ਉਹਨਾਂ ਨੇ ਕਿਹਾ ਵੀ ਯਾਰ ਆਹ ਸੜਕ ਬਣੀ ਆ, ਜੇ ਇਸ ਸੜਕ ਦਾ ਵਿੱਚ ਅੱਜ ਰਾਹ ਹੈ ਨਹੀਂ, ਪਾਣੀਆਂ ਦਾ ਮੈਂ ਲੰਘਣਾ, ਸੜਕ ਲੰਘਣ ਨਹੀਂ ਦਿੰਦੀ, ਪਿੱਛੇ ਸਾਰਾ ਕੁਝ ਡੁੱਬ ਗਿਆ, ਤੇ ਲਿਆਓ ਇੱਕ ਮਸ਼ੀਨ ਯਾਰ ਆਪਾਂ ਸੜਕ ਤੋੜ ਲਈਏ, ਇੱਕ ਨਾ ਪਾਣੀ ਕੱਢ ਲਈਏ, ਸੜਕ ਤੇ ਆਪਾਂ ਫੇਰ ਬਣਾ ਲਵਾਂਗੇ, ਪਿੱਛੇ ਜੋ ਕੁਝ ਡੁੱਬੀ ਜਾਂਦਾ ਉਹ ਤੇ ਦੋਰੇ ਬਣਨਾ ਨਹੀਂ। ਗੱਲ ਉਹਨਾਂ ਦੀ ਠੀਕ ਲੱਗੀ ਮੈਨੂੰ ਵੀ ਜੇ ਪਾਣੀ ਚੜ੍ਹ ਗਿਆ, ਕਿਸੇ ਦੇ ਡੰਗਰ ਬੱਚੇ ਦਾ, ਕਿਸੇ ਦੇ ਘਰ ਘਾਟ ਦਾ, ਕਿਸੇ ਦੀ ਮੰਨ ਲਓ ਜਾਨ ਦਾ ਨੁਕਸਾਨ ਹੋ ਗਿਆ, ਤੇ ਫਿਰ ਇਹ ਤਾਂ ਨਹੀਂ ਨਾ ਆਪਾਂ ਸੜਕ ਬਚਾ ਲਈ ਸੀ ਤੇ ਇੰਨਾ ਕੁਝ ਡੋਬ ਲਿਆ, ਉਹ ਚੰਗਾ ਨਹੀਂ। ਹੁਣ ਗੱਲ ਇਹ ਆ ਵੀ ਉਹ ਕਹਿੰਦੇ ਵੀ ਠੀਕ ਆ, ਹੋ ਸਕਦਾ ਵੀ ਆਪਾਂ ਕੁਦਰਤੀ ਰਾਹ ਜਿਹੜੇ ਨੇ ਉਹਨਾਂ ਦੇ ਵਿੱਚ ਦੀ ਇਹ ਸਾਰਾ ਕੁਝ ਬਣਾ ਲਿਆ, ਨਹੀਂ ਖਿਆਲ ਰੱਖਿਆ, ਪਰ ਉਹ ਜਿਹਨੇ ਨਹੀਂ ਖਿਆਲ ਰੱਖਿਆ ਉਹਨਾਂ ਦੀ ਨਿਸ਼ਾਨਦੇਹੀ ਜ਼ਰੂਰ ਹੋ ਜਾਵੇ। ਜੇ ਹਾਂ ਉਸ ਪਾਸੇ ਖਲਾਰਾ ਨਹੀਂ ਪਾਉਣਾ, ਉਹਨਾਂ ਨੇ ਜਾਪਦਾ ਹੋਊਗਾ ਵੀ ਯਾਰ ਹੁਣ ਵੀ ਪਊਗਾ, ਉਦੋਂ ਪਿਛਲੀ ਸਰਕਾਰ, ਉਦੋਂ ਪਿਛਲੀ ਸਰਕਾਰ। ਹੁਣ ਤਾਂ ਕੋਟਲੀ ਸਾਹਿਬ ਕਹਿੰਦੇ ਨੇ ਵੀ ਅਕਾਲੀ ਭਾਜਪਾ ਸਰਕਾਰ ਵੇਲੇ ਹੋਇਆ, ਪਰ ਇਹ ਨਾ ਹੋਵੇ ਵੀ ਕੱਲ੍ਹ ਨੂੰ ਅਕਾਲੀ ਦਲ ਪ੍ਰੈਸ ਕਾਨਫਰੰਸ ਕਰਨ ਲੱਗ ਜਾਵੇ ਵੀ ਉਹਦੇ 'ਚ ਉਹ ਕੱਢ ਕੇ ਬਹਿ ਜਾਣ ਵੀ ਤੁਹਾਨੂੰ ਯਾਦ ਹੈ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਭਾਅ ਬਹੁਤ ਵਧੇ ਸੀ, ਉਦੋਂ ਕਿਹਨਾਂ ਦੀ ਸਰਕਾਰ ਸੀ? ਕੈਪਟਨ ਸਾਹਿਬ ਦੀ। ਕਿਉਂਕਿ ਇੱਕ ਵਾਰ ਰੌਲਾ ਪੈ ਗਿਆ ਸੀ ਨਹੀਂ ਵੀ ਯਾਰ ਕੈਪਟਨ ਦੀ ਸਰਕਾਰ ਹੋਵੇ ਨਾ ਜਦੋਂ, ਉਦੋਂ ਪੰਜਾਬ 'ਚ ਬਹੁਤ ਰੇਟ ਵੱਧਦੇ ਹੁੰਦੇ ਆ। ਉਹ ਮੁੜ ਕੇ ਦੂਜੀ ਰਾ ਸਰਕਾਰ ਬਣ ਵੀ ਗਈ ਤੇ ਰੇਟ ਫਿਰ ਨਾ ਵਧੇ। ਪਰ ਇਹਦਾ ਮਤਲਬ ਇਹ ਹੋ ਗਿਆ ਵੀ ਇਹ ਸਰਕਾਰਾਂ ਦੇ ਨਾਲ ਲਿੰਕਡ ਹੈ, ਇਹ ਅਫਸਰਾਂ ਨਾਲ ਲਿੰਕਡ ਹੈ, ਜਿਹਦੇ ਨਾਲ ਵੀ ਲਿੰਕਡ ਹੈ, ਇਹ ਸਾਰਾ ਕੁਝ ਲੱਭ ਕੇ ਇਹਨਾਂ ਦਾ ਰਾਹ ਲੱਭ ਲਿਆ ਜਾਵੇ। ਦੂਜੀ ਗੱਲ, ਜਿੱਦਾਂ ਮਾਨ ਸਾਹਿਬ ਕਹਿੰਦੇ ਸੀ ਵੀ ਆਪਾਂ ਜਿਹੜੀਆਂ ਥਾਵਾਂ ਨੀਵੀਆਂ ਨੇ ਉਹਨਾਂ ਦੀ ਸਗੋਂ ਨਿਸ਼ਾਨਦੇਹੀ ਕਰ ਲਈਏ, ਪਛਾਣ ਲਈਏ, ਜਿੱਥੇ ਜਾਪਦਾ ਵੀ ਸੜਕ ਬਣੀ ਆ ਤੇ ਉੱਥੇ 4 ਪੁਲੀਆਂ ਬਣਾਉਣ ਦੀ ਲੋੜ ਆ ਜਾਂ ਉੱਥੇ ਪੂਰੇ ਪਾਉਣ ਦੀ ਲੋੜ ਆ, ਉਹ ਪਾ ਲਵਾਂਗੇ। ਇਹ ਸਗੋਂ ਚੰਗੀ ਗੱਲ ਹੈ ਜੇ ਇਸ ਤਰ੍ਹਾਂ ਕਰ ਲਿਆ ਜਾਵੇ ਵੀ ਹੁਣ ਉਹਨਾਂ ਥਾਵਾਂ ਦੀ ਪਛਾਣ ਕਰਕੇ ਜੇ ਕਲੋਨੀ ਜਾਂ ਕੁਝ ਉੱਥੇ ਰਿਹਾਇਸ਼ੀ ਏਰੀਆ ਬਣ ਵੀ ਗਿਆ ਤੇ ਉਸ ਰਿਹਾਇਸ਼ੀ ਏਰੀਏ ਕਲੋਨੀ ਦਾ ਜੇ ਕੋਈ ਹੱਲ ਹੋ ਸਕਦਾ ਵੀ ਮੰਨ ਲਓ ਨਾ ਉਹ ਉਸ ਰਿਹਾਇਸ਼ੀ ਏਰੀਏ ਦੇ ਥੱਲਿਓਂ ਦੀ ਕੋਈ ਗਲੀ ਦੇ ਥੱਲਿਓਂ ਦੀ ਕੋਈ ਵੱਖਰਾ ਵੱਡਾ ਸਟੋਰਮ ਸੀਵਰੇਜ ਟਾਈਪ ਜੇ ਪਾਇਆ ਜਾ ਸਕਦਾ, ਕੁਛ ਉਹੋ ਜਿਹਾ ਹੱਲ ਹੁਣ ਲੱਭ ਲਿਆ ਜਾਵੇ ਤਾਂ ਜੋ, ਕਿਉਂਕਿ ਇਹ ਕਿਹੜਾ ਵੀ ਹਰੇਕ ਸਾਲ ਹੜ੍ਹ ਆਉਂਦਾ, ਯਾਦ ਤਾਂ ਇਹੀ ਕਰਦੇ ਨੇ ਪਹਿਲਾਂ 88 ਵਾਲੇ ਜੀ, ਫਿਰ 93 ਵਾਲੇ ਜੀ, ਫਿਰ ਉਹ ਤੋਂ ਬਾਅਦ ਇੱਕਰਾ ਮੀਂਹ ਜੇ ਪਏ ਸੀ ਕਹਿੰਦੇ 2000 ਦੇ ਆਸ-ਪਾਸ, ਤੇ ਹੁਣ ਸ਼ਾਇਦ 20 22 23 ਸਾਲ ਬਾਅਦ ਫਿਰ ਦੁਬਾਰਾ ਕੁਝ ਇਹੋ ਜਿਹੀ ਆਫਤ ਆਈ ਹੈ। ਜੇ ਮੰਨ ਲਓ ਹੁਣ 2 4 5 ਸਾਲ ਲਾ ਕੇ ਸਰਕਾਰਾਂ ਨਿਸ਼ਾਨਦੇਹੀ ਕਰ ਲੈਣ ਤੇ ਉਹ ਜਾਣੇ ਜੇ ਕਿਤੇ ਕੱਲ੍ਹ ਨੂੰ ਕੋਈ ਇਹੋ ਜਿਹੀ ਕਰੋਪੀ ਆਵੇ ਤੇ ਉਦੋਂ ਜ਼ਿਆਦਾ ਨੁਕਸਾਨ ਨਾ ਆਊਗਾ। ਸੰਧਾਲੀਆ ਸਾਹਿਬ, ਹੁਣ ਮੀਂਹ ਦੀ ਗੱਲ ਕਰਦਿਆਂ ਹੜ੍ਹਾਂ ਦੀ ਗੱਲ ਕਰਦਿਆਂ ਆਪਾਂ ਦਿੱਲੀ ਨਹੀਂ ਭੁੱਲ ਸਕਦੇ। ਹਿਮਾਚਲ 'ਚ ਨੁਕਸਾਨ ਹੋਇਆ, ਹਰਿਆਣਾ ਨੁਕਸਾਨਿਆ ਗਿਆ, ਪਰ ਜੋ ਹਾਲਾਤ ਦਿੱਲੀ ਦੇ ਬਣੇ ਹੋਏ ਆ, ਜਮਨਾ ਦਾ ਪੱਧਰ ਪਾਣੀ ਦਾ ਖਤਰੇ ਦੇ ਨਿਸ਼ਾਨ ਤੋਂ ਕਈ ਮੀਟਰ ਉੱਪਰ ਹੈ। ਅਰਵਿੰਦ ਕੇਜਰੀਵਾਲ ਹੋਰਾਂ ਨੇ ਭਾਰਤੀ ਫੌਜ ਨੂੰ ਬੇਨਤੀ ਕੀਤੀ ਹੈ ਕਿ ਆ ਕੇ ਮੋਰਚਾ ਸੰਭੋ। ਹੁਣ ਤੁਸੀਂ ਦੇਖੋ ਕਿ ਮੁੱਖ ਮੰਤਰੀ ਹੋਰਾਂ ਦੇ ਘਰ ਕੋਲ ਪਾਣੀ ਹੈ, ਲਾਲ ਕਿਲੇ ਦੇ ਕੋਲ ਪਾਣੀ ਹੈ, ਰਾਜਘਾਟ ਦੇ ਕੋਲ ਪਾਣੀ ਹੈ, ਬਹੁਤ ਸਾਰੇ ਹਜ਼ਾਰਾਂ ਲੋਕ ਜਿਹੜੇ ਉਹ ਘਰੋਂ ਬੇਘਰ ਨੇ। ਹਾਲਾਤ ਇੱਥੋਂ ਤੱਕ ਵੀ ਨੇ ਕਿ ਪ੍ਰਧਾਨ ਮੰਤਰੀ ਸਾਹਿਬ ਫਰਾਂਸ ਦੇ ਦੌਰੇ ਤੇ, ਉੱਥੋਂ ਉਹਨਾਂ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਾਹਿਬ ਨੂੰ ਫੋਨ ਕੀਤਾ ਕਿ ਭਾਈ ਦਿੱਲੀ 'ਚ ਅੱਜ ਲੋੜ ਹੈ, ਤੇ ਜਦੋਂ ਦਿੱਲੀ ਦੇ ਵਿੱਚ ਲੋੜ ਹੈ ਤੇ ਫਿਰ ਸਾਨੂੰ ਕੰਮ ਜਿਹੜਾ ਉਧਰਲੇ ਪਾਸੇ ਜ਼ਰੂਰ ਕਰਨਾ ਚਾਹੀਦਾ। ਵੱਧ ਤੋਂ ਵੱਧ ਦਿੱਲੀ ਦੇ ਲੋਕਾਂ ਦੀ ਮਦਦ ਜਿੰਨੀ ਹੋ ਸਕੇ ਤੁਸੀਂ ਓਨੀ ਜਿਹੜੀ ਉਹ ਕਰੋ। ਸੋ ਇਸ ਵੇਲੇ ਜੋ ਦਿੱਲੀ ਦੇ ਵਿੱਚ ਹਾਲਾਤ ਬਣੇ ਆ, ਹਜ਼ਾਰਾਂ ਲੋਕ ਘਰੋਂ ਬੇਘਰ ਨੇ, ਉਹ ਸਾਰੀ ਚੀਜ਼ ਨੂੰ ਦੇਖਦੇ ਆ, ਕਿਉਂਕਿ ਪਹਿਲਾਂ ਵੀ ਇੱਕ ਵਾਰੀ ਬਿਆਨ ਦਿੱਤਾ ਸੀ ਨਾ ਕੇਜਰੀਵਾਲ ਸਾਹਿਬ ਨੇ ਕਿ ਸਾਡੇ ਪ੍ਰਬੰਧ ਦਿੱਲੀ ਦੇ ਵਿੱਚ ਪਾਣੀ ਦਾ ਪ੍ਰਵਾਹ ਦਾ ਪ੍ਰਬੰਧ ਜਿਹੜਾ ਹੈ, ਵਹਾਅ ਦਾ ਪ੍ਰਬੰਧ, ਉਹ ਸਧਾਰਨ ਮੀਂਹ ਨੂੰ ਸਹਿਣ ਕਰਨ ਜੋਗਾ, ਇੰਨਾ ਮੀਂਹ ਉਹ ਸਹਿਣ ਨਹੀਂ ਕਰ ਸਕਦਾ। ਉਹ ਦਿੱਲੀ ਵਾਲਿਆਂ ਨੇ ਵੀ ਇੱਕ ਦਿਨ ਕਿਹਾ ਸੀ ਕਿ ਭਾਈ ਹਰਿਆਣੇ ਵਾਲਿਆਂ ਨੇ ਪਾਣੀ ਛੱਡ ਦਿੱਤਾ ਤੇ ਸਾਡੇ ਆ ਕੁਝ ਹੋ ਗਿਆ। ਸੋ ਸਾਰੀਆਂ ਚੀਜ਼ਾਂ ਨਾਲੋਂ ਨਾਲ ਚੱਲ ਰਹੀਆਂ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਭਾਈ ਜਿੱਦਾਂ ਅਸੀਂ ਪੰਜਾਬ ਦੇ ਲਈ ਸੁੱਖ ਮੰਗਦੇ ਹਾਂ, ਪੰਜਾਬ ਲਈ ਆਸ ਤੇ ਅਰਦਾਸ ਕਰਦੇ ਹਾਂ, ਦਿੱਲੀ 'ਚ ਵੀ ਸਾਰਾ ਕੁਝ ਭਾਈ ਠੀਕ ਠਾਕ ਹੋਵੇ। ਨਹੀਂ ਦੇਖੋ, ਲੜਾਈ ਤੇ ਉੱਥੇ ਹੀ ਆ ਨਾ। ਜੇ ਆਪਾਂ ਕੈਮਰੇ ਵਾਲੀ ਗੱਲ ਕਰਦੇ ਹਾਂ ਤੇ ਕੈਮਰੇ ਵਾਲੀ ਕਮੀ ਦਿੱਲੀ 'ਚ ਵੀ ਹੈ ਨਹੀਂ ਕੋਈ ਵੀ, ਕਿਉਂਕਿ ਉੱਥੇ LG ਸਾਹਿਬ ਨੇ ਉਹ ਵੀ ਸੜਕਾਂ ਤੇ ਉਤਰੇ ਨੇ, ਕੈਮਰੇ ਉਹਨਾਂ ਦੇ ਵੀ ਅੱਗੇ ਪਿੱਛੇ ਨੇ, ਮੀਡੀਆ ਉਹਨਾਂ ਕੋਲੋਂ ਵੀ ਸਵਾਲ ਪੁੱਛਦਾ, ਅੱਗੋਂ ਉਹ ਵੀ ਕਹਿੰਦੇ ਨੇ ਵੀ ਸਾਰਾ ਕੁਝ ਕਰ ਰਹੇ ਹਾਂ। ਜੇ ਕੋਈ ਟੇਢਾ ਸਵਾਲ ਆਉਂਦਾ ਉਹ ਕਹਿੰਦੇ ਨਹੀਂ ਇਸ ਵਕਤ ਰਾਜਨੀਤੀ ਦੀ ਗੱਲ ਕੋਈ ਨਹੀਂ ਕਰਨੀ। ਜੇ ਆਮ ਆਦਮੀ ਪਾਰਟੀ ਦੇ ਕਿਸੇ ਲੀਡਰ ਦੀ ਗੱਲ ਸੁਣਦੇ ਆ ਤੇ ਉਹ ਕਹਿੰਦੇ ਜੀ ਆਹ ਦੇਖ ਲਓ ਜੀ, ਸਾਰਾ ਕੁਝ ਕਹਿੰਦੇ ਸੀ LG ਸਾਹਿਬ ਕਰਨਗੇ, ਕੇਂਦਰ ਸਰਕਾਰ ਕਰੂਗੀ, ਸਾਡੇ ਹੱਥ ਵੱਸ ਕੁਛ ਨਹੀਂ, ਅੱਜ ਅਸੀਂ ਡੁੱਬੇ ਬੈਠੇ ਹਾਂ, ਲੋਕ ਡੁੱਬੇ ਨੇ, ਇਹ ਸਾਡੀ ਹੁਣ ਬਾਂਹ ਨਹੀਂ ਫੜਦੇ।
ਉਹ ਜਦੋਂ ਉਹਨਾਂ ਨੂੰ ਕੋਈ ਪੁੱਛਿਆ ਜਾਂਦਾ ਉਹ ਕਹਿੰਦੇ ਨਹੀਂ ਵੈਸੇ ਤਾਂ ਚਲੋ ਹੁਣ ਅੱਗੇ ਨਾਲੋਂ ਸਹਿਯੋਗ ਮਿਲ ਰਿਹਾ, ਅਸੀਂ ਕਰ ਰਹੇ ਹਾਂ। ਪਰ ਇੱਕ ਗੱਲ ਪੱਕੀ ਆ ਕਿ ਵੀ ਜਿਹੜੀ ਯਮਨਾ ਦਾ ਪਾਣੀ ਜਿਸ ਲੈਵਲ ਤੱਕ ਚੜ੍ਹ ਗਿਆ, ਤੇ ਉੱਥੇ ਜਿੱਦਾਂ ਕੁਛ ਮੀਡੀਆ ਹਾਊਸਿਸ ਵੱਲੋਂ ਉੱਥੇ ਲੋਕਾਂ ਨਾਲ ਕੀਤੀ ਗੱਲਬਾਤ ਨੂੰ ਮੈਂ ਸੁਣ ਰਿਹਾ ਸੀ, ਕਈ ਬਜ਼ੁਰਗ ਕਹਿੰਦੇ ਵੀ ਯਾਰ ਅਸੀਂ ਤਾਂ ਇਹ ਦੇਖਿਆ ਨਹੀਂ ਸੀ, ਕੋਈ ਵਿਰਲੇ ਵਾਂਝੇ ਨੇ 78 ਦੀ ਗੱਲ ਜ਼ਰੂਰ ਕੀਤੀ ਸੀ ਵੀ 1978 'ਚ ਪਾਣੀ ਆਇਆ ਸੀ, ਪਰ ਉਹ ਇੰਨਾ ਨਹੀਂ ਸੀ ਆਇਆ। ਇਹ ਤਾਂ ਮਤਲਬ ਇਹ ਹੋ ਗਿਆ ਵੀ 1978 ਤੋਂ ਬਾਅਦ ਹੁਣ 2023 'ਚ ਪਾਣੀ ਉਹ ਜਿਹਾ ਜਾਂ ਉਸ ਤੋਂ ਵੱਧ ਬਜ਼ੁਰਗਾਂ ਨੇ ਉੱਥੇ ਦੇਖਿਆ। ਇੰਨੇ ਸਾਲ ਜੇ ਲੰਘ ਗਏ, ਤੇ ਇੱਕ ਚੀਜ਼ ਨੋਟ ਕਰਨ ਵਾਲੀ ਹੈ ਵੀ 1978 ਵਾਲੀ ਦਿੱਲੀ ਤੇ 2023 ਵਾਲੀ ਦਿੱਲੀ 'ਚ ਬਹੁਤ ਜ਼ਿਆਦਾ ਫਰਕ ਆ। ਪਰ ਜੇ ਉਦੋਂ ਹਾਲਾਤ ਇਹੋ ਜਿਹੇ ਸੀਗੇ ਤੇ ਅੱਜ ਸੇਮ ਹਾਲਾਤ ਉਹੋ ਜਿਹੇ ਨੇ ਵੀ ਉਹੀ ਜੇ ਯਮਨਾ ਦਾ ਪਾਣੀ ਚੜ੍ਹ ਜਾਵੇ ਤੇ ਉੱਤੋਂ ਮੀਂਹ ਪੈ ਜਾਵੇ, ਤੇ ਸਾਨੂੰ ਕੋਈ ਰਾਹ ਨਹੀਂ ਲੱਭਦਾ ਕਿ ਨਾ ਅਸੀਂ ਆਪਣੀਆਂ ਕੋਈ ਪੁਰਾਤਨ ਧਰੋਹਰਾਂ ਬਚਾ ਸਕੀਏ, ਨਾ ਕੋਈ ਇੰਪੋਰਟੈਂਟ ਥਾਵਾਂ ਬਚਾ ਸਕੀਏ, ਨਾ ਲੋਕਾਂ ਨੂੰ ਬਚਾ ਸਕੀਏ, ਨਾ ਕੋਈ ਆਵਾਜਾਈ ਦਾ ਸਾਧਨ ਹੋਵੇ। ਤੇ ਫਿਰ ਮੈਂ ਸੋਚਦਾ ਹੁੰਦਾ ਵੀ ਇਸੇ ਦਿਨ ਹੀ ਜਦੋਂ ਇਹ ਸਾਰਾ ਕੁਝ ਚੱਲਦਾ ਸੀ, ਵਿੱਚ ਉਹ ਖਬਰ ਚੱਲਦੀ ਸੀ, ਆਪਾਂ ਥੋੜ੍ਹੀ ਜਿਹੀ ਗੱਲ ਉਹਦੀ ਕਰ ਲੈਂਦੇ ਹਾਂ ਵੀ ਹੁਣ ਜੀ ਚੰਦਰਯਾਨ ਦਾ ਪ੍ਰੋਜੈਕਟ ਅਗਲਾ ਚੱਲ ਪਿਆ, ਤੇ ਹੁਣ ਦੇਖੋ ਭਾਰਤ ਨੇ ਚੰਦਰਮਾ ਦੇ ਉੱਪਰ ਜਾ ਕੇ ਪਤਾ ਕਰ ਲੈਣਾ ਵੀ ਉੱਥੇ ਇੱਦਾਂ ਤੇ ਉੱਥੇ ਉੱਦਾਂ ਤੇ ਉੱਥੇ ਕੀ ਹੈ ਤੇ ਕੀ ਨਹੀਂ ਹੈ। ਮੈਂ ਸੋਚਾਂ ਵੀ ਹੋ ਸਕਦਾ ਕੋਈ ਬੰਦਾ ਇਹਨੂੰ ਆਖੇ ਵੀ ਬਹੁਤ ਪ੍ਰਾਊਡ ਦੀ ਗੱਲ ਆ, ਪਰ ਮੈਂ ਸੋਚਦਾ ਵੀ ਜਿੰਨਾ ਪੈਸਾ ਜਿੰਨਾ ਖਰਚਾ ਇਸਰੋ ਵਾਲੇ ਪਾਸਿਓਂ ਕਦੀ ਮੰਗਲਯਾਨ ਤੇ ਕਦੀ ਚੰਦਰਯਾਨ ਦੇ ਉੱਪਰ ਲਾਇਆ ਜਾ ਰਿਹਾ, ਉਹ ਮੰਗਲ ਗ੍ਰਹਿ ਤੇ ਚੰਦਰ ਗ੍ਰਹਿ ਤੇ ਜਾ ਕੇ ਆਪਾਂ ਕਰਾਂਗੇ ਕੀ ਜੇ ਆਪਣੇ ਕੋਲ ਆਪਣੀ ਦਿੱਲੀ ਦੇ ਨਹੀਂ ਹਿਸਾਬ ਤਾਂ ਲੱਗਣ ਡਿਆ ਵੀ ਯਾਰ ਇੱਥੇ ਪਾਣੀ ਨੂੰ ਕਿੱਦਾਂ ਕੱਢਣਾ। ਜ਼ਰੂਰੀ ਹੈ ਜੀ, ਕਈ ਵਾਰੀ ਤਰਜੀਹਾਂ ਤੁਹਾਨੂੰ ਨਿਰਧਾਰਿਤ ਕਰਨੀਆਂ ਪੈਂਦੀਆਂ। ਅਸੀਂ ਨਹੀਂ ਕਹਿੰਦੇ ਕਿ ਉਹ ਵਿਗਿਆਨਕ ਖੋਜਾਂ ਨਾ ਕੀਤੀਆਂ ਜਾਣ, ਉਹ ਨਾਲੋਂ ਨਾਲ ਚੱਲਦੀਆਂ, ਪਰ ਲੋਕਾਂ ਦਾ ਮੁੱਢਲੇ ਪੱਧਰ ਦੇ ਉੱਤੇ ਜਿਹੜਾ ਬੁਰਾ ਹਾਲ ਹੋਇਆ, ਉਹਦੇ ਵਿੱਚੋਂ ਲੋਕਾਂ ਨੂੰ ਉਸ ਤੰਗੀ ਦੇ ਵਿੱਚੋਂ, ਉਸ ਸਮੱਸਿਆ ਦੇ ਵਿੱਚੋਂ ਬਾਹਰ ਕੱਢਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਫਿਰ ਔਖਾ ਹੋ ਜਾਊਗਾ ਸਾਰਾ ਕੰਮ। ਹੁਣ ਸੰਧਾਲੀਆ ਸਾਹਿਬ, ਤੁਸੀਂ 1978 ਦਾ ਜ਼ਿਕਰ ਕੀਤਾ ਸੀ ਨਾ, ਉਹ ਜਿਹੜਾ 1978 ਵਾਲਾ ਮਸਲਾ ਸੀ, ਕਿਉਂਕਿ ਦਿੱਲੀ ਕਈਆਂ ਨਾਲ ਗੱਲ ਹੋਈ ਤੇ ਉਹ ਕਹਿੰਦੇ ਜੀ ਉਦੋਂ ਦਿੱਲੀ 'ਚ ਕਿਸ਼ਤੀਆਂ ਚੱਲ ਗਈਆਂ ਸੀ। ਹੁਣ 78 ਦਾ ਮਤਲਬ ਇਹ ਆ ਕਿ ਐਮਰਜੈਂਸੀ 1975 ਤੋਂ 77 ਤੱਕ ਲੱਗੀ। ਉਦੋਂ ਕਹਿੰਦੇ ਵੱਡੇ ਵੱਡੇ ਲੀਡਰ, ਇੰਦਰਾ ਗਾਂਧੀ ਉਹ ਵੀ ਉਦੋਂ ਜੀਪ ਦੇ ਵਿੱਚ ਸੀ, ਕਿਉਂਕਿ ਸੱਤਾ ਦੇ ਵਿੱਚ ਨਹੀਂ ਸੀ, ਉਹ ਹੈਲੀਕਾਪਟਰ ਦੇ ਵਿੱਚ ਨਹੀਂ ਸੀ ਉਦੋਂ, ਤੇ ਉਦੋਂ ਹੋਰ ਜਿਹੜੇ ਸੱਤਾਧਾਰੀ ਸੀਗੇ ਉਹ ਹੈਲੀਕਾਪਟਰ ਦੇ ਵਿੱਚ ਸੀ। ਉਦੋਂ ਦਿੱਲੀ ਦੀਆਂ ਸੜਕਾਂ ਦੇ ਉੱਤੇ ਕਈ ਫੁੱਟ ਪਾਣੀ ਸੀ, ਜਿੱਦਾਂ ਅੱਜ ਪੰਜਾਬ ਦੇ ਲੋਕ ਚੁਬਾਰਿਆਂ ਦੇ ਵਿੱਚ ਬੈਠੇ ਆ, ਛੱਤਾਂ ਦੇ ਉੱਤੇ ਬੈਠੇ ਆ, ਉਸੇ ਤਰੀਕੇ ਉਦੋਂ ਦਿੱਲੀ ਦੇ ਲੋਕਾਂ ਦੇ ਹਾਲਾਤ ਜਿਹੜੇ ਉਹ ਇੰਨੇ ਮਾੜੇ ਬਣੇ ਹੋਏ ਸੀ। ਚਲੋ ਅਸੀਂ ਤਾਂ ਕਹਿੰਦੇ ਆ ਕਿ ਕਿਸੇ ਪਾਸੇ ਵੀ ਗੱਲ ਨਾ ਲੱਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਕ ਗੱਲੋਂ ਪਿੱਠ ਥਾਪੜਨੀ ਪਊਗੀ ਸੰਧਾਲੀਆ ਸਾਹਿਬ, ਇੱਕ ਗੱਲੋਂ ਸਰਾਹਨਾ, ਸ਼ਲਾਘਾ, ਜੋ ਵੀ ਆਪਾਂ ਸ਼ਬਦ ਵਰਤ ਲਈਏ ਉਹ ਕਰਨੀ ਪਊਗੀ ਸੰਧਾਲੀਆ ਸਾਹਿਬ। ਉਹ ਇਹ ਹੈ ਕਿ SGPC ਨੇ ਬੇਜ਼ੁਬਾਨਾਂ ਦੀ ਵੀ ਹੁਣ ਸਾਰ ਲਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਵਿੱਚ 20 ਗੁਰੂ ਘਰਾਂ ਦੇ ਕੰਟੈਕਟ ਨੰਬਰ ਜਾਰੀ ਕੀਤੇ ਆ, 20 ਗੁਰੂ ਘਰਾਂ ਦੇ ਵਿੱਚ ਸੈਂਟਰ ਖੋਲ੍ਹ ਦਿੱਤੇ ਆ, ਜਿੱਥੇ ਪਸ਼ੂਆਂ ਦੇ ਲਈ ਪੱਠੇ, ਜਿੱਥੇ ਪਸ਼ੂਆਂ ਦੇ ਲਈ ਤੂੜੀ ਤੇ ਹੋਰ ਜਿਹੜਾ ਨਿੱਕ ਸੁੱਕ ਪਸ਼ੂਆਂ ਦੇ ਲਈ ਚਾਹੀਦਾ ਬਹੁਤ ਜ਼ਰੂਰੀ ਹੁੰਦਾ, ਉਹਦਾ ਪ੍ਰਬੰਧ ਕਰ ਦਿੱਤਾ। ਮੈਂ ਕਹਿੰਦਾ ਕਿ ਧੰਨਵਾਦ ਹੈ, ਕਿਉਂਕਿ ਬੇਜ਼ੁਬਾਨਾਂ ਦੀ ਕੌਣ ਪੁੱਛਦਾ, ਉਹਨਾਂ ਨੂੰ ਕਿਹੜੀਆਂ ਵੋਟਾਂ ਨੇ, ਉਹਨਾਂ ਤੋਂ ਕਿਸੇ ਨੇ ਕੀ ਲੈਣਾ। ਹਾਲਾਂਕਿ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਲੋਕ ਜਿਹੜੇ ਵੱਟ ਬੰਨੇ ਦੇ ਲਈ ਲੜ ਪੈਂਦੇ ਹੁੰਦੇ ਆ, ਜਿਹੜੇ ਇਸ ਵੇਲੇ ਕਹਿੰਦੇ ਕਿ ਭਾਈ ਪੱਠਿਆਂ ਦਾ ਭਾਅ ਬੜਾ ਵਧਿਆ, ਇਹ ਵੀ ਹੋ ਸਕਦਾ ਸੀ ਕਿ ਉਹ ਪੱਠਿਆਂ ਦੀ ਟਰਾਲੀ ਵੜਾ ਕੇ ਵੇਚ ਦਿੰਦੇ ਬਾਜ਼ਾਰ 'ਚ। ਬੜੇ ਲੋਕ ਨੇ ਆਪਣੇ ਖੇਤਾਂ ਦੇ ਵਿੱਚੋਂ ਆਪ ਦਿਹਾੜੀ ਦੇ ਕੇ ਪੱਲਿਓਂ ਪੱਠੇ ਵੜਾ ਕੇ ਉਹ ਹੜ੍ਹ ਪੀੜਤਾਂ ਦੇ ਲਈ ਅਪੜਦਾ ਕਰ ਰਿਹਾ ਕਿ ਭਾਈ ਆਪਣਾ ਪਸ਼ੂ ਪਾ ਸੰਭੋ, ਆਪਣੇ ਦੁਧਾਰੂ ਪਸ਼ੂ, ਆਪਣੇ ਕੰਮ ਦੇ ਪਸ਼ੂ ਜਿਹੜੇ ਆ ਉਹਨਾਂ ਨੂੰ ਆ ਪੱਠੇ ਤੇ ਆ ਤੂੜੀ ਪਾਓ ਭਾਈ, ਰੁਪਈਆ ਟਕਾ ਕੋਈ ਨਹੀਂ ਲੈਣਾ, ਬਸ ਸੇਵਾ। ਇੱਕ ਬੰਦਾ ਮੈਂ ਪਿਛਲੇ ਦਿਨ ਵੀ ਜ਼ਿਕਰ ਕੀਤਾ ਸੀ, ਫੇਰ ਕਰਨਾ ਚਾਹੁੰਦਾ, ਪਾੜ ਪੈ ਗਿਆ ਕਈ ਥਾਵਾਂ ਤੇ, ਮਜ਼ਦੂਰ ਬਿਨਾਂ ਦਿਹਾੜੀ ਲੈ ਘਰਾਂ ਦੇ ਵਿੱਚੋਂ ਆਪ ਕਈਆਂ ਲੈ ਕੇ ਉਹ ਪਾੜ ਪੂਰਨ ਦੇ ਲਈ ਲੱਗੇ, ਕਹਿੰਦੇ ਦਿਹਾੜੀ ਥੋੜੀ ਲੈਣੀ ਹੈ, ਸਾਰਿਆਂ ਦਾ ਸਾਂਝਾ ਕੰਮ ਆ, ਬਾਬਾ ਸਾਨੂੰ ਰੋਟੀ ਦੇਵੇ। SGPC ਵਾਲਿਓ ਬਹੁਤ ਧੰਨਵਾਦ, ਤੁਸੀਂ ਪੱਠਿਆਂ ਦਾ ਤੂੜੀ ਦਾ ਪ੍ਰਬੰਧ ਕਰ ਰਹੇ ਹੋ, ਨਹੀਂ ਤਾਂ ਆਮ ਲੋਕਾਂ ਦੇ ਵਿੱਚ ਇੰਨੀ ਹਿੰਮਤ ਨਹੀਂ ਹੁੰਦੀ। ਤੁਹਾਡੇ ਕੋਲੇ 4 ਪੈਸੇ ਨੇ ਚੜਾਵੇ ਦੇ, ਤੁਹਾਡੇ ਕੋਲੇ ਮੈਨ ਪਾਵਰ ਹੈ, ਤੁਹਾਡੇ ਕੋਲੇ ਸਾਧਨ ਹੈ, ਜਿਹੜਾ ਕੰਮ ਤੁਸੀਂ ਅੱਧੇ ਘੰਟੇ 'ਚ ਕਰ ਲੈਣਾ ਆਮ ਬੰਦੇ ਤੋਂ ਉਹ 5 ਘੰਟਿਆਂ ਦੇ ਵਿੱਚ ਵੀ ਨਹੀਂ ਹੋਣਾ। ਮੈਨੂੰ ਲੱਗਦਾ ਹੈ ਸੰਧਾਲੀਆ ਸਾਹਿਬ, ਜਿਸ ਤਰੀਕੇ ਮੋਬਾਈਲ ਵੈਨਾਂ SGPC ਨੇ ਜਾਰੀ ਕੀਤੀਆਂ ਕਿ ਭਾਈ ਜਾ ਕੇ ਟ੍ਰੀਟਮੈਂਟ ਕਰੋ ਲੋਕਾਂ ਦਾ, ਜਿਸ ਤਰੀਕੇ ਗੁਰੂ ਕਾ ਲੰਗਰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਪੁੱਜ ਰਹੇ ਹੈ, ਜਿਸ ਤਰੀਕੇ ਦੇ ਨਾਲ ਹੁਣ ਪੱਠਿਆਂ ਦਾ ਪ੍ਰਬੰਧ ਕਰਨ ਦਾ ਯਤਨ ਕਰ ਰਹੇ ਹੈ, ਸ਼ਲਾਘਾ ਤਾਂ ਕਰਨੀ ਬਣਦੀ ਹੈ, ਹੋਰ ਕਦੋਂ ਕਰਨੀ ਹੁੰਦੀ ਹੈ। ਨਹੀਂ ਬਿਲਕੁਲ, ਮੇਰਾ ਖਿਆਲ ਇਹੋ ਹੀ ਤੇ ਉਹ ਸਮਾਂ ਨਾ ਜਿਹੜੇ ਸਮੇਂ ਦੇ ਉੱਪਰ ਪਤਾ ਲੱਗਦਾ ਹੁੰਦਾ ਕਿ ਵਾਕਈ ਜਿਹੜੀਆਂ ਸੰਸਥਾਵਾਂ ਬਣਾਈਆਂ ਹੀ ਇਸ ਲਈ ਨੇ ਜਾਂ ਬਣੀਆਂ ਹੀ ਇਸ ਲਈ ਨੇ ਵੀ ਜੇ ਕਿਤੇ ਲੋਕਾਂ ਨੂੰ ਤਕਲੀਫ ਹੋਵੇ ਤੇ ਉਹ ਅੱਗੇ ਆਉਂਦੀਆਂ ਨੇ। ਹੁਣ ਜਿੱਦਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਗੇ ਆਈ ਹੈ, ਜਿੱਦਾਂ ਤੁਸੀਂ ਦੱਸਿਆ ਕਿ ਵੀ ਉਹ ਸਾਰੇ ਥਾਂ ਦੇ ਉੱਪਰ ਪ੍ਰਬੰਧ ਕਰ ਰਹੀ, ਚੰਗੀ ਗੱਲ ਆ। ਪਰ ਇਹਦੇ ਵਿੱਚ ਆਪਾਂ ਇਹ ਵੀ ਕੰਸੂਆਂ ਦੇਖਦੇ ਸੁਣਦੇ ਹਾਂ ਸੋਸ਼ਲ ਮੀਡੀਆ 'ਤੇ, ਕਿਉਂਕਿ ਨਾਲ ਦੀ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਅਕਾਲੀ ਦਲ ਵੀ ਹੈਗਾ, ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਹਿਬ, ਉਹਨਾਂ ਦਾ ਵੀ ਕਿਉਂਕਿ 2-3 ਟਰੱਕਾਂ ਨੂੰ ਉਹਨਾਂ ਨੇ ਹਰੀ ਝੰਡੀ ਦੇ ਕੇ ਤੋਰਿਆ, ਉਹਦੇ 'ਚ ਵੀ ਆਹੀ ਪਸ਼ੂਆਂ ਦਾ ਚਾਰਾ ਹੀ ਸੀ। ਉਹਨਾਂ ਦੀ ਵੀ ਮੀਡੀਆ ਨੂੰ ਬਾਈਟ ਇਹੀ ਸੀ ਵੀ ਹਾਂ ਵੀ
ਇਹਨਾਂ ਦਾ ਵੀ ਪਤਾ ਲੈਣ ਦੀ ਲੋੜ ਹੈ ਜੀ। ਜੇ ਦੁਧਾਰੂ ਪਸ਼ੂ ਮਰ ਗਏ ਤੇ ਫਿਰ ਆਪਣਾ ਇਹ ਵੀ ਨੁਕਸਾਨ ਹੋ ਜਾਣਾ, ਇਸ ਕਰਕੇ ਅਸੀਂ ਉਹਨਾਂ ਲਈ ਵੀ ਕਰ ਰਹੇ ਹਾਂ। ਹੁਣ ਜੇ ਤੇ ਕੋਈ ਉਹਨਾਂ ਨੂੰ ਲਿੰਕ ਕਰੇ ਵੀ ਹਾਂ ਵੀ ਪੈਸਾ SGPC ਦਾ ਤੇ ਨੰਬਰਦਾਰੀ ਜਾਂ ਚੌਧਰੀ ਜਿਹੜੀ ਹੈ ਜੀ ਉਹ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ, ਮੈਨੂੰ ਲੱਗਦਾ ਹੁੰਦਾ ਯਾਰ ਹੋ ਜਾਵੇ ਕੀ ਫ਼ਰਕ ਪੈ ਜਾਊਗਾ। ਜੇ ਅਗਲੇ ਕਹਿਣਗੇ ਵੀ ਯਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਮੈਂਬਰ ਕਿਹਦੇ ਜ਼ਿਆਦਾ, ਸਾਡੇ ਪਾਰਟੀ ਕਿਹਨਾਂ ਦੀ, ਸ਼੍ਰੋਮਣੀ ਅਕਾਲੀ ਦਲ ਦੀ, ਪ੍ਰਧਾਨਗੀ ਵਾਲੇ ਪਾਸੇ ਚਲੇ ਜਾਓ, ਪ੍ਰਧਾਨ ਕਿਹਨਾਂ ਦਾ ਜੀ, ਸ਼੍ਰੋਮਣੀ ਅਕਾਲੀ ਦਲ ਦਾ। ਜਦੋਂ ਪਾਰਟੀ ਇੱਕ ਆ, ਉਹਨਾਂ ਦਾ ਉੱਥੇ ਸਾਰਾ ਪ੍ਰਬੰਧ ਆ, ਤੇ ਜੇ ਉਹ ਰਲ ਕੇ ਲੋਕਾਂ ਦਾ ਪਤਾ ਲੈ ਲੈਣਗੇ ਤਾਂ ਉਹ 'ਚ ਹਰਜ ਕੀ ਆ। ਮੈਂ ਤਾਂ ਅੱਗੇ ਵੀ ਬੇਨਤੀ ਕਰਾਂ, ਜਦੋਂ ਆਪਾਂ ਇਸ ਚੀਜ਼ ਦੇ ਉੱਪਰ ਆਣ ਕੇ ਸਿਆਸਤ ਕਰਦੇ ਨਾ ਵੀ ਆਹ ਦੇਖਿਆ ਹੀ ਫਲਾਨਾ ਫਲਾਨੀ ਚੀਜ਼ ਦੇ ਉੱਪਰ ਕਰ ਰਿਹਾ, ਇਹ ਇੱਦਾਂ ਨਹੀਂ ਹੈ, ਹੁੰਦਾ ਹੀ ਆ। ਮੰਨ ਲਓ ਅੱਜ ਆਮ ਆਦਮੀ ਪਾਰਟੀ ਆ, ਉਹਦੇ ਕੋਲੇ ਸੱਤਾ, ਤੇ ਜੇ ਕਹੇ ਕਿ ਵੀ ਹਾਂ ਵੀ ਕਿਸ਼ਤੀਆਂ ਜਾਂ ਪ੍ਰਬੰਧ ਜਾਂ ਅਫਸਰਾਂ ਨੇ ਗੱਲ ਕਿਹਦੀ ਮੰਨਣੀ ਆ, ਉਹ ਕਾਂਗਰਸ ਦੀ ਥੋੜ੍ਹਾ ਮੰਨਣਗੇ, ਆਮ ਆਦਮੀ ਪਾਰਟੀ ਦੀ ਮੰਨਣਗੇ। ਤੇ ਅੱਜ ਤੋਂ 2 ਸਾਲ ਪਹਿਲਾਂ ਕਾਂਗਰਸ ਦੀ ਸਰਕਾਰ ਸੀ, ਉਦੋਂ ਜੇ ਕੋਈ ਆਖੇ ਵੀ ਆਮ ਆਦਮੀ ਪਾਰਟੀ ਦਾ MLA ਜਿਹੜੇ ਉਦੋਂ ਵੀ 5-7-10 ਸੀਗੇ, ਉਹ ਕਿਤੇ ਫੋਨ ਕਰਕੇ ਆਖੇ ਵੀ DC ਮੇਰੇ ਕੋਲੇ ਆਵੇ, ਕੈਪਟਨ ਸਾਹਿਬ ਕੋਲੇ, ਜਾਂ ਉਦੋਂ ਦੇ ਜਿਹੜੇ ਚੰਨੀ ਸਾਹਿਬ ਮੁੱਖ ਮੰਤਰੀ ਸੀ ਉਹਨਾਂ ਕੋਲ ਨਾ ਜਾਵੇ, ਇੱਦਾਂ ਨਹੀਂ ਹੁੰਦਾ ਨਾ। ਸੋ ਜਿਹਦੇ ਕੋਲੇ ਜਿਹੜੀ ਚੀਜ਼ ਹੈ ਉਹਨੇ ਉਸ ਚੀਜ਼ ਨੂੰ ਆਪਣੇ ਹਿਸਾਬ ਨਾਲ ਵਰਤਣਾ ਹੁੰਦਾ। ਪਰ ਜੇ ਉੱਥੇ ਲੋਕਾਂ ਦਾ ਫਾਇਦਾ ਹੋ ਰਿਹਾ, ਜੇ ਆਮ ਲੋਕਾਂ ਦਾ ਫਾਇਦਾ ਹੋ ਰਿਹਾ, ਜੇ ਜਿੱਥੇ ਉਹ ਫਸੇ ਨੇ, ਜੇ ਕਿਸੇ ਦੀ ਬਾਂਹ ਫੜੀ ਜਾ ਰਹੀ ਹੈ, ਤੇ ਮੈਨੂੰ ਲੱਗਦਾ ਹੁੰਦਾ ਉਹਨੂੰ ਨਿਕਲ ਦੇਣਾ ਚਾਹੀਦਾ, ਉਹਨੂੰ ਚੱਲਣ ਦੇਣਾ ਚਾਹੀਦਾ। ਪਾਣੀ ਕਿਤੇ ਸਦਾ ਥੋੜ੍ਹਾ ਰਹਿਣਾ, ਜਾਂ ਡੰਗਰਾਂ ਨੂੰ ਪੱਠੇ ਕਿਤੇ ਸਦਾ ਥੋੜ੍ਹਾ ਲੋੜ ਪੈਣੀ ਹੈ। ਉਹ ਜਿੰਨਾ ਕੁ ਚਿਰ ਹੈਗਾ ਉਸ ਸੁਭਾਅ ਦੇ ਵਿੱਚ ਉਸ ਚੀਜ਼ ਨੂੰ ਨਿਕਲ ਦੇਣਾ ਚਾਹੀਦਾ। ਸਗੋਂ ਪਿੱਠ ਥਾਪੜਨੀ ਚਾਹੀਦੀ, ਜੋ ਜਿੱਥੇ ਜਿਵੇਂ ਜਿੱਦਾਂ ਕਰ ਰਿਹਾ, ਘੱਟੋ ਘੱਟ ਭਲਾ ਤੇ ਕਰ ਰਿਹਾ, ਫਾਇਦਾ ਤੇ ਕਰ ਰਿਹਾ ਕਿਸੇ ਦਾ। ਨਹੀਂ, ਜ਼ਰੂਰੀ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੇ ਜ਼ਿਕਰ ਚੱਲਿਆ ਸੰਧਾਲੀਆ ਸਾਹਿਬ, ਤੇ ਆਪਾਂ ਜ਼ਿਕਰ ਨੂੰ ਅੱਗੇ ਵਧਾਉਣੇ ਆ। ਗੁਰਬਾਣੀ ਦਾ ਪ੍ਰਸਾਰਣ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਕਿੱਡਾ ਵੱਡਾ ਰੌਲਾ ਪਿਆ। ਮਾਮਲਾ ਪੰਜਾਬ ਕੈਬਨਿਟ ਤੋਂ ਹੋ ਕੇ ਮੁੱਖ ਮੰਤਰੀ ਸਾਹਿਬ ਦੇ ਟਵੀਟ ਤੱਕ ਪੁੱਜਦਾ ਹੈ, ਟਵੀਟ ਤੋਂ ਅੱਗੇ ਵਿਧਾਨ ਸਭਾ 'ਚ ਜਾਂਦਾ ਹੈ, ਵਿਧਾਨ ਸਭਾ ਤੋਂ ਅੱਗੇ ਸਪੀਕਰ ਸਾਹਿਬ ਤੋਂ ਹੋ ਕੇ ਰਾਜਪਾਲ ਸਾਹਿਬ ਦੇ ਕੋਲ ਜਾਂਦਾ ਹੈ। ਇੱਕ ਚੈਨਲ ਨੂੰ ਅਧਿਕਾਰ ਸੀ, ਮੁੱਖ ਮੰਤਰੀ ਹੋਰੀ ਕਹਿੰਦੇ ਕਿਉਂ, ਸਾਰਿਆਂ ਨੂੰ ਕਿਉਂ ਨਹੀਂ, ਗੁਰਬਾਣੀ ਮੁਫਤ ਸਾਰੀ ਦੁਨੀਆ ਦੇ ਵਿੱਚ ਸੁਣਾਈ ਜਾਵੇ, ਇਹਦੇ ਤੋਂ ਵੱਡਾ ਵਧੀਆ ਕੁਝ ਨਹੀਂ ਹੋ ਸਕਦਾ, ਮੁੱਖ ਮੰਤਰੀ ਸਾਹਿਬ ਦਾ ਕਹਿਣਾ ਸੀ। ਧਾਮੀ ਸਾਹਿਬ ਨੇ ਮੋਹਰਿਓ ਕਿਹਾ ਸੀ ਕਿ ਭਾਈ SGPC ਦੇ ਮਾਮਲਿਆਂ 'ਚ ਦਖਲ ਨਾ ਦਿਓ ਮੁੱਖ ਮੰਤਰੀ ਸਾਹਿਬ, ਤੁਹਾਨੂੰ ਅਧਿਕਾਰ ਨਹੀਂ, SGPC ਸਮਰੱਥ ਹੈ। ਚਲੋ, ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਭਾਈ ਜਥੇਦਾਰ ਸਾਹਿਬ ਨੇ ਤੁਹਾਨੂੰ ਕਿਹਾ ਸੀ ਕਿ SGPC ਵਾਲਿਓ ਆਪਣਾ ਚੈਨਲ ਸ਼ੁਰੂ ਕਰੋ, ਤੁਸੀਂ ਚੈਨਲ ਕਿਉਂ ਨਹੀਂ ਸ਼ੁਰੂ ਕੀਤਾ ਅਜੇ ਤੱਕ, ਤੁਸੀਂ ਤਾਂ ਜਥੇਦਾਰ ਦਾ ਵੀ ਹੁਕਮ ਨਹੀਂ ਮੰਨਿਆ। ਬਹੁਤ ਕੁਝ ਹੋਇਆ। ਧਾਮੀ ਸਾਹਿਬ ਰਾਜਪਾਲ ਸਾਹਿਬ ਨੂੰ ਮਿਲਣ ਗਏ, ਧਾਮੀ ਸਾਹਿਬ ਨੇ ਕੇਸ ਬਣਾ ਕੇ ਵਿਸ਼ੇਸ਼ ਇਜਲਾਸ ਜਿਹੜਾ SGPC ਦਾ, ਉਹਦਾ ਕੇਸ ਬਣਾ ਕੇ ਗ੍ਰਹਿ ਮੰਤਰੀ ਭਾਰਤ ਸਰਕਾਰ ਨੂੰ ਭੇਜਿਆ। ਉਹਦੇ ਤੋਂ ਬਾਅਦ ਸੰਧਾਲੀਆ ਸਾਹਿਬ ਹੁਣ ਕੀ ਹਾਲਾਤ ਨੇ? ਅੱਜ ਇੱਕ ਪ੍ਰੈਸ ਕਾਨਫਰੰਸ ਦੀ ਚਰਚਾ ਸਾਰੇ ਪਾਸੇ, ਕਿਉਂਕਿ ਕੱਲ ਹੋਈ ਹੈ PCO। ਧਾਮੀ ਸਾਹਿਬ ਬੈਠੇ ਆ, ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਾਲ SGPC ਦੇ ਮੋਹਤਵਾਰ ਸੱਜਣ ਬੈਠੇ ਆ। ਤੇ ਉਹ ਮੋਹਤਵਾਰ ਸੱਜਣ ਕੀ ਆਂਦੇ ਆ, SGPC ਦੇ ਪ੍ਰਧਾਨ ਧਾਮੀ ਸਾਹਿਬ ਕੀ ਆਂਦੇ ਆ? ਉਹ ਕਹਿੰਦੇ ਜੀ ਦੇਖੋ ਗੱਲ ਇਦਾਂ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਨੇ ਮਹੀਨੇ ਪਹਿਲਾਂ ਜਥੇਦਾਰ ਸਾਹਿਬ ਦੇ ਕਹਿਣ ਤੇ ਸਬ ਕਮੇਟੀ ਬਣਾਤੀ ਸੀ। ਉਸ ਸਬ ਕਮੇਟੀ ਨੇ ਜਿੰਨੀਆਂ ਵੀ ਮੀਟਿੰਗਾਂ ਕੀਤੀਆਂ, ਉਸੇ ਦਿਨ ਜਾਂ ਅਗਲੇ ਦਿਨ ਸਟੇਟਸ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੰਦੇ ਰਹੇ ਹੈ। ਤੇ ਹੁਣ ਕਹਿੰਦੇ ਜੀ ਅਸੀਂ ਬੀਤੇ ਕੱਲ ਜਿਹੜੀ ਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਕੀਤਾ ਫੈਸਲਾ ਕਿ ਸਾਡਾ ਕੰਟਰੈਕਟ SGPC ਦਾ PTC ਨਾਲ ਖਤਮ ਹੋ ਰਿਹਾ। ਤੇ ਉਹ ਕਹਿੰਦੇ ਜੀ 24 ਜੁਲਾਈ ਨੂੰ, ਹੁਣ ਤੁਸੀਂ ਦੇਖੋ 10 ਦਿਨ ਵੀ ਨਹੀਂ ਰਹਿ ਗਏ, ਕਿ 24 ਜੁਲਾਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੜਕਸਾਰ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਿਹੜਾ ਗੁਰਬਾਣੀ ਪ੍ਰਸਾਰਣ ਹੋਏਗਾ ਉਹ SGPC ਆਪਣੇ YouTube ਚੈਨਲ ਤੋਂ ਕਰੇਗੀ। ਸੋ ਜਿਸ ਗੱਲ ਦੇ ਅਸਾਰ ਸੀ, ਜਿਸ ਗੱਲ ਦੇ ਅੰਦਾਜ਼ੇ ਸੀ, ਕਿਉਂਕਿ ਪਹਿਲਾਂ ਐਂ ਲੱਗਦਾ ਸੀ ਕਿ ਭਾਈ ਹੋ ਸਕਦਾ ਕਿ ਦੁਬਾਰਾ ਟੈਂਡਰ ਕੱਢੇ ਜਾਣ, ਕੁਛ ਹੋਰ ਹੋ ਜਵੇ। ਹੁਣ SGPC ਆਪਣੇ YouTube ਚੈਨਲ ਦੇ ਉੱਤੇ ਗੁਰਬਾਣੀ ਦਾ ਪ੍ਰਸਾਰਣ ਕਰੂ ਤੇ ਉਹਦੇ ਬਾਬਤ ਵੀ ਧਾਮੀ ਸਾਹਿਬ ਨੇ 4 ਗੱਲਾਂ ਕਹੀਆਂ। ਉਹ ਕਹਿੰਦੇ ਕਾਪੀਰਾਈਟ SGPC ਦਾ ਹੋਏਗਾ, ਸਾਰੇ ਅਧਿਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਹੋਣਗੇ, ਹੋਰ ਕੋਈ ਵੀ ਇਹਦੇ ਤੋਂ ਚੱਕ ਕੇ ਕਿਤੇ ਹੋਰ ਉਹ ਗੁਰਬਾਣੀ ਟੈਲੀਕਾਸਟ ਹਾਲ ਦੀ ਕੜੀ ਨਹੀਂ ਕਰ ਸਕੇਗਾ। ਇਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਟੈਂਡਰ ਜਾਰੀ ਕੀਤੇ ਸੀ ਕਿਉਂਕਿ SGPC ਸਮਰੱਥ ਜ਼ਰੂਰ ਹੈ, ਪਰ ਕਈ ਵਾਰੀ ਕਈ ਨਿਪੁੰਨ ਬੰਦੇ, ਟੈਕਨੀਕਲ ਐਕਸਪਰਟ ਬੰਦੇ, ਉਹਨਾਂ ਦੀ ਕਈ ਵਾਰੀ ਘਾਟ ਹੋ ਜਾਂਦੀ ਹੈ। ਉਹ ਕਹਿੰਦੇ ਅਸੀਂ ਟੈਂਡਰ ਜਾਰੀ ਕੀਤੇ ਸੀ, ਉਸ ਟੈਂਡਰ ਨੂੰ 3 ਕੰਪਨੀਆਂ ਨੇ ਭਰਿਆ ਤੇ ਦਿੱਲੀ ਦੀ ਇਸ ਕੰਪਨੀ ਦਾ ਟੈਂਡਰ ਸਾਨੂੰ ਸਭ ਤੋਂ ਵੱਧ ਸਸਤਾ ਲੱਗਾ ਤੇ ਸਭ ਤੋਂ ਵੱਧ ਠੀਕ ਲੱਗਾ ਤੇ SGPC ਦੁਆਰਾ ਬਣਾਈ ਗਈ ਸਬ ਕਮੇਟੀ ਨੇ ਉਹਦੇ ਤੇ ਮੋਹਰ ਲਾਤੀ ਹੈ। ਹੁਣ ਅਗਲੀ ਗੱਲ ਹੈ ਕਿ ਕੀ ਇਹ ਗੁਰਬਾਣੀ ਦਾ ਪ੍ਰਸਾਰਣ ਕੇਵਲ YouTube ਚੈਨਲ ਦੇ ਉੱਤੇ ਹੋਏਗਾ? YouTube ਚੈਨਲ ਤੇ ਲੋਗੋ ਕਿਹਦਾ ਹੋਏਗਾ? ਉਹ ਕਹਿੰਦੇ ਜੀ SGPC ਦਾ, ਮੋਟਾ ਕਰਕੇ ਲਿਖਾਂਗੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਗੁਰਬਾਣੀ ਦਾ ਪ੍ਰਸਾਰਣ ਹੋਣਾ ਹੈ, ਉੱਥੇ ਅਸੀਂ ਅੰਗਰੇਜ਼ੀ ਦੇ ਵਿੱਚ ਵੀ SGPC ਲਿਖਾਂਗੇ, ਬਹੁਤ ਚੰਗਾ ਲਿਖਣਾ ਚਾਹੀਦਾ। ਫਿਰ ਉਹ ਕਹਿੰਦੇ ਜੀ ਸੈਟਲਾਈਟ ਚੈਨਲ ਵੀ ਖੋਲ੍ਹਣਾ, ਪਰ ਉਹਦੀ ਪ੍ਰਕਿਰਿਆ ਲੰਬੀ ਹੈ, ਅਸੀਂ ਉਹਦੀ ਉਡੀਕ ਨਹੀਂ ਸੀ ਕਰ ਸਕਦੇ, ਇਸ ਕਰਕੇ ਅਸੀਂ ਈਮੇਲ ਕਰ ਦਿੱਤੀ ਹੈ
ਮਿਨਿਸਟਰੀ ਇਨਫੋਰਮੇਸ਼ਨ ਐਂਡ ਬ੍ਰੌਡਕਾਸਟਿੰਗ ਇੰਡੀਆ ਦੀ ਜਿਹੜੀ ਮਿਨਿਸਟਰੀ ਹੈ, ਮੰਤਰੀ ਮੰਡਲ ਦੇ ਵਿੱਚ ਜਿਹੜਾ ਇਹ ਵਿਭਾਗ ਹੈ, ਸੰਧਾਲੀਆ ਸਭ ਚੰਗੀ ਗੱਲ ਹੈ। ਮੈਂ ਕਹਿੰਦਾ ਕਿ SGPC ਆਪ ਕਰੇ, ਝੰਜਟ ਮੁੱਕੇ। 23 ਜੁਲਾਈ ਨੂੰ PTC ਦਾ ਕਰਾਰ ਜਾਂ ਕਿਸੇ ਵੀ ਚੈਨਲ ਦਾ ਕਰਾਰ ਖਤਮ ਹੋਣਾ ਹੈ। ਉਹਦੇ ਤੋਂ ਬਾਅਦ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਸਰਕਾਰ ਤੇ SGPC ਝਗੜਦੀਆਂ ਰਹਿਣ। ਕੰਮ ਹੀ ਬੜੇ ਨੇ। ਨਸ਼ੇ ਵਿਰੁੱਧ ਮੁਹਿੰਮ ਦੋਨਾਂ ਧਿਰਾਂ ਨੇ ਚਲਾਉਣੀ ਹੈ। ਹੜ੍ਹ ਪੀੜਤਾਂ ਦਾ ਮੁੜ ਵਸੇਵਾ ਦੋਨਾਂ ਧਿਰਾਂ ਨੇ ਕਰਨਾ ਹੈ। ਸਾਡੀ ਜਵਾਨੀ ਨੂੰ ਪੜ੍ਹਾਉਣ ਦਾ ਜ਼ਿੰਮਾ ਦੋਨਾਂ ਧਿਰਾਂ ਦੇ ਸਿਰ ਦੇ ਉੱਤੇ ਹੈ। ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਸਾਹਮਣੇ ਸਮੱਸਿਆਵਾਂ ਬੜੀਆਂ ਨੇ। ਧਾਮੀ ਸਾਹਿਬ ਤਕੜੇ ਹੋ ਕੇ ਡਟ ਕੇ ਤੁਸੀਂ ਪ੍ਰਸਾਰਣ ਕਰੋ, ਆਪ ਸ਼ਰਤਾਂ ਤੈਅ ਕਰੋ, ਉਹਨਾਂ ਦੇ ਉੱਤੇ ਤਿੱਖੀ ਨਜ਼ਰ ਰੱਖੋ। ਇੱਕ ਅੱਧੀ ਕਮੇਟੀ ਰੈਗੂਲਰ ਜਿਹੜੀ 24 ਘੰਟੇ ਸਾਰੀਆਂ ਚੀਜ਼ਾਂ ਦੇ ਉੱਤੇ ਨਜ਼ਰਸਾਨੀ ਕਰੋ, ਉਹ ਕਮੇਟੀ ਬਣਾ ਕੇ ਰੱਖੋ। ਵਧੀਆ SGPC ਆਪ ਦਾ ਕੰਮ ਕਰੇ। ਕੀ ਕਹਿੰਦੇ ਹੋ? ਨਹੀਂ, ਬਿਲਕੁਲ ਠੀਕ ਆ। ਦੇਖੋ, ਗੱਲ ਤੇ ਇੰਨੀ ਕੀ ਸੀਗੀ, ਮੇਰਾ ਖਿਆਲ ਜਦੋਂ ਪਿਛਲੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਗੱਲ ਕੀਤੀ ਸੀ, ਉਦੋਂ ਉਹਨਾਂ ਨੇ ਵੀ ਇਹੀ ਗੱਲ ਕਹੀ ਸੀ। ਉਹਦੇ ਤੋਂ ਬਾਅਦ ਇੰਨਾ ਸਮਾਂ ਲੱਗ ਗਿਆ, ਉਹਦੇ ਵਿੱਚ ਉਹ ਜਿਹੜਾ ਕਹਿ ਲਓ ਕਿ ਵੀ ਪੰਜਾਬ ਸਰਕਾਰ ਵਾਲਾ ਐਪੀਸੋਡ ਹੋ ਗਿਆ। ਉਸ ਤੋਂ ਬਾਅਦ ਜ਼ਿਆਦਾ ਚਰਚਾ 'ਚ ਆ ਗਈ ਗੱਲ, ਤੇ ਹੋ ਸਕਦਾ ਵੀ ਚੀਜ਼ ਉਦੋਂ ਤੋਂ ਸ਼ੁਰੂ ਹੋਈ ਹੋਵੇ, ਅਖੀਰ ਉਹਨਾਂ ਨੇ ਕਰ ਦੇਣੀ ਸੀ। ਪਰ ਚਲੋ ਹੁਣ ਹੋ ਗਈ, ਚੰਗੀ ਗੱਲ ਹੈ। ਇੱਕ ਗੱਲ ਮੈਨੂੰ ਲੱਗਦਾ ਵੀ ਇਹਦੇ 'ਚ ਅਜੇ 2-4 ਚੀਜ਼ਾਂ ਦੇ ਜਿਹੜੇ ਲੋਕਾਂ ਨੂੰ ਸੰਸ਼ੇ ਰਹਿਣੇ ਆ, ਉਹ 24 ਨੂੰ ਜਦੋਂ ਸ਼ੁਰੂ ਹੋਏਗਾ ਪ੍ਰਸਾਰਨ, ਉਸ ਤੋਂ ਬਾਅਦ ਕਲੀਅਰ ਹੋਣਗੇ। ਪਹਿਲੀ ਗੱਲ ਤੇ ਇਹ ਵੀ ਲੋਕ ਮਨਾਂ 'ਚ ਅਜੇ ਵੀ ਸਵਾਲ ਹੈਗਾ ਕਿ ਜੇ 24 ਤਰੀਕ ਨੂੰ YouTube ਦੇ ਉੱਪਰ ਪ੍ਰਸਾਰਨ ਹੋਏਗਾ ਤੇ ਜਿੱਥੇ ਜਿੱਥੇ ਲੋਕ TV ਤੇ ਦੇਖਦੇ ਨੇ, ਉਹ ਫਿਰ ਕਿੱਦਾਂ ਦੇਖਣਗੇ? ਕੀ ਉਸੇ ਚੈਨਲ ਦੇ ਉੱਪਰ ਉਸੇ ਤਰ੍ਹਾਂ ਹੀ ਉਹ ਜਿਹੜਾ ਉਹ ਟੈਲੀਕਾਸਟ ਹੋਏਗਾ ਜਾਂ ਨਹੀਂ ਹੋਏਗਾ? ਇਹ ਵੀ ਇੱਕ ਸਵਾਲ ਰਹਿਣਾ। ਦੂਜੀ ਗੱਲ ਇਹ ਕਿ ਵੀ ਜਿੱਦਾਂ ਉਹਨਾਂ ਨੇ ਕਿਹਾ ਕਿ ਵੀ ਹੋਰ ਕੋਈ ਇਹਨੂੰ ਚੱਕ ਕੇ ਕਿਤੇ ਹੋਰ ਪ੍ਰਸਾਰਿਤ ਨਹੀਂ ਕਰ ਸਕਦਾ, ਕੀ ਉਹਦੀ ਆਗਿਆ ਹੀ ਨਹੀਂ ਦਿੱਤੀ ਜਾਊਗੀ? ਜਾਂ ਫਿਰ ਆਉਣ ਵਾਲੇ ਸਮੇਂ 'ਚ SGPC ਜੇ ਵੀ ਕੋਈ ਚਾਹਵੇ ਕਿ ਆਹ ਸ਼ਰਤਾਂ ਦੇ ਤਹਿਤ ਮੈਨੂੰ ਵੀ ਆਗਿਆ ਦੇ ਦਿਓ ਜੀ, ਮੈਂ ਅੱਗੇ ਇਸ ਪ੍ਰੋਗਰਾਮ ਨੂੰ ਅੱਗੇ ਰਿਲੇ ਕਰਨਾ ਚਾਹੁੰਦਾ, ਜਾਂ ਗੁਰਬਾਣੀ ਨੂੰ ਅੱਗੇ ਮੈਂ ਰਿਲੇ ਕਰਨਾ ਚਾਹੁੰਦਾ, ਤੁਹਾਡੇ YouTube ਚੈਨਲ ਤੋਂ ਫੀਡ ਚੱਕ ਲਾਂਗਾ, ਜਾਂ ਮੈਂ ਤੁਹਾਡੇ ਕੋਲੋਂ ਸਿੱਧੀ ਲੈ ਲਾਂਗਾ, ਉਹਦੀ ਵੀ ਕੋਈ ਪ੍ਰਕਿਰਿਆ ਹੋਊਗੀ। ਮੇਰਾ ਖਿਆਲ ਉਹ ਵੀ ਅਜੇ ਸਵਾਲ ਜਿਉਂ ਦੇ ਤਿਉਂ ਰਹਿਣਗੇ। ਪਰ ਇਹਦੇ ਜਿਹੜੇ ਸਿਆਸਤ ਵਾਲੇ ਪਾਸਿਓਂ 2 ਬਿਆਨ ਆਏ, ਆਪਾਂ ਉਹਨਾਂ ਦਾ ਜ਼ਿਕਰ ਕਰ ਲਈਏ। ਇੱਕ ਤੇ ਮਾਲਵਿੰਦਰ ਸਿੰਘ ਕੰਗ ਸਾਹਿਬ ਜਿਹੜੇ ਕਿ ਸਪੋਕਸਪਰਸਨ ਨੇ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਦੇਖੋ ਜੀ, ਇੱਦਾਂ ਨਹੀਂ ਸੀ ਕਰਨਾ ਚਾਹੀਦਾ SGPC ਨੂੰ। ਜਦੋਂ ਸੋਧ ਕਰ ਦਿੱਤੀ ਗਈ ਸੀ, ਉੱਧਰਲੇ ਪਾਸਿਓਂ ਸਰਕਾਰ ਵਾਲੇ ਪਾਸਿਓਂ ਵੀ ਕਿਹਾ ਗਿਆ ਸੀ, ਐਂਡ ਅਸੀਂ ਵੀ ਕਹਿੰਦੇ ਸੀ ਕਿ ਗੁਰਬਾਣੀ ਸਭ ਦੇ ਲਈ ਹੋਵੇ ਤੇ ਉਹਦਾ ਅਧਿਕਾਰ ਸਾਰਿਆਂ ਨੂੰ ਹੋਵੇ। ਜਿਹੜਾ ਇਹ ਕਾਪੀਰਾਈਟ ਰੱਖਿਆ ਗਿਆ ਜਾਂ ਹੋਰ ਕਿਸੇ ਨੂੰ ਪ੍ਰਸਾਰ ਨਾ ਕਰਨ ਦਾ ਗੱਲ ਕਹੀ ਗਈ ਹੈ SGPC ਵੱਲੋਂ, ਇਹ ਗੱਲ ਠੀਕ ਨਹੀਂ ਆ। ਇਹਦੇ ਤੇ ਮੁੜ ਵਿਚਾਰ ਹੋਣਾ ਚਾਹੀਦਾ। ਦੂਸਰੇ ਪਾਸੇ BJP ਦੇ ਲੀਡਰ ਨੇ ਹਰਜੀਤ ਸਿੰਘ ਗਰੇਵਾਲ ਸਾਹਿਬ, ਉਹਨਾਂ ਦੀ ਮੈਂ ਗੱਲ ਸੁਣ ਰਿਹਾ ਸੀ। ਉਹ ਕਹਿੰਦੇ ਕਿ ਇਹ ਜੋ ਵੀ ਕੀਤਾ ਗਿਆ ਜੀ, ਉਹ ਕਹਿੰਦੇ ਇਹਦੇ 'ਚ ਸਿਆਸਤ ਆ। ਉਹਨਾਂ ਸ਼ਬਦ ਇਹ ਵਰਤਿਆ ਵੀ ਇਹ ਕਿਸੇ ਹੋਰ ਦੇ ਇਸ਼ਾਰੇ ਦੇ ਉੱਪਰ ਇਸ ਤਰ੍ਹਾਂ ਕੀਤਾ ਗਿਆ ਕਿ ਜੋ ਜਿਵੇਂ ਜਿੱਦਾਂ ਹੋਣਾ ਚਾਹੀਦਾ ਸੀ, ਉਹਦੀ ਬਜਾਏ ਡੌਜ ਕੀਤਾ ਗਿਆ। ਹੁਣ ਗਰੇਵਾਲ ਸਾਹਿਬ ਨੂੰ ਇੱਦਾਂ ਕਿਉਂ ਲੱਗਾ, ਇਹ ਤੇ ਉਹ ਜਾਣਨ। ਪਰ ਜਿਹੜੀ ਗੱਲ ਉਹਨਾਂ ਨੇ ਇਹਦੇ ਤੇ ਕਹੀ, ਉਹਦਾ ਇਸ਼ਾਰਾ ਮੇਰਾ ਖਿਆਲ ਜਿਵੇਂ ਉਹਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਥੋੜ੍ਹਾ ਪੰਜਾਬ ਦੇ ਲੋਕਾਂ ਨੂੰ ਵੀ ਸਮਝ ਆ ਗਿਆ ਹੋਣਾ। ਪਰ ਮੈਂ ਕਹਿੰਦਾ ਵੀ ਚਲੋ, ਇਹ ਤਾਂ ਸਿਆਸੀ ਬਿਆਨ ਹੁੰਦੇ ਆ, ਤੇ ਸਿਆਸੀ ਬਿਆਨ ਹਮੇਸ਼ਾ ਹੀ ਇੱਕ ਦੂਸਰੇ ਦੇ ਆਪੋਜ਼ਿਟ ਹੁੰਦੇ ਆ। ਬਹੁਤ ਘੱਟ ਹੁੰਦਾ ਆਪਣੇ ਮੁਲਕ ਦੇ ਵਿੱਚ ਵੀ ਜੇ ਕੋਈ ਇੱਕ ਧਿਰ ਕਰੇ ਤੇ ਜੇ ਉਹਦੇ 'ਚ ਥੋੜ੍ਹੀ ਬਹੁਤ ਸਿਆਸਤ ਹੋਵੇ ਤੇ ਦੂਸਰੀ ਸਿਆਸੀ ਧਿਰ ਜਿਹੜੀ ਆ ਉਹ ਵੀ ਉਹਦੇ ਨਾਲ ਸਹਿਮਤ ਹੋਵੇ। ਪਰ ਹਾਂ, ਇੰਨਾ ਜ਼ਰੂਰ ਆ, ਜਿਹੜੇ 2-4 ਸਵਾਲ ਜਿੱਦਾਂ ਮੈਂ ਜ਼ਿਕਰ ਕੀਤਾ ਵੀ ਕੀ ਉਹ TV ਤੇ ਕਿਵੇਂ ਪ੍ਰਸਾਰਿਤ ਹੋਊਗਾ, ਜਾਂ ਜੇ ਕੋਈ ਕਰਨਾ ਚਾਹੇ ਤੇ ਉਹਦੇ ਲਈ ਕੀ ਪ੍ਰਕਿਰਿਆ ਹੋਊਗੀ, ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਦ ਤੱਕ ਆਪਣਾ TV ਚੈਨਲ SGPC ਦਾ ਨਹੀਂ ਚੱਲਦਾ, ਸੈਟੇਲਾਈਟ ਚੈਨਲ, ਉਨੀ ਦੇਰ ਤੱਕ YouTube ਤੋਂ ਹੋਰ ਕੋਈ ਚੈਨਲ ਵਾਲੇ ਕਿੱਦਾਂ ਚਲਾ ਸਕਦੇ ਜਾਂ ਰੇਡੀਓ ਵਾਲੇ ਕਿੱਦਾਂ ਚਲਾ ਸਕਦੇ ਨੇ, ਉਹਦੇ ਲਈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ SGPC ਗੱਲ ਕਲੀਅਰ ਕਰ ਦੇਵੇ। ਸੰਧਾਲੀਆ ਸਾਹਿਬ, ਥੋੜ੍ਹਾ ਜਿਹਾ ਸਮਾਂ ਉਹਨਾਂ ਨੂੰ ਦੇ ਦੇਣਾ ਚਾਹੀਦਾ, ਕਿਉਂਕਿ ਇੱਕੋਦਮ ਸ਼ਾਇਦ ਸਾਰੀਆਂ ਚੀਜ਼ਾਂ ਨਾ ਹੋ ਸਕਣ। ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਥਿਤੀ ਕਲੀਅਰ ਕਰ ਦੇਣਗੇ। ਪਰ ਇਹ ਲੜਾਈ ਮੁੱਕੇ, ਇਹਦੇ ਵਿੱਚੋਂ ਕੋਈ ਸਿਆਸੀ ਬੂ ਨਾ ਹੋਵੇ, ਕੁਛ ਨਾ ਹੋਵੇ। ਇਹ ਲੜਾਈ ਮੁੱਕਣੀ ਚਾਹੀਦੀ ਹੈ। ਗੁਰਬਾਣੀ ਦੇ ਮੁੱਦੇ ਦੇ ਉੱਤੇ ਕੋਈ ਸਿਆਸਤ, ਕੋਈ ਸਾਜ਼ਿਸ਼ ਨਾ ਹੋਵੇ ਤਾਂ ਚੰਗਾ ਹੈ। ਉਧਰ ਥੋੜੀ ਜਿਹੀ ਗੱਲ ਆਪਾਂ ਭਾਰਤੀ ਜਨਤਾ ਪਾਰਟੀ ਦੀ ਸੰਧਾਲੀਆ ਸਾਹਿਬ ਕਰੀਏ। ਹੁਣ ਭਾਰਤੀ ਜਨਤਾ ਪਾਰਟੀ ਮੱਧ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਲੜੂ, ਚੋਣਾਂ। ਸਰਕਾਰ BJP ਦੀ ਹੈ, BJP ਜੀ ਦੀ ਹੈ। ਸ਼ਿਵਰਾਜ ਸਿੰਘ ਚੌਹਾਨ ਮੁੱਖ ਮੰਤਰੀ ਨੇ। ਰੌਲਾ ਵਿੱਚ ਇਹ ਪੈਂਦਾ ਸੀ ਉਹਨਾਂ ਨੂੰ ਲਾ ਕੇ ਜੋਤਿਰਾਦਿੱਤਿਆ ਸਿੰਧੀਆ ਨੂੰ ਮੁੱਖ ਮੰਤਰੀ ਬਣਾ ਦੇਣਾ, ਪਰ ਇਦਾਂ ਹੋਇਆ ਨਹੀਂ ਹੋਇਆ। ਉਹਨਾਂ ਦੀ ਆਪਦੀ ਮਰਜ਼ੀ ਹੈ। ਪਿਛਲੇ ਦਿਨੀ ਅਮਿਤ ਸ਼ਾਹ ਸਾਹਿਬ ਗਏ ਸੀ, ਜਾ ਕੇ ਕਹਿ ਕੇ ਆਏ ਕਿ ਭਾਈ ਮੈਂ ਇੰਚਾਰਜ 15 ਦਿਨ ਹੀ ਆਇਆ ਕਰੂੰਗਾ, ਡੇਲੀ ਰਿਪੋਰਟ ਮੱਧ ਪ੍ਰਦੇਸ਼ ਦੇ ਵਿੱਚ ਸਾਡੀ ਪਾਰਟੀ ਦੇ ਕਿਹੜੇ ਲੀਡਰ ਨੇ ਅੱਜ ਦੇ ਦਿਨ ਕੀ ਕੀਤਾ ਮੇਰੇ ਕੋਲੇ ਅਪੜਨੀ ਚਾਹੀਦੀ ਹੈ। ਆਪਾਂ ਮੱਧ ਪ੍ਰਦੇਸ਼ੋਂ ਕਹਿੰਦੇ ਸੀ ਜਿੱਤਣਾ ਹੈ। ਹੁਣ ਇਹ ਵੀ ਪਤਾ ਲੱਗਿਆ ਕਿ ਕਿਸੇ ਨੂੰ ਵੀ ਉੱਥੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਬਣਾਇਆ ਜਾ ਰਿਹਾ ਹੈ। ਇਹ ਵੀ ਪਤਾ ਲੱਗਿਆ ਕਿ ਉੱਥੇ ਮੋਦੀ ਸਾਹਿਬ ਦੇ ਨਾਮ ਤੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਨਾਮ ਤੇ BJP ਇਲੈਕਸ਼ਨ ਲੜੂ। ਕੁਝ ਥੀਮ ਸੌਂਗ, ਚੋਣਾਂ ਵਾਲੇ ਗੀਤ ਉਹ ਕਹਿੰਦੇ ਤਿਆਰ ਕਰ ਲਏ ਗਏ, ਤੇ ਉਹਨਾਂ ਗੀਤਾਂ ਦੇ ਵਿੱਚ ਇੱਕ ਵਾਰ ਫੇਰ ਸਾਰੇ ਦੇ ਸਾਰਾ ਜਿਹੜਾ ਮਸਲਾ ਹੈ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਇਰਦ ਗਿਰਦ ਰੱਖਿਆ ਗਿਆ ਕਿ ਮੋਦੀ ਸਾਹਿਬ ਦੇ ਮਨ ਦੇ ਵਿੱਚ MP ਹੈ, ਤੇ MP ਜਾਣੀ ਕਿ ਮੱਧ ਪ੍ਰਦੇਸ਼ ਦੇ ਮਨ ਦੇ ਵਿੱਚ ਮੋਦੀ ਸਾਹਿਬ ਨੇ। ਹੁਣ ਜੀ ਆਪਾਂ ਪਿਛਲੇ ਦਿਨ ਹੀ ਦੇਖਿਆ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਕਰਨਾਟਕ ਦੇ ਵਿੱਚ ਇਦਾਂ ਹੀ ਕੀਤਾ ਗਿਆ, ਪਰ ਉੱਥੇ ਕੰਮ ਸੂਤ ਨਹੀਂ ਆਇਆ।
ਗੁਜਰਾਤ ਦੇ ਵਿੱਚ ਵੀ ਬੀਜੇਪੀ ਨੇ ਇਦਾਂ ਹੀ ਕੀਤਾ, ਪਰ ਉੱਥੇ ਕੰਮ ਸੂਤ ਆ ਗਿਆ, ਸਰਕਾਰ ਦੁਬਾਰਾ ਬਣ ਗਈ। ਹੁਣ ਇਹ ਮੱਧ ਪ੍ਰਦੇਸ਼ ਬਹੁਤ ਵੱਡਾ ਟੈਸਟ ਹੋਏਗਾ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ, ਤੇ ਜੇ ਇਸ ਟੈਸਟ ਦੇ ਵਿੱਚੋਂ ਬੀਜੇਪੀ ਪਾਸ ਹੋ ਜਾਂਦੀ ਹੈ ਫਿਰ ਤਾਂ ਠੀਕ ਹੈ, ਪਰ ਜੇ ਇੱਥੇ ਵੀ ਕਿਤੇ ਕਾਂਗਰਸ ਪਾਰਟੀ ਹਿਮਾਚਲ ਪ੍ਰਦੇਸ਼ ਤੇ ਕਰਨਾਟਕ ਦੇ ਵਾਂਗ ਉਹਨਾਂ ਨੂੰ ਦੱਬਣ ਦੇ ਵਿੱਚ ਕਾਮਯਾਬ ਹੋ ਗਈ, ਜੇ ਕਿਤੇ ਮੱਧ ਪ੍ਰਦੇਸ਼ ਤੇ ਕਰਨਾਟਕ ਦੇ ਵਾਂਗ ਕਾਂਗਰਸ ਪਾਰਟੀ ਬੀਜੇਪੀ ਨੂੰ ਹਰਾਉਣ ਦੇ ਵਿੱਚ ਕਾਮਯਾਬ ਹੋ ਗਈ, ਤਾਂ ਫਿਰ ਕਹਾਣੀ ਜਿਹੜੀ ਹੈ ਉਹ ਸੰਧਾਲੀਆ ਸਾਹਿਬ ਕਿਤੇ ਨਾ ਕਿਤੇ ਦੂਸਰੇ ਪਾਸੇ ਵੱਲ ਨੂੰ ਜਾ ਸਕਦੀ ਹੈ। ਅਸੀਂ ਇਸ ਗੱਲ ਦੀ ਇਹ ਨਹੀਂ ਕਹਿੰਦੇ ਇਹਦਾ ਹੋ ਜਾਣੀ ਹੈ, ਪਰ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਮੋਦੀ ਸਾਹਿਬ ਦਾ ਚਿਹਰਾ ਉੱਥੇ ਵੀ ਸਾਹਮਣੇ ਲਿਆਉਣਾ ਪਿਆ, ਇਹਦਾ ਮਤਲਬ ਹੈ ਕਿ ਜਿਹੜੀ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਹੈ ਸ਼ਾਇਦ ਇੰਨੀ ਪ੍ਰਭਾਵਸ਼ਾਲੀ ਨਹੀਂ ਕਿ ਸਰਕਾਰ ਦੇ ਚਿਹਰੇ ਦੇ ਉੱਤੇ ਵੋਟਾਂ ਵੀ ਲੜੀਆਂ ਜਾ ਸਕਣ। ਮੈਨੂੰ ਲੱਗਦਾ ਬਾਠ ਸਾਹਿਬ ਕਿ ਵੀ ਜੇ ਹਿਮਾਚਲ ਦੇ ਵਿੱਚ ਸੀਗਾ ਤੇ ਉਦੋਂ ਵੀ ਲੋਕਲ ਜਿਹੜੀ ਉੱਥੋਂ ਦੀ ਸੀਗੀ ਲੀਡਰਸ਼ਿਪ ਉਹ ਰਹੀ ਤੇ ਗੱਲ ਬਣੀ ਨਹੀਂ। ਅਚਾਨਕ ਗੁਜਰਾਤ ਵਾਲੀਆਂ ਇਲੈਕਸ਼ਨ ਆਈਆਂ ਤੇ ਗੁਜਰਾਤ ਦੇ ਵਿੱਚ ਮੋਦੀ ਸਾਹਿਬ ਦਾ ਚਿਹਰਾ ਸਾਹਮਣੇ ਸੀਗਾ, ਹਾਲਾਂਕਿ ਉੱਥੇ ਬੀਜੇਪੀ ਵੈਸੇ ਵੀ ਮਜ਼ਬੂਤ ਸੀ ਪਰ ਉੱਥੇ ਕਾਮਯਾਬੀ ਮਿਲ ਗਈ। ਕਰਨਾਟਕ ਵਾਲੇ ਪਾਸੇ ਵੀ ਲੋਕਲ ਜਿਹੜੀ ਉਹ ਜਦ ਤੱਕ ਉਹਨਾਂ ਦੀ ਲੜਾਈ ਲੁੜੀ ਇਹਨਾਂ ਨੂੰ ਸਮਝ ਆਈ ਉਨੀ ਦੇਰ ਤੱਕ ਬੜੀ ਦੇਰ ਹੋ ਗਈ ਸੀ ਕਿ ਮੋਦੀ ਸਾਹਿਬ ਦਾ ਚਿਹਰਾ ਵਰਤਿਆ ਜਾਵੇ, ਉੱਥੇ ਗੱਲ ਬਣੀ ਨਹੀਂ। ਮੈਨੂੰ ਲੱਗਦਾ ਵੀ ਇਸ ਚੀਜ਼ ਨੂੰ ਹੁਣ ਬੀਜੇਪੀ ਨੇ ਵੀ ਮੰਨ ਲਿਆ ਜਾਵੇ, ਕਲੀਅਰ ਮੰਨ ਲਿਆ ਕਿਤੇ ਨਾ ਕਿਤੇ ਕਿ ਜਿੱਥੇ ਕਿਤੇ ਆਪਾਂ ਨੂੰ ਜਾਪਦਾ ਕਿ ਮਾੜੀ ਮੋਟ ਵੀ ਕੋਈ ਕਸਰ ਹੈਗੀ ਆ ਉੱਥੇ ਮੋਦੀ ਸਾਹਿਬ ਦੇ ਚਿਹਰੇ ਤੇ ਇਲੈਕਸ਼ਨ ਲੜੀਏ ਤੇ ਸਗੋਂ ਜ਼ਿਆਦਾ ਗੱਲ ਬਣ ਜਾਂਦੀ, ਬਜਾਏ ਦੇ ਕਿ ਐਵੇਂ ਲੋਕਲ ਲੀਡਰਸ਼ਿਪ ਨੂੰ ਅੱਗੇ ਕੀਤਾ ਜਾਵੇ। ਜਿਹੜੀ ਗੱਲ ਤੁਸੀਂ ਲੜਾਈ ਦੀ ਕਰਦੇ ਹੋ ਮੈਨੂੰ ਲੱਗਦਾ ਵੀ ਉਹ ਲੜਾਈ ਤੇ ਹੋਊਗੀ, ਕਿਉਂਕਿ ਜੋਤਿਰਾਦਿੱਤਿਆ ਸਿੰਧੀਆ ਸਾਹਿਬ ਜਦੋਂ ਦੇ ਉਧਰ ਗਏ ਨੇ ਉਹਦੇ ਤੋਂ ਬਾਅਦ ਇਹ ਤੇ ਹੋ ਨਹੀਂ ਸਕਦਾ ਵੀ ਉਹਨਾਂ ਨੇ ਹੋਰ ਸੰਨ ਨਾ ਲਾਈ ਹੋਵੇ ਕਾਂਗਰਸ ਪਾਰਟੀ 'ਚ, ਤੇ ਇਹ ਵੀ ਨਹੀਂ ਹੋ ਸਕਦਾ ਵੀ ਜਦੋਂ ਉਹ ਗਏ ਨੇ ਤੇ ਜਿੱਥੇ ਜਿੱਥੇ ਉਹਨਾਂ ਦੇ ਬੰਦੇ ਨਾਲ ਗਏ ਸੀਗੇ ਉੱਥੇ ਬੀਜੇਪੀ ਦੇ ਜਿਹੜੇ ਪਹਿਲਾਂ ਤੋਂ ਪੁਰਾਣੇ ਬੰਦੇ ਹੋਣ ਉਹਨਾਂ ਨੇ ਗੁੱਸਾ ਨਾ ਕੀਤਾ ਹੋਵੇ। ਸੋ ਅੰਦਰ ਖਾਤੇ ਹੋ ਸਕਦਾ ਕਿ ਰਿੱਝ ਦਾ ਪੱਕਦਾ ਕਈ ਕੁਛ ਹੋਵੇ ਤੇ ਉਹ ਰਿਪੋਰਟਾਂ ਬੀਜੇਪੀ ਦੀ ਜਿਹੜੀ ਹਾਈ ਕਮਾਂਡ ਉਹਦੇ ਤੱਕ ਵੀ ਗਈਆਂ ਹੋਣ, ਇਸੇ ਕਰਕੇ ਤੇ ਜੇਪੀ ਨੱਡਾ ਸਾਹਿਬ ਤੇ ਮਗਰੇ ਅਮਿਤ ਸ਼ਾਹ ਸਾਹਿਬ ਵੀ ਜਾਂਦੇ ਰਹੇ ਤੇ ਅਮਿਤ ਸ਼ਾਹ ਸਾਹਿਬ ਨੇ ਜਦੋਂ ਤੁਸੀਂ ਦੱਸਿਆ ਕਿ ਇੰਚਾਰਜੀ ਵੀ ਸਾਂਭ ਲਿਆ ਤੇ ਚਿਹਰਾ ਹੁਣ ਪ੍ਰਧਾਨ ਮੰਤਰੀ ਸਾਹਿਬ ਦਾ ਅੱਗੇ ਰੱਖ ਕੇ ਤੇ ਐਮਪੀ ਦੀਆਂ ਇਲੈਕਸ਼ਨਾਂ ਲੜਨੀਆਂ ਉਹਨਾਂ ਨੇ। ਸੋ ਜਾਪਦਾ ਤੇ ਇਹੀ ਆ ਵੀ ਬੀਜੇਪੀ ਨੂੰ ਸਮਝ ਆ ਗਈ ਵੀ ਜਿਹੜੀ ਲੋਕਲ ਲੜਾਈ ਆ ਉਹਨੂੰ ਪਾਸੇ ਰੱਖਣ ਦਾ ਢੰਗ ਤਰੀਕਾ ਇਹੀ ਹੈ ਵੀ ਚਿਹਰਾ ਹੀ ਏਡਾ ਵੱਡਾ ਦੇ ਦਿਓ ਵੀ ਉਹਦੇ ਤੇ ਆਪਾਂ ਗੇਮ ਖੇਡੀਏ। ਪਰ ਮੈਨੂੰ ਲੱਗਦਾ ਵੀ ਇਹ ਐਸਾ ਸੱਟਾ ਜੇ ਤੇ ਸਿੱਧਾ ਪੈ ਗਿਆ ਤੇ ਫਿਰ ਤੇ 2024 ਲਈ ਇੱਕ ਥਾਪੜ ਕੇ ਬੀਜੇਪੀ ਕਹਿ ਵੀ ਸਕਦੀ ਕਿ ਦੇਖਿਆ ਮੋਦੀ ਸਾਹਿਬ ਦਾ ਚਿਹਰਾ 10 ਸਾਲ ਬਾਅਦ ਵੀ ਲੋਕ ਮੰਨਦੇ ਨੇ, ਇਹਦਾ ਮਤਲਬ 2024 'ਚ ਉਹ ਪ੍ਰਧਾਨ ਮੰਤਰੀ ਹੋਣਗੇ। ਤੇ ਜੇ ਕਿਤੇ ਕੋਈ ਢਿੱਲ ਮੱਠ ਹੋ ਗਈ ਤੇ ਇਹ ਨਾ ਹੋਵੇ 2024 ਦੇ ਲਈ ਦੁਬਾਰਾ ਸਵਾਲ ਚੁੱਕਣ ਲੱਗ ਪੈਣ ਵਿਰੋਧੀ। ਕੁਝ ਵੀ ਹੋ ਸਕਦਾ ਸੰਧਾਲੀਆ ਸਾਹਿਬ, ਬੀਜੇਪੀ ਬਹੁਤ ਸੋਚ ਸਮਝ ਕੇ ਇਸ ਵੇਲੇ ਸਿਆਸੀ ਤੌਰ ਤੇ ਅੱਗੇ ਵਧਣ ਦਾ ਯਤਨ ਕਰ ਰਹੀ ਹੈ, ਪਰ ਸੰਧਾਲੀਆ ਸਾਹਿਬ ਕਦੇ-ਕਦੇ ਲੱਗਦਾ ਕਿ ਨਜ਼ਰ ਲੱਗ ਗਈ ਆਪਣੇ ਸੂਬੇ, ਆਪਣੇ ਵਤਨ ਪੰਜਾਬ ਨੂੰ। ਭਾਈ ਹੁਣ ਸੂਬੇ ਦੇ ਵਿੱਚ ਹੋ ਕੀ ਰਿਹਾ ਹੈ? ਆ ਪਿਛਲੇ ਸਮੇਂ ਦੇ ਵਿੱਚ ਵੀ ਦੋ ਘਟਨਾਵਾਂ ਸਾਹਮਣੇ ਆਈਆਂ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਯਤਨਾਂ ਦੀਆਂ। ਹੁਣ ਇੱਕ ਹੋਰ ਘਟਨਾ ਸਾਹਮਣੇ ਆ ਗਈ, ਗੁਰੂ ਘਰ ਦੇ ਵਿੱਚ ਇੱਕ ਨੌਜਵਾਨ ਜਿਹਦੇ ਬਾਬਤ ਬਾਅਦ ਵਿੱਚ ਇਹ ਵੀ ਦੱਸਿਆ ਗਿਆ ਕਿ ਨਿੱਤ ਆਉਂਦਾ ਹੈ, ਮੱਥਾ ਟੇਕਦਾ ਹੈ, ਨਤਮਸਤਕ ਹੁੰਦਾ ਹੈ। ਉਹ ਨੌਜਵਾਨ ਗੁਰੂ ਘਰ 'ਚ ਆਉਂਦਾ ਹੈ, ਦਰਬਾਰ ਹਾਲ 'ਚ ਆਉਂਦਾ ਹੈ ਤੇ ਆਣ ਕੇ ਪਾਲਕੀ ਸਾਹਿਬ ਦੇ ਉੱਪਰ ਬੈਠ ਜਾਂਦਾ ਹੈ। ਹੁਣ ਪਾਲਕੀ ਸਾਹਿਬ ਦੇ ਉੱਪਰ ਬੈਠਣ ਦਾ ਮਤਲਬ ਤਾਂ ਆਪਾਂ ਸਮਝਦੇ ਹਾਂ। ਚਲੋ ਸੇਵਾਦਾਰ ਸੀ ਉੱਥੇ, ਉਹਨਾਂ ਨੇ ਆਣ ਕੇ ਮੌਕੇ ਤੇ ਮੁੰਡੇ ਨੂੰ ਫੜਿਆ, ਪੁਲਿਸ ਸੱਦੀ, ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਨੌਜਵਾਨ ਦੇ ਫਾਦਰ ਸਾਹਿਬ ਨੇ ਆਖਿਆ ਕਿ ਉਹ ਬਿਮਾਰ ਹੈ, ਉਹ ਮਾਨਸਿਕ ਰੂਪ 'ਚ ਪਰੇਸ਼ਾਨ ਹੈ, ਉਹ ਤਾਂ ਬਹੁਤ ਗੁਰੂ ਘਰ ਦਾ ਸ਼ਰਧਾਲੂ ਹੈ, ਉਹ ਤਾਂ ਨਿੱਤ ਗੁਰੂ ਘਰ ਆਉਂਦਾ ਹੈ, ਉਹਦੀ ਇੰਨੇ ਸਾਲਾਂ ਤੋਂ ਦਵਾਈ ਚੱਲਦੀ ਹੈ ਤੇ ਇਸ ਹਸਪਤਾਲ ਤੋਂ ਚੱਲਦੀ ਹੈ। ਦੂਜੇ ਪਾਸੇ ਜਿਹੜੇ ਪੁਲਿਸ ਅਧਿਕਾਰੀ ਨੇ ਉਹ ਕਹਿੰਦੇ ਜੀ ਬੰਦਾ ਫੜ ਲਿਆ, ਸ਼ਿਕਾਇਤ ਸਾਡੇ ਕੋਲ ਆਈ ਸੀ ਤੇ ਲੋਕ ਹੁਣ ਸੰਗਤ ਚਿੰਤਾ ਨਾ ਕਰੇ, ਅਸੀਂ ਸਖਤ ਤੋਂ ਸਖਤ ਸਜ਼ਾ ਦਵਾਵਾਂਗੇ। ਆ ਪਿੱਛੇ ਵੀ ਆਪਾਂ ਦੇਖਿਆ ਸੀ ਕਿ ਕੀ ਕੁਝ ਹੋਇਆ। ਇੱਕ ਨੌਜਵਾਨ ਕਿਸ ਤਰੀਕੇ ਆ ਗਿਆ ਸੀ ਤੇ ਆਣ ਕੇ ਦੋ ਜਿਹੜੇ ਪਾਠੀ ਸਿੰਘ ਪਾਠ ਕਰਦੇ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੀਆਂ ਉਹਨੇ ਹਰਕਤਾਂ ਕੀਤੀਆਂ ਸੀ। ਬਾਅਦ ਵਿੱਚ ਜੋ ਕੁਝ ਹੋਇਆ ਆਪਣੇ ਸਾਰਿਆਂ ਦੇ ਸਾਹਮਣੇ ਹੈ। ਹੁਣ ਦੇਖਦੇ ਆ ਕਿ ਇਸ ਕੇਸ ਦੇ ਵਿੱਚੋਂ ਨਿਕਲਦਾ ਕੀ ਹੈ ਜੀ। ਪਰ ਦੇਖੋ ਇੱਕ ਗੱਲ ਤੇ ਹਰ ਵਾਰ ਸੇਮ ਨਿਕਲਦੀ ਹੈ ਨਾ ਜੀ ਵੀ ਦਿਮਾਗੀ ਹਾਲਤ ਠੀਕ ਨਹੀਂ ਸੀ, ਦਿਮਾਗੀ ਪਰੇਸ਼ਾਨੀ ਸੀ ਜਾਂ ਦਿਮਾਗੀ ਤੌਰ ਤੇ ਠੀਕ ਨਾ ਹੋਣ ਕਰਕੇ ਉਹਨੇ ਆ ਕੁਛ ਕੀਤਾ। ਆਪਾਂ ਅੱਗੇ ਵੀ ਬਈਰਾਂ ਬੇਨਤੀ ਕੀਤੀ ਯਾਰ ਜਿਹੜਾ ਦਿਮਾਗੀ ਹਾਲਤ ਜਿਹਦੀ ਠੀਕ ਨਹੀਂ ਉਹਨੂੰ ਕਿਉਂ ਗੁਰੂ ਘਰ ਹੀ ਲੱਭਦੇ ਨੇ, ਹੋਰ ਕੋਈ ਥਾਂ ਟਿਕਾਣਾ ਨਹੀਂ ਲੱਭਦਾ। ਇਹ ਸਵਾਲ ਰਹਿਣਾ ਜੇ ਕੋਈ ਅੱਜ ਵੀ ਆਖੇ ਵੀ ਨਹੀਂ ਜੀ ਹਰੇਕ ਕੇਸ ਨੂੰ ਆਪਾਂ ਇੱਕੇ ਥਾਂ ਨਹੀਂ ਜੋੜ ਸਕਦੇ, ਨਹੀਂ ਜੋੜ ਸਕਦੇ ਵੱਖਰੀ ਗੱਲ ਹੈ, ਪਰ ਜੋੜਨਾ ਬਣਦਾ ਤਾਂ ਹੈ ਕਿਉਂਕਿ ਹਰੇਕ ਕੇਸ 'ਚ ਇਹ ਚੀਜ਼ ਨਿਕਲਦੀ ਸੇਮ ਹੈ। ਮੈਂ ਇੱਕ ਬੇਨਤੀ ਇਹ ਵੀ ਕਰਾਂਗਾ ਵੀ ਜੇ ਮੰਨ ਲਓ ਵੀ ਉਹਦੇ ਫਾਦਰ ਸਾਹਿਬ ਕਹਿੰਦੇ ਆ ਵੀ ਹਾਂ ਜੀ ਮੁੰਡਾ ਸਾਡਾ ਢੇਲਾ ਮੱਠਾ ਸੀ, ਕਿਸੇ ਵੇਲੇ ਵੀ ਹੁੰਦਾ ਆਪਣੇ ਆਮ ਪਿੰਡਾਂ ਥਾਵਾਂ ਦੇ ਪਰਿਵਾਰਾਂ 'ਚ ਵੀ ਉਹ ਜਾਣੇ ਗੁਰੂ ਘਰ ਜਾਊਗਾ, ਮਹਾਰਾਜ ਕਿਤੇ ਕੋਈ ਕਿਰਪਾ ਕਰ ਦੇਣ ਇਹਦਾ ਕੋਈ ਦਿਮਾਗ ਸਹੀ ਹੋ ਜਾਵੇ, ਟਿਕਾਣੇ ਆ ਜੇ। ਜੇ ਆਪਾਂ ਨੂੰ ਇਸ ਚੀਜ਼ ਦੀ ਗੱਲ ਸੀਗੀ ਤੇ ਆਪਣੇ ਮਨ ਦੇ ਵਿੱਚ ਇਹ ਵੀ ਗੱਲ ਰੱਖਣੀ ਚਾਹੀਦੀ ਵੀ ਇਹਦਾ ਦਿਮਾਗ ਠੀਕ ਨਹੀਂ, ਇਹ ਕਿਸੇ ਵੇਲੇ ਕੁਝ ਵੀ ਕਰ ਸਕਦਾ, ਜੇ ਇਹਨੇ ਜਾਣਾ ਇਹਦੇ ਨਾਲ ਚਲੇ ਜਾਇਆ ਕਰੀਏ। ਆਪਾਂ ਇਹ ਨਹੀਂ ਆਂਦੇ ਵੀ ਉਹ ਉਹੋ ਜਿਹਾ ਬੰਦਾ ਜੇ ਉਹੋ ਜਿਹਾ ਤੇ ਉਹਨੂੰ ਗੁਰੂ ਘਰ ਨਾ ਭੇਜੋ, ਪਰ ਜਦੋਂ ਜਾਪਦਾ ਵੀ ਇਹਦੇ 'ਚ ਕੋਈ ਇਹੋ ਜਿਹੀ ਕਹਾਣੀ ਹੈਗੀ ਤਾਂ ਉਹਦੇ ਨਾਲ ਜਾਇਆ ਜਾਵੇ।
ਅੱਗੋਂ ਪਿੱਛੋਂ ਨੇ ਜਿੱਥੇ ਜਾਣਾ ਇਕੱਲਾ ਜੀ ਸਦਕੇ ਚਲੇ ਜੇ, ਜਦੋਂ ਨੇ ਗੁਰੂ ਘਰ ਜਾਣਾ ਜਾਂ ਉਸ ਪਾਸੇ ਜਾਣਾ ਉਦੋਂ ਉਹਦੇ ਨਾਲ ਜਾਇਆ ਜਾਵੇ। ਜਾਂ ਜੇ ਮੰਨ ਲਓ ਵੀ ਅੱਠੋਂ ਪੈਰ ਨਹੀਂ ਜਾਇਆ ਜਾ ਸਕਦਾ ਤੇ ਉੱਥੇ ਗੁਰਦੁਆਰਾ ਸਾਹਿਬ ਦੇ ਜਿਹੜੇ ਸੇਵਾਦਾਰ ਨੇ ਉਹਨਾਂ ਨੂੰ ਕਹਿ ਦਿੱਤਾ ਜਾਵੇ ਵੀ ਜਦੋਂ ਭਾਈ ਇਹ ਤੁਹਾਨੂੰ ਇੱਥੇ ਨਜ਼ਰ ਆਵੇ ਤੇ ਤੁਸੀਂ ਆਪ ਇਹਦੇ ਨਾਲ ਹੋ ਜਾਣਾ, ਨਹੀਂ ਤੈਨੂੰ ਇੱਥੋਂ ਵਾਪਸ ਮੋੜ ਦਿਓ, ਇਹਨੂੰ ਅੰਦਰ ਨਾ ਜਾਣ ਦਿਓ। ਇਹ ਜਿਹੜੀ ਚੀਜ਼ ਹੈ ਜੇ ਇਹ ਕਰ ਲਈ ਜਾਵੇ ਤੇ ਹੋ ਸਕਦਾ ਕਿ ਇਸ ਤੋਂ ਪਹਿਲਾਂ ਜਾਂ ਜੇ ਦੱਸਿਆ ਗਿਆ ਹੁੰਦਾ ਤੇ ਪਰਿਵਾਰ ਵਾਲਿਆਂ ਨੂੰ ਜਾਂ ਆਸੇ-ਪਾਸੇ ਦੇ ਲੋਕਾਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਨਹੀਂ ਯਾਰ ਇਹ ਤਾਂ ਪਰਿਵਾਰ ਵਾਲਿਆਂ ਨੇ ਪਹਿਲਾਂ ਹੀ ਦੱਸਿਆ ਸੀ ਵੀ ਇਸ ਚੀਜ਼ ਦਾ ਖਿਆਲ ਰੱਖਿਓ, ਇਸ ਕਰਕੇ ਇਹ ਗੱਲ ਸਹੀ ਹੈ। ਜਦੋਂ ਐਂਡ ਤੇ ਉੱਪਰ ਘਟਨਾ ਵਾਪਰ ਜਾਂਦੀ ਹੈ ਫਿਰ ਇਹੋ ਜਿਹਾ ਐਂਗਲ ਨਿਕਲਦਾ, ਉਹ ਪਤਾ ਨਹੀਂ ਕਈ ਵਾਰ ਸ਼ੱਕੀ ਹੁੰਦਾ। ਬਿਲਕੁਲ ਸੰਧਾਲੀਆ ਸਾਹਿਬ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਕੇ ਸਾਹਮਣੇ ਆਵੇ, ਅਸੀਂ ਇਸ ਗੱਲ ਦੀ ਆਸ ਦੀ ਉਮੀਦ ਕਰਦੇ ਹਾਂ। ਤੇ ਦੂਸਰਾ, ਜਦੋਂ ਦਾ ਓਪੀ ਸੋਨੀ ਸਾਹਿਬ ਦਾ ਕੇਸ ਸਾਹਮਣੇ ਆਇਆ ਸੀ, ਵਿਜੀਲੈਂਸ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਸੀ, ਉਹਨਾਂ ਦਾ ਰਿਮਾਂਡ ਆਉਂਦਾ, ਹਸਪਤਾਲ ਜਾਂਦੇ ਆ, ICU 'ਚ ਜਾਂਦੇ ਆ, ਪੇਸਮੇਕਰ ਪੈਣ ਦੀ ਗੱਲ ਆਉਂਦੀ ਹੈ। ਇੱਕ ਚੀਜ਼ ਚੇਤੇ ਭੁੱਲ ਗਈ ਸੀ, ਉਹ ਸੀ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ। ਉਹ ਤਾਂ ਮਈ ਮਹੀਨੇ ਦੇ ਅੰਦਰ ਨੇ, ਮਈ ਮਹੀਨੇ ਦੇ ਗ੍ਰਿਫਤਾਰ ਨੇ। ਦੋਸ਼ ਉਹਨਾਂ ਦੇ ਉੱਤੇ ਵੀ ਸੇਮ ਲੱਗਾ ਸੀ ਜੋ ਓਪੀ ਸੋਨੀ ਸਾਹਿਬ ਦੇ ਉੱਤੇ ਲੱਗਾ ਹੈ ਕਿ ਭਾਈ ਆਮਦਨ ਥੋੜੀ ਤੇ ਪ੍ਰਾਪਰਟੀ ਬਹੁਤੀ ਕਿੱਥੋਂ ਬਣਾ ਲਈ, ਆਮਦਨ ਥੋੜੀ ਤੇ ਰੁਪਈਆ ਧੇਲਾ ਇੰਨਾ ਜਿਹੜਾ ਉਹ ਆ ਕਿੱਥੋਂ ਗਿਆ। ਉਹ ਅੰਦਰ ਸੀ ਬਹੁਤ ਚਿਰ ਦੇ, ਫਰੀਦਕੋਟ ਦੀ ਅਦਾਲਤ ਨੇ ਜ਼ਮਾਨਤ ਰੱਦ ਕਰ ਦਿੱਤੀ ਸੀ। ਫਿਰ ਇਹ ਲੱਗਿਆ ਕਿ ਚਲਾਨ ਨਹੀਂ ਪੇਸ਼ ਹੋ ਰਿਹਾ, ਕਿਉਂਕਿ ਇਦਾਂ ਦੇ ਕੇਸਾਂ ਦੇ ਵਿੱਚ 60 ਦਿਨਾਂ ਦੇ ਅੰਦਰ ਅੰਦਰ ਜਿਹੜੀ ਜਾਂਚ ਕਰ ਰਹੀ ਏਜੰਸੀ ਆ ਉਹਦੇ ਲਈ ਜ਼ਰੂਰੀ ਹੁੰਦਾ ਕਿ ਉਹ ਚਲਾਨ ਪੇਸ਼ ਕਰੇ। ਤਾਂ ਜੇ ਚਲਾਨ ਪੇਸ਼ ਕਰਨ ਦੀ ਸਮਾਂ ਸੀਮਾ ਲੰਘ ਜਾਂਦੀ ਹੈ, ਜੇ ਉਹਦੇ ਤੋਂ ਬਾਅਦ ਬੰਦਾ ਇਸੇ ਬਿਨਾਹ ਦੇ ਉੱਤੇ ਕਹੇ ਕਿ ਭਾਈ ਮੈਂ ਜ਼ਮਾਨਤ ਲੈਣੀ ਆ, ਦੇਖੋ ਜੀ ਇਹਨਾਂ ਤੋਂ ਤਾਂ ਚਲਾਨ ਵੀ ਨਹੀਂ ਪੇਸ਼ ਹੋਇਆ, ਫਿਰ ਬਹੁਤੇ ਅਸਾਰ ਬਣ ਜਾਂਦੇ ਹੁੰਦੇ ਕਿ ਅਦਾਲਤ ਜ਼ਮਾਨਤ ਦੇ ਦਿੰਦੀ ਆ ਕਿ ਭਾਈ ਤੁਸੀਂ ਤਾਂ ਚਲਾਨ ਹੀ ਨਹੀਂ ਪੇਸ਼ ਕਰ ਸਕੇ। ਜੇ ਤੁਹਾਡੇ ਕੋਲ ਇਸ ਬੰਦੇ ਦੇ ਖਿਲਾਫ ਕੋਈ ਗਵਾਹ, ਕੋਈ ਸਬੂਤ, ਕੋਈ ਕੇਸ ਬਣਦੀ, ਕੋਈ ਗੱਲਬਾਤ ਚੱਲਦੀ ਹੈ ਤਾਂ ਫਿਰ ਤੁਸੀਂ ਚਲਾਨ ਪੇਸ਼ ਕਰ ਦੇਣਾ ਸੀ। ਪਰ 60 ਦਿਨ ਸੀ, 57ਵੇਂ ਦਿਨ ਤੱਕ ਚਲਾਨ ਪੇਸ਼ ਨਹੀਂ ਸੀ ਹੋਇਆ। ਮੈਨੂੰ ਲੱਗਦਾ ਸੀ ਕਿ ਕਿੱਕੀ ਢਿੱਲੋਂ ਹੋਰਾਂ ਨੂੰ ਵੀ ਆਸ ਵੱਜ ਗਈ ਹੋਊਗੀ ਕਿ ਭਾਈ ਇਹ ਕੰਮ ਹੁਣ ਰਹਿ ਜਾਣਾ ਤੇ ਆਪਾਂ ਹਾਈ ਕੋਰਟ ਚਲੇ ਜਾਣਾ। ਪਰ 58ਵੇਂ ਦਿਨ ਜਾ ਕੇ ਜਦੋਂ ਸਿਰਫ 48 ਘੰਟੇ ਬਾਕੀ ਸੀ 60 ਦਿਨ ਹੋਣ ਦੇ ਵਿੱਚ, ਤੇ ਵਿਜੀਲੈਂਸ ਵਾਲਿਆਂ ਨੇ ਚਲਾਨ ਪੇਸ਼ ਕਰ ਦਿੱਤਾ। ਉਹਨਾਂ ਨੇ ਅਦਾਲਤ ਦੇ ਵਿੱਚ ਇੱਕ ਲੰਬਾ ਚੌੜਾ ਦਸਤਾਵੇਜ਼ ਰੱਖ ਦਿੱਤਾ ਹੈ ਕਿ ਆਹ ਕੁਝ ਹੈਗਾ ਹੈ, ਜਿਹਦੇ ਕਰਕੇ ਸਾਨੂੰ ਲੱਗਦਾ ਹੈ ਜਾਂਚ ਪੜਤਾਲ ਦੇ ਵਿੱਚੋਂ ਆਹ ਕੁਝ ਨਿਕਲਿਆ ਹੈ ਤੇ ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਆਮਦਨ ਇੰਨੀ ਨਹੀਂ ਸੀ, ਇਹਨਾਂ ਦੀ ਪ੍ਰਾਪਰਟੀ ਵੱਧ ਹੈ, ਇਹਨਾਂ ਨੇ ਕੁਝ ਹੋਰ ਬੰਦਿਆਂ ਦੇ ਨਾਂ ਤੇ ਵੀ ਪ੍ਰਾਪਰਟੀ ਬਣਾਈ ਹੈ। ਹੁਣ ਜਦੋਂ ਚਲਾਨ ਪੇਸ਼ ਹੋ ਗਿਆ ਤਾਂ ਫਿਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਹੋਰਾਂ ਦਾ ਅਗਲਾ ਕਾਨੂੰਨੀ ਤੌਰ ਦੇ ਉੱਤੇ ਰਾਹ ਕੀ ਹੋਏਗਾ, ਇੰਤਜ਼ਾਰ ਤਾਂ ਫਿਰ ਸੰਧਾਲੀਆ ਸਾਹਿਬ ਕਰਾਂਗੇ ਹੀ ਆਪਾਂ। ਇਹ ਤਾਂ ਹੁਣ ਚਲਾਨ ਜਦੋਂ ਪੜ੍ਹਨਗੇ ਜਾਂ ਉਸ ਤੋਂ ਬਾਅਦ ਉਹਦੀ ਕਾਪੀ ਢਿੱਲੋਂ ਸਾਹਿਬ ਦੇ ਵਕੀਲਾਂ ਨੂੰ ਮਿਲੂਗੀ, ਫੇਰ ਹੀ ਪੜ੍ਹ ਲਿਖ ਕੇ ਪਤਾ ਲੱਗੂ ਨਾ ਵੀ ਦੋਸ਼ ਕੀ ਆ ਤੇ ਇਹਨਾਂ ਦਾ ਜਵਾਬ ਕੀ ਦੇਣਾ। ਬਾਕੀ ਚਲੋ ਅਸੀਂ ਆਸ ਉਮੀਦ ਕਰਦੇ ਹਾਂ ਵੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ, ਲੋਕਾਂ ਨੂੰ ਉਹ ਬਦਲਾਖੋਰੀ ਦੀ ਕਾਰਵਾਈ ਨਾ ਲੱਗੇ, ਤੇ ਜੇ ਵਾਕਿਆ ਕੁਝ ਕੀਤਾ ਤੇ ਉਹਦੇ ਵਿੱਚ ਜਿਹੜੇ ਬੰਦੇ ਨੇ ਜਿੰਨੀ ਗਲਤੀ ਉਹਨੂੰ ਸਜ਼ਾ ਵੀ ਮਿਲਣੀ ਚਾਹੀਦੀ ਤਾਂ ਜੋ ਗਾਂਹ ਤੋਂ ਇਹੋ ਜਿਹਾ ਕੰਮ ਨਾ ਹੋਵੇ। ਬਾਕੀ ਹੁਣ ਆਪਣੇ ਜਾਣ ਦਾ ਵੇਲਾ ਹੋ ਗਿਆ, ਚੱਲੀਏ WhatsApp। ਬਹੁਤ ਸ਼ੁਕਰੀਆ ਸੰਧਾਲੀਆ ਸਾਹਿਬ। ਹੋ ਸਕਦਾ ਕਿ ਅੱਜ ਕਿਉਂਕਿ ਮੈਂ ਬਾਹਰ ਸੀ, ਮੈਨੂੰ ਕਾਰ ਦੇ ਵਿੱਚ ਹੀ ਬੈਠ ਕੇ ਪ੍ਰੋਗਰਾਮ ਕਰਨਾ ਪਿਆ, ਕੋਈ ਆਵਾਜ਼ ਦੀ ਦਿੱਕਤ ਹੋਵੇ, ਕੋਈ ਰੌਸ਼ਨੀ ਦੀ ਦਿੱਕਤ ਹੋਵੇ ਤਾਂ ਪ੍ਰਾਈਮ ਏਸ਼ੀਆ TV ਦੇ ਮੈਂਬਰ ਭਾਈ ਟੱਬਰ ਦੇ ਮੈਂਬਰ ਨੇ, ਟੱਬਰ ਦੇ ਮੈਂਬਰਾਂ ਨੇ ਨਹੀਂ ਕੋਆਪਰੇਟ ਕਰਨਾ ਤਾਂ ਹੋਰ ਕਰਨਾ ਕਿਹਨੇ ਹੈ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਆਪਣੀ ਫੀਡਬੈਕ ਭੇਜਦੇ ਰਿਹਾ ਕਰੋ, ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।